ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਆਪਣਾ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਸਾਡੇ ਸਟੂਡੀਓ 'ਚ ਆਏ ਨੇ ਸਾਡੇ ਵਿਦਵਾਨ ਨੇ ਜੀ ਗੁਰਚਰਨ ਸਿੰਘ ਜੂਨਵਾਲਾ। ਬਹੁਤ ਵਧੀਆ ਗੱਲ ਕਰਦੇ ਨੇ ਸਿੱਖ ਧਰਮ, ਜਿਸ ਤਰ੍ਹਾਂ ਦਾ ਸਿੱਖ ਧਰਮ ਮਾਡਰਨ ਹੈ, ਜਿਸ ਤਰ੍ਹਾਂ ਦੇ ਸਿੱਖ ਧਰਮ ਦੇ ਵਿੱਚ ਵਿਚਾਰ ਆਉਂਦੇ ਨੇ, ਜਿਸ ਤਰੀਕੇ ਨਾਲ ਸਿੱਖ ਧਰਮ ਰਿਐਲਿਟੀ ਦੇ ਨੇੜੇ ਆਪਾਂ ਸਮਝਦੇ ਹਾਂ ਕਿ ਸਿੱਖ ਧਰਮ ਅੱਜ ਦੇ ਯੁੱਗ ਦਾ ਧਰਮ ਹੈ ਅਤੇ ਉਹਦੇ ਨਾਲ ਉਹ ਆਪਣੀ ਸਾਰੀ ਵਿਚਾਰਧਾਰਾ ਜੋੜ ਕੇ ਪੇਸ਼ਾ ਕਰਦੇ ਨੇ। ਬਹੁਤ ਸਾਰੇ ਸਾਡੇ ਵਿਦਵਾਨ ਜਿਹੜੇ ਨੇ ਉਹ ਸਿੱਖ ਧਰਮ ਨੂੰ ਵੀ ਪੁਰਾਣੇ ਧਰਮਾਂ ਦੀ ਤਰ੍ਹਾਂ ਉਹਨਾਂ ਰਵਾਇਤਾਂ 'ਚ ਮਰਿਆਦਾ 'ਚ ਬੰਨ੍ਹ ਕੇ ਰੱਖਣਾ ਚਾਹੁੰਦੇ ਨੇ, ਪਰ ਕੁਝ ਇੱਕ ਸਾਡੇ ਅੱਜ ਕੱਲ੍ਹ ਕਿਉਂਕਿ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਨਵੇਂ ਰਿਫੋਰਮ ਹੋ ਰਹੇ ਨੇ, ਬਹੁਤ ਸਾਰੇ ਨਵੇਂ ਵਿਦਵਾਨ ਵਿੱਚ ਆ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ 'ਚ ਉਹ ਹੋ ਗਈਆਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਕਦੀ ਵੀ ਨਹੀਂ ਸੀ ਚਾਹੀਆਂ। ਔਰ ਜਿਹੜੇ ਸਿੱਖ ਧਰਮ ਦੀ ਮੂਲ ਜਿਹੜਾ ਸਰੋਤ ਨੇ, ਮੂਲ ਜਿਹੜੇ ਸਿੱਖ ਧਰਮ ਦੇ ਤੁਸੀਂ ਕਹਿ ਲਓ ਕਿ ਫਿਲਾਸਫੀ ਆ, ਦਰਸ਼ਨ ਹੈ, ਉਹਦੇ ਤੋਂ ਅਸੀਂ ਬਹੁਤ ਦੂਰ ਜਾ ਰਹੇ ਹਾਂ ਹੌਲੀ ਹੌਲੀ। ਸੋ ਸਮੇਂ-ਸਮੇਂ ਇਹਨਾਂ ਚੀਜ਼ਾਂ ਦੀ ਜ਼ਰੂਰ ਲੋੜ ਹੁੰਦੀ ਆ। ਸੋ ਉਹਨਾਂ ਵਿਦਵਾਨਾਂ 'ਚੋਂ ਇੱਕ ਸਰਦਾਰ ਗੁਰਚਰਨ ਸਿੰਘ ਜੂਨਵਾਲਾ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਜੂਨਵਾਲਾ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ। ਸਰਦਾਰ ਹਰਜੀਤ ਸਿੰਘ ਜੀ, ਤੁਹਾਡਾ ਅਤੇ ਤੁਹਾਡੇ ਟੀਵੀ ਦੇ ਪੰਜਾਬੀ ਦੁਨੀਆ ਦੇ ਸਰੋਤਿਆਂ ਦਾ ਸਭ ਦਾ ਤਹਿ ਦਿਲੋਂ ਧੰਨਵਾਦ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੂਨਵਾਲਾ ਜੀ, ਅੱਜ ਆਪਾਂ ਸੋਚਿਆ ਸੀਗਾ ਗੱਲ ਕਰਨੀ ਆ ਸਿੱਖ ਜਿਹੜਾ ਪੰਥ ਹੈ ਦੇ ਪਹਿਲੇ ਮਹਾਨ ਜਰਨੈਲ ਅਤੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਬਹਾਦਰ। ਅਤੇ ਵੈਸੇ ਤਾਂ ਗੁਰੂ ਤੇਗ ਬਹਾਦਰ ਸਾਹਿਬ 'ਤੇ ਵੀ ਗੱਲ ਕਰਨੀ ਚਾਹੀਦੀ, ਦਿਨ ਚੱਲ ਰਹੇ ਉਹਨਾਂ ਦੇ, ਪਰ ਕਿਉਂਕਿ ਦਿਨਾਂ ਨਾਲ ਬੱਝੀ ਹੋਈ ਨਹੀਂ ਫਿਲਾਸਫੀ, ਕਿਉਂਕਿ ਸਿੱਖ ਧਰਮ ਤਾਂ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿਸੇ ਬੰਦਸ਼ 'ਚ ਨਹੀਂ ਆਉਂਦਾ। ਅਤੇ ਬੰਦਾ ਬਹਾਦਰ ਦੇ ਬਾਰੇ ਜੋ ਗੱਲ ਕਰਦੇ ਹਾਂ ਤਾਂ ਹਮੇਸ਼ਾ ਹੀ ਮਤਲਬ ਇੱਕ ਤਾਂ ਮਨ ਨੂੰ ਇਸ ਗੱਲ ਦੀ ਖੁਸ਼ੀ ਮਿਲਦੀ ਆ ਕਿ ਇੱਕ ਇੰਨੀ ਕੁਰਬਾਨੀ, ਇੰਨਾ ਵੱਡਾ ਕੰਮ ਉਹਨਾਂ ਦਾ, ਅਤੇ ਉਹਦੇ 'ਤੇ ਤੁਹਾਡੇ ਕੋਲੋਂ ਅਸੀਂ ਬਹੁਤ ਕੁਝ ਜਾਣਨਾ ਆ। ਬਹੁਤ ਕੁਝ ਮੈਨੂੰ ਐਂ ਲੱਗਦਾ ਹੁੰਦਾ ਮੈਨੂੰ ਨਹੀਂ, ਬਹੁਤ ਸਾਰੇ ਹੋਰ ਲੋਕ ਸੋਚਦੇ ਆ ਕਿ ਬੰਦਾ ਬਹਾਦਰ ਨੂੰ ਉਹ ਮੁਕਾਮ ਸਿੱਖਾਂ ਨੇ ਨਹੀਂ ਦਿੱਤਾ ਜਿਹਦੇ ਉਹ ਹੱਕਦਾਰ ਸੀ, ਜਿੰਨਾ ਵੱਡਾ ਉਹਨਾਂ ਦਾ ਰੋਲ ਸੀਗਾ ਸਿੱਖ ਹਿਸਟਰੀ ਨੂੰ ਬਣਾਉਣ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਬੰਦਾ ਬਹਾਦਰ ਬਾਰੇ ਸ਼ੁਰੂਆਤੀ ਤੁਹਾਡੇ ਸ਼ਬਦ ਜਿਹੜੇ ਆ ਉਹ ਕੀ ਅਤੇ ਕੀ ਕਹਿਣਾ ਚਾਹੋਗੇ? ਮੈਂ ਬੰਦਾ ਬਹਾਦਰ ਨੂੰ ਅਜੇ ਥੋੜ੍ਹੇ ਬਾਅਦ ਹੀ ਗੱਲ ਕਰਦਾ ਜੀ। ਮੈਂ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਇਹਨਾਂ ਦੀਆਂ ਕੁਰਬਾਨੀਆਂ ਨੂੰ ਛੁਟਿਆਇਆ ਗਿਆ। ਤੁਸੀਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰੋ ਜੀ। ਜਦੋਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਦੂਸਰੇ ਪਾਤਸ਼ਾਹ ਨੂੰ ਅਸੀਂ ਉਹਨਾਂ ਕੋਲ ਐਵੇਂ ਥੋੜ੍ਹਾ ਚਿਰ ਆਇਆ ਵਿਖਾ ਦਿੰਦੇ ਹਾਂ। 7.5 ਸਾਲ ਬਾਬਾ ਲੈਣਾ ਉੱਥੇ ਰਹਿੰਦੇ। ਜਦੋਂ ਗੁਰੂ ਅਮਰਦਾਸ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਵੀ ਅਸੀਂ ਛੁਟਿਆਉਣੇ ਵੀ ਸਾਰੀ ਉਮਰ ਉਹ ਪਾਣੀ 10-12 ਸਾਲ ਪਾਣੀ ਢੋਂਦੇ ਰਹੇ। ਕਦੇ ਅਸੀਂ ਇਹ ਨਹੀਂ ਦੱਸਿਆ ਬਈ ਗੁਰੂ ਸਾਹਿਬ ਨੇ ਸਿੱਖ ਸਿਧਾਂਤ ਕਦੋਂ ਸਿੱਖਿਆ, ਰਾਗ ਵਿਦਿਆ ਕਦੋਂ ਸਿੱਖੀ। ਔਰ ਹਰ ਇੱਕ ਪਾਤਸ਼ਾਹੀ ਨੂੰ ਘਟਾ ਕੇ ਪੇਸ਼ ਕੀਤਾ ਗਿਆ। ਇਹੀ ਹਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਕੀਤਾ ਹੈ। ਉਹਨੂੰ ਬਰਾਗੀ ਦਿਖਾਤਾ। ਹਾਂਜੀ ਬਈ ਬੰਦਾ ਜਿਹੜਾ ਬਰਾਗੀ ਹੈ, ਮੇਰੇ ਸਾਰਿਆਂ ਨੂੰ ਪਹਿਲਾਂ ਮੇਰੇ ਮਨ 'ਚ ਇਹੀ ਸਵਾਲ ਆਇਆ ਸੀ ਵੀ ਜਿਹੜਾ ਬੰਦਾ ਬਰਾਗੀ ਹੈ ਉਹ ਇੱਕ ਦਿਨ ਦੇ ਵਿੱਚ ਜੰਗ ਵਿਧੀਆਂ ਦਾ ਕਿਵੇਂ ਜਾਣੂ ਹੋ ਗਿਆ। ਦੂਜੀ ਗੱਲ, ਜਦੋਂ ਅਸੀਂ ਇਹ ਪੜ੍ਹਦੇ ਹਾਂ ਵੀ ਹੁਣ ਦਿੱਲੀ ਦੇ ਨੇੜੇ ਆ ਕੇ ਡੇਰੇ ਲਾ ਲਏ ਅਤੇ ਫਿਰ ਅਸੀਂ ਚਿੱਠੀਆਂ ਲਿਖੀਆਂ ਸਾਰੇ ਸਿੱਖ ਜਥੇਬੰਦੀਆਂ ਨੂੰ, ਜਾਂ ਜਿੱਥੇ ਜਿੱਥੇ ਉਹਨਾਂ ਦਾ ਕੋਈ ਕੰਟੈਕਟ ਸੀ ਗੁਰੂ ਗੋਬਿੰਦ ਸਿੰਘ ਜੀ ਵੇਲੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਥਾਵਾਂ ਦਾ ਕਿਵੇਂ ਪਤਾ ਲੱਗਿਆ? ਫਿਰ ਬਾਬਾ ਵਿਨੋਦ ਸਿੰਘ ਅਤੇ ਉਹਦੇ ਨਾਲ ਜਿਹੜੇ ਹੋਰ ਕਹਿੰਦੇ ਵੀ ਗੁਰੂ ਸਾਹਿਬ ਨੇ ਬੰਦੇ ਭੇਜੇ, ਪੰਜ ਸਿੰਘ ਕਹਿੰਦੇ ਨਹੀਂ ਬੰਦੇ ਤਾਂ ਜ਼ਿਆਦਾ ਹੋਣਗੇ ਜੀ। ਪੰਜ ਮੁਖੀ ਹੋਣਗੇ, ਮਤਲਬ ਉਹਨਾਂ ਦੇ ਪੰਜ ਮੁਖੀ ਹੋ ਸਕਦੇ। ਵਿਨੋਦ ਸਿੰਘ ਹੋਇਆ। ਇਹਨਾਂ ਬੰਦਿਆਂ ਨੇ ਇੱਕ ਅਨਨੋਨ ਬੰਦੇ ਨੂੰ, ਜਿਹੜਾ ਅੱਜ ਹੀ ਗੁਰੂ ਸਾਹਿਬ ਨੂੰ ਮਿਲਦਾ ਹੈ, ਭਾਵੇਂ ਉਹਨੇ ਅੰਮ੍ਰਿਤ ਛਕ ਲਿਆ, ਸਿੰਘ ਸਾਜ ਗਿਆ, ਕੁਝ ਵੀ ਹੋ ਗਿਆ, ਉਹਦੀ ਗਵਾਹੀ ਨਹੀਂ ਪੇਸ਼ ਐਕਸੈਪਟ ਕਰਨਗੇ। ਮੈਂ ਇਹਨੂੰ ਜੋੜਦਾ ਜੀ। ਇੱਥੇ ਪਿੱਛੇ ਲੈ ਚੱਲ ਗਿਆ ਆਪਾਂ ਪੰਜਾਂ ਪਿਆਰਿਆਂ ਨਾਲ। ਜਦੋਂ ਮੈਂ ਭਾਈ ਦਇਆ ਸਿੰਘ ਦਾ ਜੀਵਨ ਪੜ੍ਹਦਾ, ਦਇਆ ਸਿੰਘ ਦਾ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਵੇਲੇ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਅਤੇ ਇਹ ਕਹਿੰਦੇ ਜੀ ਗੁਰੂ ਸਾਹਿਬ ਨੇ ਹੋਕਾ ਦਿੱਤਾ ਅਤੇ ਬੰਦਾ ਇੱਕ ਖੜਾ ਹੋ ਗਿਆ, ਉਹ ਕਹਿੰਦਾ ਜੀ ਮੇਰਾ ਸਿਰ ਲੈ ਲਓ। ਇਹ ਗੁਰੂ ਸਾਹਿਬ ਦੇ ਕੋਲ ਪਹਿਲਾਂ ਹੈ, ਉੱਥੇ ਬੈਠੇ ਹੈ। ਇਹ ਸਾਰੀ ਪੂਰੀ ਪਲੈਨਿੰਗ ਹੁੰਦੀ ਹੈ। ਐਵੇਂ ਕੋਈ ਬੰਦਾ ਉੱਠ ਕੇ ਖੜਾ ਹੋ ਜਾਏ, ਕੱਲ੍ਹ ਨੂੰ ਉਹ ਪੁੱਠੇ ਪਾਸੇ ਨੂੰ ਲਹਿਰ ਲੈ ਕੇ ਚੱਲ ਜਾਵੇ। ਪਰਖੇ ਤੋਂ ਬਗੈਰ ਸਿਰਫ ਇੱਕ ਕਿ ਮੈਂ ਗੁਰੂ ਸਾਹਿਬ ਕਹਿਣ ਵੀ ਮੈਂ ਸਿੱਖ ਦਾ ਸਿਰ ਮੰਗਦਾ, ਇਹ ਪਰਖ ਨਹੀਂ ਹੈਗੀ। ਪਰਖਿਆ ਜਾਂਦਾ ਬੰਦਾ ਨਿੱਤਾ ਪ੍ਰਤੀ ਦੇ ਜੀਵਨ 'ਚੋਂ ਜੀ। ਅਤੇ ਜਦੋਂ ਅਸੀਂ ਪੇਸ਼ ਕਰ ਦਿੱਤਾ ਵੀ ਉਹਦਾ ਬਰਾਗੀ ਆ, ਹੁਣ ਦੂਸਰੇ ਸਿੱਖ ਧਰਮ ਦੇ ਜਿਹੜੇ ਉਲਟ ਹੈਗੇ ਆ ਉਹਨਾਂ ਨੂੰ ਇਹ ਮੌਕਾ ਮਿਲ ਗਿਆ, ਬਰਾਗੀ ਸਾਧੂ ਹੁੰਦੇ ਆ ਅਤੇ ਹਿੰਦੂ ਸੀ। ਉਹਨੇ
ਕਿਸੇ ਨੇ ਇਹ ਵੀ ਲਿਖਤਾ ਵੀ ਜਿੱਦਾਂ ਤੁਸੀਂ ਦੱਸਿਆ ਹੁਣੇ ਵੀ ਕਰਮ ਸਿੰਘ ਹਿਸਟੋਰੀਅਨ ਲਿਖਤਾ ਵੀ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ। ਉਹਨਾਂ ਨੂੰ ਮੌਕਾ ਮਿਲ ਗਿਆ ਇਹ ਹਿੰਦੂ ਧਰਮ ਦੀ ਰਾਖੀ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਗੱਲ ਕਰੀਏ ਨਾ, ਮੈਨੂੰ ਕੋਈ ਇੱਦਾਂ ਦੀ ਨਹੀਂ ਹੈ ਵੀ ਨਹੀਂ ਗੱਲ ਕਰਨੀ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਉਹਨਾਂ ਨੇ ਹਿੰਦੂ ਧਰਮ ਦੀ ਖਾਤਰ ਸੀਸ ਦਿੱਤਾ, ਇਹ ਗਲਤ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀਆਂ 3 ਗ੍ਰਿਫਤਾਰੀਆਂ ਹੋਈਆਂ 65, 70 ਤੇ 75। ਕਸ਼ਮੀਰ ਤੋਂ ਪੰਡਤ ਆਏ ਚੱਲ ਕੇ ਜੀ ਉਹਨੂੰ ਕਹਿੰਦੇ ਅਸੀਂ ਸਿਰ ਦਿਆਂਗੇ ਜੇ ਸਾਨੂੰ ਮਨਾ ਲਿਆ, ਤੇ ਇਹ ਤਾਂ ਕਹਾਣੀ ਖਤਮ ਹੋ ਗਈ। ਜਿਸ ਹਿੰਦੂ ਧਰਮ ਦੀਆਂ ਰਹੁ ਰੀਤੀਆਂ ਰਿਵਾਜਾਂ ਨੂੰ ਸਾਰਿਆਂ ਨੂੰ ਜਨੇਊ ਨੂੰ ਤੱਕ ਗੁਰੂ ਨਾਨਕ ਸਾਹਿਬ ਨਕਾਰਦੇ ਆ ਕਿ 9ਵੇਂ ਪਾਤਸ਼ਾਹ ਆ ਕੇ ਉਹਦੀ ਰਾਖੀ ਕਰਨਗੇ। ਸਵਾਲ ਇੱਦਾਂ ਦੇ ਖੜੇ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਉਹਨਾਂ ਨੇ ਜੋ ਕੁਝ ਵੀ ਕੀਤਾ ਆਪਣੀ ਲਹਿਰ ਦੀ ਖਾਤਰ ਕੀਤਾ। ਜਿਹੜੀ ਲਹਿਰ ਗੁਰੂ ਨਾਨਕ ਸਾਹਿਬ ਨੇ ਚਲਾਈ ਸੀ ਉਹ ਕਹਿੰਦੇ ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਨੇ ਚਲਾਈ ਉਹਦਾ ਫੌਲਾਦ ਗੁਰੂ ਨਾਨਕ ਨੇ ਤਿਆਰ ਕੀਤਾ। ਦੂਸਰੇ ਗੁਰੂਆਂ ਨੇ ਉਸ ਫੌਲਾਦ ਦੇ ਬੂਟੇ ਨੂੰ ਪਾਣੀ ਪਾ ਕੇ ਸਿੰਜਿਆ, ਵੱਡਾ ਕੀਤਾ। ਬੰਦਾ ਸਿੰਘ ਬਹਾਦਰ ਨੇ ਆ ਕੇ ਉਸ ਤਲਵਾਰ ਨੂੰ ਲਿਸ਼ਕਾਇਆ ਫਿਰ ਜ਼ਮਾਨੇ 'ਚ ਕਿ ਆਓ ਮੈਂ ਤੁਹਾਨੂੰ ਦੱਸਦਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਤਲਵਾਰ ਕੀ ਕਰ ਸਕਦੀ ਹੈ। ਬੰਦਾ ਸਿੰਘ ਬਹਾਦਰ, ਮੈਂ ਜਦੋਂ ਮੈਂ ਜਰਮਨ 'ਚ ਰਹਿੰਦੇ ਨੇ ਆਪਣੇ ਫ੍ਰੈਂਚ ਰੈਵੋਲੂਸ਼ਨ ਬਾਰੇ ਵੀ ਪੜ੍ਹਿਆ। ਅੱਛਾ ਜੀ। ਬੰਦਾ ਸਿੰਘ ਬਹਾਦਰ ਇੱਕ ਪਹਿਲਾ ਦੁਨੀਆ ਦਾ ਇੱਕ ਇਹੋ ਜਿਹਾ ਯੋਧਾ ਹੋਇਆ ਹੈ ਜਿਹਨੇ ਮੁਜ਼ਾਹਰਿਆਂ ਨੂੰ ਮਲਕੀਅਤ ਬਖਸ਼ੀ ਹੈ। ਹੋਰ ਦੁਨੀਆ ਦੇ ਇਤਿਹਾਸ 'ਚ ਕਿਧਰੇ ਵੀ ਇਹ ਲੈਨਨ, ਕਾਮਰੇਡ ਲੈਨਨ, ਤੁਸੀਂ ਜਦ ਮੇਰੇ ਨਾਲ ਪੜ੍ਹਿਆ ਹੋਏਗਾ, ਮੈਂ ਤਾਂ ਥੋੜ੍ਹਾ ਜਿਹਾ ਹੀ ਪੜ੍ਹਿਆ, ਉਹਨਾਂ ਨੇ ਵੀ ਇਹ ਕੰਮ ਨਹੀਂ ਕੀਤਾ ਕਿ ਸਾਰੇ ਬੰਦੇ ਨਹੀਂ, ਉਹਨਾਂ ਤੇ ਉਲਟ ਕੀਤਾ ਨਾ ਜੀ। ਉਹਨਾਂ ਤੇ ਸਾਰੀ ਲੈਂਡ ਲੈ ਕੇ ਸਟੇਟ ਦੀ ਬਣਾਤੀ, ਸਟੇਟ ਦੀ ਬਣਾ ਕੇ ਲੋਕਾਂ ਨੂੰ ਕਾਮਿਆਂ ਦੇ ਤੌਰ ਤੇ ਕੰਮ ਦਿੱਤਾ, ਉਹਨਾਂ ਅਲੱਗ ਤਰ੍ਹਾਂ ਦੀ ਕੀਤਾ। ਪਰ ਇੱਕ ਬੰਦਾ ਸਿੰਘ ਬਹਾਦਰ ਹੀ ਹੋਇਆ ਜਿਹਨੇ ਲੋਕਾਂ ਨੂੰ ਕਿਹਾ ਵੀ ਤੁਸੀਂ ਹੜਵਾਕ ਬੰਦੇ ਅੱਜ ਤੋਂ ਜ਼ਮੀਨਾਂ ਦੇ ਮਾਲਕ ਹੈ। ਫਿਰ ਨਾਲ ਆਪਣਾ ਜਿਹੜਾ ਮਾਲੀਆ ਉਹ ਘਟਾਇਆ। ਇਹ ਗੱਲਾਂ ਜਿਹੜੀਆਂ ਸੀਗੀਆਂ ਲੋਕਾਂ ਦੇ ਵਿੱਚ ਪੇਸ਼ ਕਰਨ ਦੀ ਲੋੜ ਸੀ ਤਾਂ ਕਿ ਬੰਦਾ ਸਿੰਘ ਬਹਾਦਰ ਇੱਕ ਸ਼ਖਸੀਅਤ ਦਾ ਮਾਲਕ ਲੋਕਾਂ ਨੂੰ ਦਿਸੇ। ਇਹ ਨਹੀਂ ਜਾਣ ਕੇ ਪੇਸ਼ ਕੀਤਾ ਗਿਆ। ਜਿਹੜੇ ਬੰਦੇ ਮੈਂ ਵੈਸੇ ਸਰਕਾਰੀ ਨੌਕਰ ਨਹੀਂ ਰਿਹਾ ਜੀ, ਅੱਜ ਤੱਕ ਨੌਕਰੀ ਕਿਸੇ ਕੋਲੇ ਨਹੀਂ ਕੀਤੀ, ਇਸ ਕਰਕੇ ਮੇਰਾ ਸੁਭਾਅ ਇੱਦਾਂ ਦਾ ਹੈ ਵੀ ਮੈਂ ਆਪਣੇ ਅੰਦਰੋਂ ਜਿਹੜੀ ਆਵਾਜ਼ ਉੱਠਦੀ ਹੈ ਮੈਂ ਉਹੀ ਕਹਿਣਾ। ਜੇ ਕਿਤੇ ਮੈਂ ਤੁਹਾਨੂੰ ਪਟਿਆਲੇ ਦੀ ਇੱਕ ਗੱਲ ਸੁਣਾ, ਇੰਦਰ ਸਿੰਘ ਘੱਗਾ ਦਾ ਇੱਕ ਲੇਖ ਕਿਸੇ ਆਪਣੇ ਬੰਦੇ ਨੇ ਪਸੰਦ ਕਰ ਲਿਆ, ਉਹ ਕੱਢਦਾ ਸੀ ਆਪਣਾ ਮੈਗਜ਼ੀਨ, ਹਾਂਜੀ, ਤੇ ਅਖੀਰਲੇ ਆ ਕੇ ਪੈਰ ਨੂੰ ਉਹਨੇ ਕੱਟਤਾ, ਕਹਿੰਦਾ ਵੀ ਆਹ ਨਹੀਂ ਮੈਂ ਪਾ ਸਕਦਾ ਆਡਿਟ ਕਰਨ ਦੇ ਨਾਂ ਤੇ। ਹੁੰਦਾ ਇਦਾਂ ਹਮੇਸ਼ਾ ਹੁੰਦਾ। ਹਾਂਜੀ, ਉਹ ਕਹਿੰਦਾ ਵੀ ਇਹਦੇ 'ਚ ਗਲਤ ਕੀ ਹੈ? ਕਹਿੰਦਾ ਗਲਤ ਤਾਂ ਕੁਛ ਨਹੀਂ, ਪਰ ਤੁਸੀਂ ਸਰਕਾਰੀ ਨੌਕਰੀ ਨਹੀਂ ਕੀਤੀ, ਮੈਂ ਸਰਕਾਰੀ ਨੌਕਰੀ ਕੀਤੀ, ਇਸ ਕਰਕੇ ਮੇਰੀ ਜ਼ੁਬਾਨ ਨੂੰ ਤਾਲਾ ਲੱਗਾ ਹੋਇਆ ਹੈ, ਮੈਂ ਇਹ ਨਹੀਂ ਪਾ ਸਕਦਾ। ਨਹੀਂ, ਇਕੱਲੀ ਸਰਕਾਰੀ ਨੌਕਰੀ ਨਹੀਂ ਜੂਨਵਾਲਾ ਜੀ, ਕਈ ਵਾਰ ਮਨੁੱਖ ਜਿਹੜਾ ਨਾ ਜੀ, ਕਈ ਚੀਜ਼ਾਂ ਕੰਟਰੋਵਰਸੀ ਤੋਂ ਡਰਦੇ ਨੇ ਲੋਕ, ਬਹੁਤ ਸਾਰੇ ਹੋਰ ਮਿਸਾਲਾਂ ਆਪਾਂ ਇਸ ਗੱਲ ਤੋਂ ਦੱਸ ਸਕਦੇ ਲੈ ਸਕਦੇ ਹਾਂ। ਗਿੱਲ ਸਾਹਿਬ ਵੀਰ ਜੀ, ਉਹਨਾਂ ਨੂੰ ਆਪਣੀ ਪੈਨਸ਼ਨ ਜਿਹੜੀ ਆ ਰਹੀ ਹੁੰਦੀ ਹੈ ਉਹਦਾ ਖਤਰਾ ਹੁੰਦਾ ਹੈ। ਉਹ ਜਦੋਂ ਪੜ੍ਹ ਰਹੇ ਹੁੰਦੇ ਆ ਜਾਂ ਪੜ੍ਹਾ ਰਹੇ ਹੁੰਦੇ ਆ, ਦੇਖੋ ਮਾਸਟਰ ਦੇ ਮੂਹਰੇ ਬੱਚੇ ਨਹੀਂ ਬੋਲਦੇ, ਮਾਸਟਰ ਹੈਡ ਮਾਸਟਰ ਮੂਹਰੇ ਨਹੀਂ ਬੋਲਦਾ, ਹੈਡ ਮਾਸਟਰ ਗਾਂ ਬੀਓ ਨੂੰ ਸਾਹਮਣੇ ਨਹੀਂ ਬੋਲਦਾ, ਬੀਓ ਗਾਂ ਅੱਗੇ ਉਹਨਾਂ ਦਾ। ਤੁਸੀਂ ਮੈਂ ਤੁਹਾਡੀ ਗੱਲ ਸਮਝ ਸਕਦਾ। ਤੁਹਾਡਾ ਇਸ਼ਾਰਾ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ 'ਚ ਬੈਠੇ ਵਿਦਵਾਨ ਲੋਕ ਨੇ, ਜਦੋਂ ਹੋਰ ਕੋਈ ਰਿਸਰਚ ਦਾ ਕੰਮ ਕਰਦੇ ਨੇ ਤੇ ਉਹ ਸਰਕਾਰੀ ਦਿਸ਼ਾ ਨਿਰਦੇਸ਼ਾਂ ਦਾ ਵੀ ਧਿਆਨ ਰੱਖਦੇ ਨੇ, ਆਪਣੀ ਜੌਬ ਦਾ ਵੀ ਧਿਆਨ ਰੱਖਦੇ ਨੇ, ਆਪਣੇ ਪਰਿਵਾਰ ਦਾ, ਮਤਲਬ ਕਈ ਤਰ੍ਹਾਂ ਦੇ ਉਹਨਾਂ ਦੇ ਉੱਤੇ ਡਰ ਮੰਡਲਾ ਰਹੇ ਹੁੰਦੇ। ਤੁਸੀਂ ਇਹ ਗੱਲ ਕਹਿਣਾ ਚਾਹੁੰਦੇ? ਸੱਚ ਬਾਹਰ ਕਿੱਦਾਂ ਆਇਆ? ਫਿਰ ਸੱਚ ਬਾਹਰ ਨਹੀਂ ਆਉਂਦਾ। ਸੋ ਇਸ ਕਰਕੇ ਬੰਦਾ ਸਿੰਘ ਬਹਾਦਰ ਬਾਰੇ ਜਿਨ੍ਹਾਂ ਨੇ ਵੀ ਖੋਜ ਕੀਤੀ, ਉਹ ਪ੍ਰੋਫੈਸਰ ਗੰਡਾ ਸਿੰਘ ਵਰਗੇ ਜਿਹੜੇ ਸੀਗੇ, ਜਾ ਕੇ ਪਰਸ਼ੀਅਨ ਸੋਰਸਿਸ ਦੇ ਵਿੱਚੋਂ ਹਿਸਟਰੀ ਲੈ ਕੇ ਆਉਂਦੇ ਆ। ਇੱਕ ਕਿਤਾਬ ਮੈਂ ਹੋਰ ਪੜ੍ਹੀ ਸੀ ਜੀ, ਸਿੱਖ ਹਿਸਟਰੀ ਫਰੋਮ ਪਰਸ਼ੀਅਨ ਸੋਰਸ, ਮੇਰੇ ਖਿਆਲ GB ਸਿੰਘ ਦੀ ਹੈ। ਅੱਛਾ ਜੀ। ਉਹ ਵੀ ਸ਼ਲਾਘਾਯੋਗ ਹੈ। ਪੜ੍ਹਨ ਵਾਲੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਈਰਾਨ ਦੀ ਲਾਇਬ੍ਰੇਰੀਆਂ ਦੇ ਵਿੱਚ, ਜਾਂ ਈਰਾਨ ਦੀ ਕੋਈ, ਮੈਨੂੰ ਨਹੀਂ ਪਤਾ ਜੀ ਵੀ ਉਹ ਕਿਹੜੀ ਲਾਇਬ੍ਰੇਰੀ ਹੈ, ਕਿੱਥੇ ਪਏ ਆ ਸਾਰੇ ਕਿਤਾਬ 'ਚ। ਕਹਿੰਦੇ ਆ ਵੀ ਔਰੰਗਜ਼ੇਬ ਵੇਲੇ ਦੇ ਜਿਹੜੇ ਅਖਬਾਰ ਸੀ ਉਹ ਜੈਪੁਰ ਦੀ ਲਾਇਬ੍ਰੇਰੀ 'ਚ ਵੀ ਪਏ ਆ। ਜ਼ਿਆਦਾ ਸਰੋਤ ਜੂਨਵਾਲਾ ਜੀ, ਲੋਕੀ ਕਹਿੰਦੇ ਆ ਕਿ ਜਿਹੜੀ ਬ੍ਰਿਟਿਸ਼ ਲਾਇਬ੍ਰੇਰੀ ਹੈ ਨਾ, ਕਿਉਂਕਿ ਅੰਗਰੇਜ਼ਾਂ ਨੇ ਉਸ ਸਮੇਂ ਜਿੰਨਾ ਕੁਝ ਖਜ਼ਾਨੇ ਲੁੱਟੇ ਨਾ, ਬਾਕੀ ਜੋ ਸੋਨਾ ਪੈਸਾ ਧਨ, ਉਹਦੇ ਨਾਲ ਦੀ ਨਾਲ ਜਿਹੜੀਆਂ ਸੱਭਿਅਤਾਵਾਂ ਨੂੰ ਆਪਣੇ ਕਾਬੂ 'ਚ ਰੱਖਣ ਲਈ ਉਹਨਾਂ ਦਾ ਲਿਟਰੇਚਰ, ਉਹਨਾਂ ਦੀ ਬੈਕਗਰਾਊਂਡ ਜਿਹੜੀਆਂ ਚੀਜ਼ਾਂ, ਉਹ ਅੱਜ ਵੀ ਬ੍ਰਿਟਿਸ਼ ਲਾਇਬ੍ਰੇਰੀ 'ਚ ਜ਼ਿਆਦਾ ਰੈਫਰੈਂਸ ਮਿਲਦੇ ਨੇ। ਵੈਸੇ ਅਜੇ ਦਿੱਲੀ 'ਚ ਵੀ ਕੁਝ ਲਾਇਬ੍ਰੇਰੀ ਐਸੀਆਂ ਪੁਰਾਤਨ ਹਨ ਜਿੱਥੇ ਜਿਹੜੇ ਮੁਗਲ ਕਾਲ ਦੇ ਵੇਲੇ ਦੇ, ਜਿਸ ਤਰ੍ਹਾਂ ਮੈਂ ਪਹਿਲਾਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ, ਰੋਜ਼ਨਾਮਚੇ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਨੇ। ਹਰਕਾਰੇ ਜਿਹੜੇ ਲੈ ਕੇ ਜਾਂਦੇ ਸੀ, ਜਿਹੜੀਆਂ ਚਿੱਠੀਆਂ ਲੈ ਕੇ ਜਾਂਦੇ ਸੀ, ਉਹਨਾਂ ਦੇ ਕੁਝ ਅਤਾਰੇ ਤੇ ਕੁਝ ਓਰੀਜਨਲ ਪਈਆਂ ਨੇ, ਜਿੱਥੇ ਤੱਕ ਪਹੁੰਚ ਕੀਤੀ ਹੈ ਕੁਝ ਰਿਸਰਚਰ ਨੇ। ਔਰ ਦੂਜੀ ਸਾਡੀ ਵੱਡੀ ਪ੍ਰੋਬਲਮ ਇਹ ਆ ਕਿ ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ ਨਾ ਕਿ ਪਰਸ਼ੀਅਨ ਤੋਂ ਸਰੋਤ ਤੋਂ ਬਹੁਤ ਕੁਝ ਮਿਲ ਸਕਦਾ ਸਾਨੂੰ, ਕਿਉਂਕਿ ਉਸ ਸਮੇਂ ਦੀ ਭਾਸ਼ਾ ਪਰਸ਼ੀਅਨ ਸੀ। ਜ਼ਰੂਰੀ ਨਹੀਂ ਕਿ ਈਰਾਨ ਦੀ ਭਾਸ਼ਾ ਪਰਸ਼ੀਅਨ ਹੈ ਤੇ ਉੱਥੇ ਚਲਾ ਗਿਆ ਸਾਰਾ ਕੁਝ। ਬੇਸਿਕ ਗੱਲ ਹੈ ਕਿ ਸਾਡੇ 'ਚ ਪਰਸ਼ੀਅਨ ਨੂੰ ਜਾਣਨ ਵਾਲੇ ਵਿਦਵਾਨ ਬਹੁਤ ਘੱਟ ਆ।
ਹੈ ਹੀ ਨਹੀਂ। ਸਾਡੀ ਪਹੁੰਚ ਨਹੀਂ ਆ ਉੱਥੇ। ਗੰਡਾ ਸਿੰਘ ਦੀ ਜੀਵਨੀ ਮੈਂ ਪੜ੍ਹ ਰਿਹਾ ਸੀ ਜੀ, ਇਹ 2 ਸਾਲ ਪਹਿਲਾਂ ਫੌਜ ਨੂੰ ਛੱਡ ਕੇ 2 ਸਾਲ ਪਹਿਲਾਂ ਉੱਥੇ ਰਹੇ। ਹਾਂਜੀ। ਇਹਨਾਂ ਨੇ ਪਰਸ਼ੀਅਨ ਆਪ ਸਿੱਖੀ, ਸਿੱਖ ਕੇ ਫੇਰ ਗਾਂ ਅੱਗੇ ਆਪਣਾ ਰਿਸਰਚ ਕਰਨੀ ਸ਼ੁਰੂ ਕੀਤੀ ਹੈ ਜੀ। ਤੇ ਸਵਾਦ ਤਾਂ ਆਉਂਦਾ ਹੈ ਕਿ ਜੇ ਤੁਸੀਂ ਆਪ ਉਹ ਲੈਂਗੁਏਜ ਜਾਣਦੇ ਆ, ਕਿਉਂਕਿ ਬੰਦਾ ਸਿੰਘ ਬਹਾਦਰ ਨੂੰ ਮੈਂ ਸਮਝਦਾ ਵੀ ਜਿਹੜਾ ਬੰਦਾ ਸਿੰਘ ਬਹਾਦਰ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਨਾਲ ਪਹਿਲਾਂ ਤੋਂ ਹੈ। ਜਿਹੜੀ ਟੁਕੜੀ ਆਪਣੇ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਗੁਰੂ ਸਾਹਿਬ ਬਹਾਦਰ ਸ਼ਾਹ ਦੇ ਮਦਦ ਵਾਸਤੇ ਭੇਜਦੇ ਆ, ਇਹ ਉਹਨਾਂ ਦਾ ਕਮਾਂਡਰ ਹੋਏਗਾ। ਵੈਸੇ ਉਹ ਕਿਹਾ ਧਰਮ ਸਿੰਘ ਨੂੰ ਜਾਂਦਾ ਹੈ ਵੀ ਧਰਮ ਸਿੰਘ ਦੀ ਕਮਾਨ ਹੇਠ 500 ਸਿੰਘ ਭੇਜੇ ਸੀਗੇ, ਜਿੱਦਾਂ ਅਸੀਂ ਇਤਿਹਾਸ ਪੜ੍ਹਦੇ ਹਾਂ। ਮੈਨੂੰ ਇਹਦੇ ਬਾਰੇ ਧਰਮ ਸਿੰਘ ਵੀ ਹੋ ਸਕਦੇ ਆ, ਇਹ ਵੀ ਨਾਲ ਹੋ ਸਕਦੇ ਆ, ਦਇਆ ਸਿੰਘ ਵੀ ਹੋ ਸਕਦੇ ਆ, ਅਖੀਰ ਤੱਕ ਦਇਆ ਸਿੰਘ ਹੈਗੇ ਆ। ਇਹ ਤੇ ਹੁਣ ਕੁਝ ਵਿਦਵਾਨਾਂ ਨੇ ਵੈਸੇ ਜੂਨਾਲਾ ਜੀ ਖੋਜ ਕੀਤੀ ਆ ਕਿ ਬੰਦਾ ਬਹਾਦਰ ਅਚਾਨਕ ਨੰਦੇੜ ਨਹੀਂ ਮਿਲੇ, ਗੁਰੂ ਸਾਹਿਬ ਸਪੈਸ਼ਲ ਉਸ ਜਗ੍ਹਾ ਤੇ ਗਏ ਕਿਉਂਕਿ ਉਹਨਾਂ ਦਾ ਪੁਰਾਣਾ ਰਾਬਤਾ ਉਹਨਾਂ ਨਾਲ ਸੀ। ਤੇ ਜਿਹੜਾ ਸਵਾਲ ਜਵਾਬ ਵੀ ਕੀਤੇ, ਇਵਨ ਗੰਡਾ ਸਿੰਘ ਨੇ ਵੀ ਜਿਹੜਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਜਦੋਂ ਪੁੱਛਿਆ ਵੀ ਕੌਣ ਹੈ ਨਾ, ਤੇ ਮੈਂ ਤੇਰਾ ਬੰਦਾ, ਉਹਦਾ ਮਤਲਬ ਹੀ ਇਹ ਸੀ ਕਿ ਉਹ ਪੁਰਾਣੀ ਜਾਣ ਪਛਾਣ ਉਹਨਾਂ ਦੀ ਸੀ ਗੁਰੂ ਸਾਹਿਬ ਨਾਲ। ਵੀ ਜੀ ਇਹ ਨਾ ਕਈ ਵਾਰਾਂ ਲੋਕੀ ਕਹਾਣੀਆਂ ਕੱਟਣ ਤੋਂ ਡਰਦੇ ਰਹਿੰਦੇ ਆ। ਹਾਂਜੀ। ਜੇ ਉਹ ਫੌਜਾਂ ਦਾ ਕਮਾਂਡਰ ਬਣ ਕੇ ਗਿਆ ਤਾਂ ਬੰਦਾ ਸਿੰਘ ਬਹਾਦਰ ਨਾਲ ਗਿਆ, ਗੁਰੂ ਸਾਹਿਬ ਨੂੰ ਕਹਾਣੀਆਂ ਕੱਢ ਲੈਂਦੇ ਆ। ਫਲਾਣੇ ਦਾ ਇੱਕ ਫਕੀਰ ਮਿਲਿਆ, ਉਹਨੇ ਕਿਹਾ ਜੀ ਤੂੰ ਫਲਾਣੇ ਥਾਂ ਨਾ ਜਾਈਂ, ਉਹ ਆਪਣੀਆਂ ਕਰਾਮਾਤਾਂ ਨਾਲ ਤੁਹਾਡਾ ਮੰਜਾ ਉਲਟਾ ਦੇਣਗੇ। ਇਹ ਗੱਲਾਂ ਹੀ ਨਹੀਂ ਹੈ। ਗੁਰਬਾਣੀ ਕਰਾਮਾਤ ਨੂੰ ਮੰਨਦੀ ਨਹੀਂ ਹੈ। ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਥੀ ਨਾ ਹੀ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਹੀ ਲਿਖ ਦਿੱਤਾ, ਕੋਈ ਮੁਗਲ ਨਾ ਹੁਆ ਨਾ ਕਿ ਨਾ ਪਰਚਾ ਪਾਇਆ। ਗੁਰੂ ਨਾਨਕ ਸਾਹਿਬ ਬਾਬਰ ਬਾਣੀ ਦੇ ਵਿੱਚ ਵੀ ਕੱਟਦੇ ਇਹਨਾਂ ਗੱਲਾਂ ਨੂੰ। ਹਾਂਜੀ। ਸੋ ਜਰਾ ਮਰਾ ਤਾਪ ਸਿਰ ਸਾਪ ਸਭ ਹਰ ਕੈ ਵਾਸੈ, ਕੋਈ ਲਾਗ ਨਾ ਸਕਾ ਬਿਨ ਹਰ ਕੈ ਲਾਇਆ। ਇਹ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਹੀ ਹੋਣਾ ਜੋ ਕੁਝ ਹੋਣਾ ਹੈ। ਕੋਈ ਤੁਹਾਨੂੰ ਟੂਣੇ ਟਾਮਣ ਨਹੀਂ ਕਰ ਸਕਦਾ। ਚੱਲ ਇਹਦੇ ਤੇ ਆਪਾਂ ਕਿਤੇ ਚਲੋ ਫੇਰ ਫਿਰ ਕਰਾਂਗੇ। ਤੁਹਾਡਾ ਇੱਕ ਪੁਆਇੰਟ ਅੱਜ ਦੀ ਡਿਬੇਟ 'ਚ ਆਪਣੀ ਗੱਲਬਾਤ 'ਚ ਇਹ ਆਇਆ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਖਾਸ ਇਹ ਮੈਂ ਇਹਨੂੰ ਵਿਸ਼ੇਸ਼ ਤੌਰ ਤੇ ਇਸ ਪੁਆਇੰਟ ਨੂੰ ਹਾਈਲਾਈਟ ਕਰਨਾ ਚਾਹੂੰਗਾ ਕਿ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਗੁਰੂ ਸਾਹਿਬ ਨੂੰ ਉੱਥੇ ਉਹਨਾਂ ਦੇ ਕਾੜੇ 'ਚ ਗਏ, ਅਚਾਨਕ ਮਿਲੇ ਜੇ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬੰਦਾ ਬਹਾਦਰ ਦੀ ਗੁਰੂ ਸਾਹਿਬ ਨਾਲ ਪੁਰਾਤਨ ਸਾਂਝ ਸੀਗੀ, ਗੁਰੂ ਸਾਹਿਬ ਨੂੰ ਉਹ ਸਮਝਦਾ ਸੀ, ਗੁਰੂ ਸਾਹਿਬ ਉਹਦੇ ਬਾਰੇ ਜਾਣਦੇ ਸੀਗੇ। ਹੋ ਸਕਦਾ ਕਿ ਉਹ ਕਿਸੇ ਕਾਰਨ ਅਲੱਗ ਹੋ ਗਏ ਹੋਣ ਜਾਂ ਦੂਰ ਕਿਤੇ ਰਹਿੰਦੇ ਹੋਣ ਤੇ ਉੱਥੇ ਫਿਰ ਪਹੁੰਚੇ ਹੋਣ, ਕੁਝ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਦੇਖੋ ਜੀ, ਉਹ ਗੁਰੂ ਸਾਹਿਬ ਸਾਊਥ ਨੂੰ ਜਾ ਰਹੇ ਆ, ਉਹਦੇ ਨਾਲ ਆਪਣੇ ਦੇ ਬਹਾਦਰ ਸ਼ਾਹ ਦੇ, ਹਾਂਜੀ ਬਹਾਦਰ ਸ਼ਾਹ ਨਾਲ ਗਿਆ ਜੀ, ਬਹਾਦਰ ਸ਼ਾਹ ਨਾਲ ਜਾ ਰਹੇ ਆ ਵੀ ਰਸਤੇ 'ਚ ਆਪਣੀ ਸੁਲ੍ਹਾ ਸਫਾਈ ਦੀ ਗੱਲਬਾਤ ਚੱਲਦੀ ਪਈ ਹੈ। ਜਦੋਂ ਉਹਨਾਂ ਨੇ ਵੇਖਿਆ ਵੀ ਇਹ ਲਾਈਨ ਤੇ ਨਹੀਂ ਆਉਂਦਾ, ਦੇਖੋ ਗੁਰੂ ਸਾਹਿਬ ਦੇ ਆਪਣਾ ਜਿਹੜਾ ਛੁਰਾ ਮਾਰਨ ਵਾਲੇ 2 ਪਠਾਨ ਹੈ। ਹਾਂਜੀ। ਇੱਕ ਦੇ ਬਾਰੇ ਤਾਂ ਕਹਿੰਦੇ ਆ ਵੀ ਇਹ ਵਜ਼ੀਰ ਖਾਨ ਨੇ ਭੇਜਿਆ, ਦੂਜੇ ਪਾਸੇ ਉਹਨੇ ਵੀ ਭੇਜਿਆ, ਤੇ ਨਾਲ ਇਹ ਨਹੀਂ ਉਹਨਾਂ ਨੇ ਬਹਾਦਰ ਸ਼ਾਹ ਨੇ ਉਹਨਾਂ ਦੇ ਪਰਿਵਾਰਾਂ ਨੂੰ ਬਾਅਦ 'ਚ ਸਨਮਾਨ ਦਿੱਤਾ। ਉਹ ਜਿਹੜੀ ਉਹ ਪੁਰਾਣੀ ਸੀਗੀ, ਇਹ ਪੜ੍ਹਿਆ ਕਿਤੇ ਕਿ ਇੱਕ ਪਾਸੇ ਤੇ ਕਹਿੰਦੇ ਆ ਕਿ ਵਜ਼ੀਰ ਖਾਨ ਨੇ ਉਹ 2 ਭੇਜੇ ਸੀਗੇ, ਜਿਹੜੇ ਪਠਾਨ ਭੇਜੇ ਸੀਗੇ, ਤੇ ਉਹਨਾਂ ਨੂੰ ਇੱਕ ਨੂੰ ਤੇ ਗੁਰੂ ਸਾਹਿਬ ਨੇ ਉੱਥੇ ਹੀ ਸੋਧਦਾ, ਦੂਜੇ ਨੂੰ ਸਿੱਖਾ ਮਾਰਤਾ, ਤੇ ਉਸ ਤੋਂ ਬਾਅਦ ਕਹਿੰਦੇ ਬਹਾਦਰ ਸ਼ਾਹ ਨੇ ਵੀ ਉਹਨਾਂ ਦੇ ਪਰਿਵਾਰ ਦੀ ਹੈਲਪ ਕੀਤੀ ਬਾਅਦ 'ਚ। ਕਿਹਨਾਂ ਦੇ? ਮੁਗਲਾਂ ਜਿਹੜੇ ਮਾਰਨ ਆਏ ਸੀ ਜੀ। ਗੱਲ ਅਸਲ 'ਚ ਆਈ ਠੀਕ ਹੈ ਜਿਹੜੀ ਤੁਹਾਡੀ ਹੈ। ਹਾਂਜੀ। ਕਿਉਂਕਿ ਤੁਸੀਂ ਦੇਖੋ ਵੀ ਉਹਨੂੰ ਵੀ ਪਤਾ ਵੀ ਮੈਂ ਜਿਹੜੇ ਵਾਅਦੇ ਕਰ ਰਿਹਾ ਗੁਰੂ ਗੋਬਿੰਦ ਸਿੰਘ ਨਾਲ ਪੂਰੇ ਨਹੀਂ ਹੋ ਸਕਦੇ। ਵਜ਼ੀਰ ਖਾਨ ਨੂੰ ਮੈਂ ਆਪਣਾ ਜਿਹੜਾ ਸੂਬੇਦਾਰ ਸਰਹੰਦ ਦਾ ਅਪੁਆਇੰਟ ਕੀਤਾ ਹੋਇਆ, ਉਹਨੂੰ ਮੈਂ ਸਜ਼ਾ ਕਿੱਦਾਂ ਦਿਆਂਗਾ? ਸਰਕਾਰਾਂ ਕਦੇ ਵੀ ਆਪਣੇ ਬੰਦੇ ਨੂੰ ਸਜ਼ਾ ਨਹੀਂ ਦਿੰਦੀਆਂ। ਬਿਲਕੁਲ 3 ਸਾਲ ਦਾ ਪੀਰੀਅਡ ਵੇਟ ਕੀਤੀ ਗੁਰੂ ਸਾਹਿਬ ਨੇ ਲਗਾਤਾਰ, ਚੱਲਦੇ ਰਹੇ। ਉਧਰ ਨੂੰ ਜਾ ਹੀ ਰਹੇ ਆ, ਅਚਾਨਕ ਨੰਦੇੜ ਦੇ ਥਾਂ ਤੇ ਨਹੀਂ ਪਹੁੰਚੇ ਵੀ ਉੱਥੇ ਬੰਦਾ ਸਿੰਘ ਬਹਾਦਰ ਮਿਲ ਗਿਆ। ਫਿਰ ਇੱਕ ਗੰਡਾ ਸਿੰਘ ਦੀ ਕਿਤਾਬ 'ਚ ਵੀ ਹੈ, ਇੱਥੇ ਵੀ ਹੈ, ਬੰਦਾ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ। ਹੁਣ ਇਸ ਪੁਆਇੰਟ ਨੂੰ ਤੁਸੀਂ ਹਾਈਲਾਈਟ ਕਰੋ ਵੀ ਉਹ ਪਹਿਲਾਂ ਮਿਲਿਆ ਹੋਇਆ, ਪਛਾਣਦਾ ਹੈ, ਜਾਣ ਕੇ ਉਹਨੂੰ ਅੱਡ ਕੀਤਾ ਗਿਆ, ਕਰਾਮਾਤਾਂ ਵਿਖਾਉਣੀਆਂ ਬੰਦੇ ਕੋਲੇ ਕਰਾਮਾਤਾਂ, ਫਿਰ ਉਹ ਸਟੋਰੀਆਂ ਸਾਰੀਆਂ ਵਿੱਚ ਪਾਉਣੀਆਂ ਵੀ ਇਹ ਮੁਗਲਾਂ ਨੂੰ ਇਹ ਡਰ ਸੀ ਕਿਤੇ ਬਿੱਲੀ ਬਣ ਕੇ ਨਾ ਨਿਕਲ ਜਾਓ, ਜੇ ਬਿੱਲੀ ਵੀ ਜਾਂਦੀ ਸੀ ਉਹਨੂੰ ਵੀ ਮਾਰ ਲੈਂਦੇ ਸੀ। ਇਹ ਕਹਾਣੀਆਂ ਰੌਚਕ ਬਣਾਉਣ ਵਾਸਤੇ ਹਿਸਟਰੀ ਨੂੰ ਘੜੀਆਂ ਗਈਆਂ। ਵਾਲਾ ਜੀ ਬਰਾਬਰ ਦੇ ਉੱਤੇ ਜੇ ਵੇਖੋ ਕਿਸੇ ਚੀਜ਼ ਨੂੰ ਆਪਾਂ ਜਦੋਂ ਰੱਦ ਕਰਦੇ ਹਾਂ, ਜੋ ਸਾਡੇ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਆ, ਭਾਵੇਂ ਉਹ 'ਚ ਕੋਈ ਰਲਾ ਗੋਬਲਾ ਬਹੁਤ ਹੋਏਗਾ, ਮੰਨਦੇ ਇਸ ਗੱਲ ਨੂੰ, ਤੇ ਉਹਦੇ ਬਦਲ ਵਜੋਂ ਮਤਲਬ ਕਿਸੇ ਇੱਕ ਵੀ, ਜਿੱਦਾਂ ਗੰਡਾ ਸਿੰਘ ਦੀ ਕਿਤਾਬ ਦਾ ਆਪਾਂ ਜ਼ਿਕਰ ਕਰ ਰਹੇ, ਉਹਨਾਂ ਕਾਫੀ ਕੁਝ ਠੀਕ ਉਹ 'ਚੋਂ ਆਪਾਂ ਨੂੰ ਰੈਫਰੈਂਸ ਮਿਲਦੇ ਨੇ, ਕਿਉਂਕਿ ਉਹਨਾਂ ਨੇ ਤੁਸੀਂ ਕਿਹਾ ਪਰਸ਼ੀਅਨ ਸਰੋਤ ਪਹੁੰਚੇ ਉਹਨਾਂ ਤੱਕ, ਜਾਂ ਉਹਨਾਂ ਨੇ ਉੱਥੇ ਜਾ ਕੇ ਖੋਜ ਕੀਤੀ। ਪਰ ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਕਿ ਗੁਰੂ ਸਾਹਿਬ ਦੀ ਫੌਜ 'ਚੋਂ ਰਹੇ ਹੋਣਗੇ, ਉਹਨਾਂ ਦੇ ਕਮਾਂਡਰ ਰਹੇ ਹੋਣਗੇ, ਜਾਂ ਉਹਨਾਂ ਦੇ ਨਾਲ ਬਹੁਤ ਨੇੜ ਰਿਹਾ ਹੋਏਗਾ, ਜਾਂ ਲੰਬਾ ਸਮਾਂ ਸਾਥ ਰਿਹਾ ਹੋਏਗਾ, ਇਹਦੇ ਕੋਈ ਹਵਾਲੇ ਕਿਸੇ ਵੀ ਇਤਿਹਾਸਕਾਰ ਨੇ ਮੇਰੇ ਖਿਆਲ ਸਾਡੇ ਸਾਹਮਣੇ ਨਹੀਂ ਲਿਆਂਦੇ ਜੀ। ਮੈਂ ਦੇਖੋ ਤੁਸੀਂ ਗੱਡੀ ਚਲਾਉਣ ਸਿੱਖਦੇ ਆ,
ਆਪਾਂ ਹਥਿਆਰ ਚਲਾਉਣ ਦੀ ਤਾਂ ਗੱਲ ਹੀ ਵੱਖਰੀ ਹੈ। ਮੈਂ ਬਾਅਦ 'ਚ ਇੱਕ ਤੁਹਾਨੂੰ ਆਪਣਾ ਮੇਰੇ ਨਾਲ ਵਾਪਰੀ ਹੋਈ ਗੱਲ ਦੱਸਾਂਗਾ। ਗੱਡੀ ਚਲਾਉਣ ਸਿੱਖਦੇ ਆ, ਲਾਇਸੈਂਸ ਲੈ ਆਉਂਦੇ ਆ, ਪਾਰਕਿੰਗ ਸਾਡੇ ਕੋਲੋਂ ਹਜੇ ਫੇਰ ਨਹੀਂ ਹੁੰਦੀ ਪ੍ਰੋਪਰ। ਹਾਂਜੀ। ਗੱਡੀ ਚਲਾਉਣੀ, ਮੈਂ ਟਰੱਕ ਚਲਾਉਣਾ, 6-8 ਮਹੀਨਿਆਂ ਬਾਅਦ ਤੁਸੀਂ ਅੱਖਾਂ ਮੀਚ ਕੇ ਬੈਕ ਕਰਕੇ ਲਾ ਸਕਦੇ। ਪਹਿਲੇ ਦਿਨ ਨਹੀਂ ਲੱਗ ਸਕਦਾ। ਮੈਂ ਡਰਾਈਵਿੰਗ ਲਾਇਸੈਂਸ ਲਿਆਂਦਾ ਅਤੇ ਮੈਨੂੰ ਰਾਤ ਨੂੰ ਇੱਥੋਂ ਸ਼ਾਮ ਨੂੰ ਪਹਿਲਾ ਗੇੜਾ ਮੇਰਾ ਸ਼ਾਮ ਨੂੰ 7 ਵਜੇ ਭੇਜਤਾ ਅਤੇ ਮੈਂ ਰਾਤ ਦੇ 2-3 ਵਜੇ ਪਹੁੰਚਿਆ ਉੱਥੇ ਸਿੰਸਿਨੈਟੀ। ਇਹਨਾਂ ਨੇ ਦੱਸਤਾ ਵੀ ਫਲਾਣੇ ਥਾਂ ਰੈਸਟ ਏਰੀਆ, ਉੱਥੇ ਜਾ ਕੇ ਸੌਂ ਜਾਓ, ਸਵੇਰੇ 8 ਵਜੇ ਲਾਉਣਾ ਕਰ। ਜਦੋਂ ਮੈਂ ਬੈਕ ਕਰਕੇ ਲਾਉਣਾ ਅਤੇ ਪਹਿਲੇ ਦਿਨ ਪਹਿਲਾਂ ਹੀ ਮੇਰਾ ਗੇੜਾ ਅਤੇ ਪੁੱਠੇ ਹੱਥ ਤੋਂ ਲਾਉਣ ਵਾਸਤੇ ਕਹਿਤਾ। ਮੈਂ ਅੱਧਾ ਪੌਣਾ ਘੰਟਾ ਉੱਥੇ ਜੂਝਦਾ ਰਿਹਾ, ਉੱਤਰ ਕੇ ਕਦੇ ਵੇਖਾਂ ਵੀ ਇੱਧਰ ਨਾ ਵੱਜੇ, ਇੱਧਰ ਨਾ ਵੱਜੇ। ਹਾਂਜੀ ਹਾਂਜੀ। ਹਥਿਆਰ ਚਲਾਉਣ ਦੀ ਗੱਲ ਮੈਂ ਉਹ ਵੀ ਦੱਸ ਦੇਣਾ, ਮੈਂ ਕਦੇ ਲੜਾਈ ਨਹੀਂ ਕੀਤੀ ਸੀ। ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਨੂੰ ਪਾਣੀ ਆਉਂਦਾ ਕਿਸੇ ਹੋਰ ਪਿੰਡ ਦੇ ਵਿੱਚੋਂ, ਅਸੀਂ ਹੱਦਬੰਦੀ ਕਰਾਉਣ ਲੱਗੇ। ਮੈਂ ਨੌਜਵਾਨ ਸਭਾ ਦਾ ਸੈਕਟਰੀ ਸੀ, ਮੇਰੀ ਜ਼ਿੰਮੇਵਾਰੀ ਲੱਗ ਗਈ। ਅਸੀਂ ਉੱਥੋਂ ਮੱਠੀਆਂ ਢਾਉਂਦੇ ਨਿਸ਼ਾਨੀਆਂ ਪਟਵਾਰੀਆਂ ਨੂੰ ਲੈ ਕੇ 2 ਪਿੰਡਾਂ ਨੂੰ ਕਰਦੇ ਖੀਤੇ ਆਏ, ਅਤੇ ਜਿਹੜੇ ਸਾਡੇ ਗੁਆਂਢ ਸੀ ਉਹਨਾਂ ਨਾਲ ਆ ਕੇ ਸਾਡਾ ਪੇਚਾ ਪੈ ਗਿਆ। ਉਹਨਾਂ ਦਾ ਮੁੰਡਾ ਤਕੜਾ ਸੀ, ਮੇਰਾ ਬਾਪੂ ਵੀ ਤਕੜਾ ਸੀ। ਉਹ ਆਪਸ ਵਿੱਚ ਕੁੱਤੀ ਹੋ ਜਾਂਦੇ ਸੀ, ਅਤੇ ਉਹਦਾ ਬਾਪੂ ਆਇਆ ਗੰਡਾਸਾ ਲੈ ਕੇ ਮੇਰੇ ਬਾਪੂ ਨੂੰ ਮਾਰ। ਮੈਂ ਪਿੱਛੋਂ ਖੜੇ ਨੂੰ ਉਹਦੇ ਸਿਰ 'ਚ ਆਪਣਾ ਕਸੀਆ ਮਾਰਤਾ, ਵੱਜਿਆ ਉਹਦੇ, ਉਹ ਡਿੱਗ ਪਿਆ, ਲੜਾਈ ਹਟ ਗਈ। ਫੜ ਕੇ ਲੈ ਗਏ ਸਾਨੂੰ। ਥਾਣੇਦਾਰ ਕਹਿੰਦਾ ਉਹ ਭਲਿਆ ਲੋਕਾਂ, ਤੇਰੀ ਹਜੇ ਸਾਰੀ ਜ਼ਿੰਦਗੀ ਬਾਕੀ ਪਈ, ਕਿਸੇ ਦੇ ਸਿਰ 'ਚ ਥੋੜ੍ਹੀ ਮਾਰਨਾ। ਮੈਂ ਕਿਹਾ ਜੀ ਮੇਰੀ ਕਿਹੜਾ ਪ੍ਰੈਕਟਿਸ ਹੈ, ਮੇਰੇ ਬਾਪੂ ਨੂੰ ਮਾਰਨ ਚੱਲਿਆ ਸੀ, ਮੈਂ ਅਜੇ ਘਰੇ ਆਇਆ ਸੀ, ਮੈਨੂੰ ਪਤਾ ਲੱਗਾ ਲੜਦੇ ਆ, ਅਤੇ ਮੈਂ ਚੁੱਕ ਕੇ ਇਹਦੇ ਕਸੀਆ ਮਾਰਤਾ। ਉਹਨਾਂ ਨੇ ਸਾਡੀ 16 ਸਫਾਈ ਕਰਾਈ। ਸੋ ਇਹ ਲੜਾਈ ਵੀ ਜਿਹੜੀ ਹੈ ਇਹ 1 6 2 8 ਮਹੀਨਿਆਂ ਦੀ ਗੱਲ ਨਹੀਂ ਹੈ ਕਿ ਬੰਦਾ ਸ਼ਸਤਰ ਚਲਾਉਣ ਸਿੱਖ ਜਾਊਗਾ। ਜਿਹੜੇ ਹੁਣ ਜਿਵੇਂ ਮੈਂ ਬੰਦਾ ਸਿੰਘ ਬਹਾਦਰ ਬਾਰੇ ਤੁਹਾਨੂੰ ਇੱਕ ਵੀਡੀਓ ਭੇਜੀ ਸੀ ਗਗਨਦੀਪ ਸਿੰਘ ਦੀ, ਜੀ ਮੈਂ ਬੜੇ ਧਿਆਨ ਨਾਲ ਸੁਣੀ, ਆਪਣਾ ਟੀਵੀ ਤੇ ਵੀ ਚਲਾਈ ਹੈ ਜੀ। ਉਹਦੀ ਪੁਸ਼ਟੀ ਬੰਦਾ ਸਿੰਘ ਬਹਾਦਰ ਦੀਆਂ 52 ਚੋਟੀਆਂ ਦਾ ਆਪਸ ਵਿੱਚ ਦੀ ਮੇਲ ਗੰਡਾ ਸਿੰਘ ਹਿਸਟੋਰੀਅਨ ਦੀ ਇਸ ਕਿਤਾਬ ਦੇ 144 ਨੰਬਰ ਪੰਨੇ ਤੇ ਕੀਤਾ ਹੋਇਆ। ਅੱਛਾ ਜੀ। ਹੁਣ ਇੰਨੀਆਂ ਗੱਲਾਂ ਆਉਣੀਆਂ ਕਿ ਅਸੀਂ ਜੇ ਲੋੜ ਪਵੇ ਕਿ ਇੱਕ ਚੋਟੀ ਦਾ ਦੂਜੀ ਚੋਟੀ ਦੇ ਨਾਲ ਮੇਲ ਹੋਵੇ, ਅੰਡਰਗਰਾਊਂਡ ਸੁਰੰਗਾਂ ਪੱਟ ਲੈਣੀਆਂ, ਇਹ ਕੋਈ ਸਾਧੂ ਬਰਾਗੀ ਇੱਕ ਦਿਨ 'ਚ ਨਹੀਂ ਸਿੱਖ ਸਕਦਾ ਹੁੰਦਾ ਜੀ। ਇਹ ਕਿਹਨਾਂ ਗੱਲਾਂ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ, ਮਤਲਬ ਅਸੀਂ ਨਹੀਂ, ਮੈਂ ਅੰਦਾਜ਼ਾ ਲਾਉਣਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਉਹਦਾ ਮੁੱਢਲਾ ਜੀਵਨ ਵੀ ਉਹ ਹਿਰਨੀ ਮਾਰ ਕੇ ਅਤੇ ਉਹਦਾ ਦਿਲ ਉਦਾਸ ਹੋ ਗਿਆ, ਸਾਧੂ ਬਣ ਗਿਆ, ਇਹ ਸਾਰੀਆਂ ਗੱਲਾਂ ਬਾਅਦ 'ਚ ਘੜੀਆਂ ਗਈਆਂ। ਗੁਰੂ ਸਾਹਿਬ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਉਹ ਪਹਿਲਾਂ ਤੋਂ ਹੀ ਹੈਗਾ, ਨਹੀਂ ਤਾਂ ਅਨਨੋਨ ਕਿਸੇ ਬੰਦੇ ਦੀ ਅਗਵਾਈ ਕੋਈ ਬਾਬਾ ਵਿਨੋਦ ਸਿੰਘ ਹੋਣੀ, ਬਾਜ ਸਿੰਘ ਹੋਣੀ। ਪਰ ਆਹ ਗੱਲ ਤੁਸੀਂ ਦੂਜੀ ਵਾਰ ਦੁਹਰਾਤੀ ਬਾਬੇ ਵਿਨੋਦ ਸਿੰਘ ਹੋਰਾਂ ਦੀ ਗੱਲ। ਜੇ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਜਿਹੜੀਆਂ ਬੁੱਕਸ ਸਾਡੇ ਕੋਲ ਅਵੇਲੇਬਲ ਨੇ ਬਾਬਾ ਬੰਦਾ ਬਹਾਦਰ ਦੇ ਨਾਲ ਦੀਆਂ, ਤੇ ਉਹ 'ਚ ਤੇ ਇਹ ਗੱਲ ਸਾਬਤ ਹੁੰਦੀ ਆ ਕਿ ਵਿਨੋਦ ਸਿੰਘ ਹੋਰਾਂ ਨੇ ਦਿਲੋਂ ਕਦੀ ਵੀ ਸਵੀਕਾਰ ਨਹੀਂ ਕੀਤਾ ਕਿ ਸਾਡਾ ਆਗੂ ਆ। ਉਹ ਅਖੀਰਲੇ ਵੇਲੇ ਆ ਕੇ ਗੁਰਦਾਸ ਮੈਂ ਉਹ ਸਾਰਾ ਧਿਆਨ ਨਾਲ ਪੜਿਆ ਜੀ। ਉਹਨਾਂ ਦੇ ਬੇਟਾ ਜਿਹੜੇ ਸੀਗੇ ਆਪਣਾ ਮੀਰੀ ਸਿੰਘ, ਉਹਨਾਂ ਦਾ ਪੋਤਰਾ, ਉਹ ਸਾਰੇ ਵੱਖਰੇ ਗਰੁੱਪ। ਈਵਨ ਇੱਥੋਂ ਤੱਕ ਕਿ ਜਿਹੜੀ ਗੁਰਦਾਸ ਨੰਗਲ ਦੀ ਗੜੀ 'ਚ ਲੜਾਈ ਹੁੰਦੀ ਆ ਮੁਗਲਾਂ ਨਾਲ, ਆਖਰੀ ਯੁੱਧ ਜਿਹੜਾ ਹੁੰਦਾ, ਉਹਦੇ ਵਿੱਚ ਵੀ ਕਿਹਾ ਜਾਂਦਾ ਕਿ ਤਲਵਾਰਾਂ ਸੂਤਰੀਆਂ ਸੀ ਇੱਕ ਦੂਜੇ ਦੇ ਖਿਲਾਫ, ਤੇ ਉਹ ਵਿਨੋਦ ਸਿੰਘ ਨਿਕਲ ਗਏ ਸੀ ਬਾਹਰ। ਇਹਨਾਂ ਕਿਤਾਬਾਂ 'ਚ ਜ਼ਿਕਰ ਹੈਗਾ। ਹਾਂਜੀ, ਲਗਭਗ ਸਾਰੀਆਂ ਕਿਤਾਬਾਂ 'ਚ ਜ਼ਿਕਰ ਹੈਗਾ। ਤੇ ਇਹਦਾ ਮਤਲਬ ਤੇ ਹੋਇਆ ਕਿ ਉਹਨਾਂ ਨੂੰ ਉਹਨਾਂ ਦਾ ਆਗੂ ਹੋਣਾ ਐਕਸੈਪਟ ਨਹੀਂ ਸੀ। ਵੈਸੇ ਬਹੁਤ ਸਾਰੇ ਵਿਦਵਾਨਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਜਿਹੜੇ ਵਿਨੋਦ ਸਿੰਘ ਸੀ, ਬਾਬਾ ਵਿਨੋਦ ਸਿੰਘ, ਬੜੇ ਰਿਸਪੈਕਟਡ ਵੈਸੇ ਉਹ ਵੀ, ਬੜਾ ਉਹਨਾਂ ਦਾ ਵੀ ਕੰਮ ਹੋਏਗਾ। ਤੇ ਉਹ ਕਿਉਂਕਿ ਗੁਰੂ ਅੰਗਦ ਦੇਵ ਦੀ ਕੁਲ 'ਚੋਂ ਸੀ, ਤੇ ਉਹ ਆਪਣੇ ਤ੍ਰੇਣ ਸੀਗੇ ਸ਼ਾਇਦ ਉਹ। ਤੇ ਹਾਂਜੀ, ਉਹ ਦੱਸਿਆ ਜਾਂਦਾ, ਮੈਂ ਪੜ੍ਹਿਆ ਜਿੱਦਾਂ ਪੜ੍ਹਿਆ, ਮੈਨੂੰ ਪਤਾ ਨਹੀਂ ਮੈਂ ਕਿੰਨਾ ਕੁਝ, ਕਿਉਂਕਿ ਮੈਂ ਇਤਿਹਾਸ ਦਾ ਬਹੁਤਾ ਵਿਦਿਆਰਥੀ ਨਹੀਂ ਹਾਂ। ਗੁਰਬਾਣੀ ਦੇ ਮੁਤਾਬਕ ਕੁੱਲ ਕਿਸੇ ਦੀ ਹੁੰਦੀ ਹੀ ਨਹੀਂ ਜੀ। ਹਾਂਜੀ, ਨਹੀਂ ਚਲੋ ਆਪਾਂ ਦੁਨਿਆਵੀ ਜ਼ਿੰਦਗੀ ਦੇ ਵਿੱਚ, ਦੁਨਿਆਵੀ ਜ਼ਿੰਦਗੀ 'ਚ ਆਪਾਂ, ਮੈਂ ਵੀ ਲਿਖ ਲੈਣਾ, ਗਿੱਲ ਤੁਸੀਂ ਲਿਖ ਸਕਦੇ ਹੋ ਜਾਂ ਲਿਖਦੇ ਹਾਂ। ਤੇ ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਮੈਂ ਗੁਰੂ ਕੁਲ 'ਚੋਂ ਬੰਦਾ, ਇਹ ਮਾਨਤਾ ਮੈਨੂੰ ਮਿਲਣੀ ਚਾਹੀਦੀ ਸੀ, ਮੈਨੂੰ ਆਗੂ ਬਣਾਉਣਾ ਚਾਹੀਦਾ ਸੀ ਪੰਥ ਦਾ, ਤੇ ਮੈਨੂੰ ਨਹੀਂ ਬਣਾਇਆ। ਉਹਨਾਂ ਨੇ ਇੱਕ ਧੜਾ ਕਾਇਮ ਰੱਖਿਆ, ਔਰ ਬੰਦਾ ਬਹਾਦਰ ਦਾ ਵਿੱਚ ਉਹ ਵਿਰੋਧ ਕਰਦੇ ਰਹੇ, ਜਿੱਥਾਂ ਨਾਲ ਵੀ ਚੱਲਦੇ ਰਹੇ, ਵਿਰੋਧ ਕਰਦੇ ਰਹੇ। ਉਸ ਤੋਂ ਬਾਅਦ ਤੇ ਆਪਾਂ ਹੋਰ ਬਹੁਤ ਕੁਝ ਪੜ੍ਹਿਆ ਕਿ ਉਹਨਾਂ ਨੇ ਅੰਮ੍ਰਿਤਸਰ ਦੀ ਰਾਖੀ ਲਈ ਫੌਜ ਖੜੀ ਕਰਤੀ, ਲਾਹੌਰ ਲਈ ਉਹਨਾਂ ਦਾ ਬੇਟਾ ਬੈਠ ਗਿਆ, ਬੰਦਾ ਬਹਾਦਰ ਲਾਹੌਰ ਤੱਕ ਪਹੁੰਚੇ ਉਹਨਾਂ ਨੂੰ ਮਨਾਉਣ ਲਈ ਵੀ ਆਪਾਂ ਇਦਾਂ ਨਾ ਕਰੀਏ, ਮਾਰੇ ਜਾਵਾਂਗੇ, ਇਕੱਠੇ ਹੋ ਕੇ ਲੜੀਏ। ਤੇ ਮਤਲਬ ਗੱਲ ਤੇ ਫਿਰ ਉੱਥੇ ਆ ਗਈ ਨਾ ਕਿ ਉਹਨਾਂ ਨੇ ਉਹਨੂੰ ਐਕਸੈਪਟ ਕੀਤਾ ਨਹੀਂ, ਕਿਤੇ ਨਾ ਕਿਤੇ ਐਕਸੈਪਟ ਕੀਤਾ ਨਹੀਂ ਹੈ। ਹਾਂ, ਤੇ ਬਿਲਕੁਲ ਨਵੇਂ ਬੰਦੇ ਨੂੰ ਤਾਂ ਉਹਨਾਂ ਨੇ ਫਿਰ ਵੀ ਨਹੀਂ ਸੀ ਕਰਨਾ। ਹਾਂਜੀ, ਇਹਦਾ ਮਤਲਬ ਬੰਦਾ ਸਿੰਘ ਬਹਾਦਰ ਪਹਿਲਾਂ ਤੋਂ ਨਾਲ ਹੈ, ਗੁਰੂ ਸਾਹਿਬ ਦੇ ਚਿਰਾਂ ਤੋਂ ਨਾਲ ਹੈ। ਹੁਣ ਆਪਾਂ ਟਾਈਮ ਨਹੀਂ ਫਿਕਸ ਕਰ ਸਕਦੇ ਕਿਉਂਕਿ ਸਾਡੇ ਕੋਲ ਕੋਈ ਸੋਰਸ ਨਹੀਂ ਹੈਗਾ ਕਹਿਣ ਵਾਸਤੇ। ਹਾਂਜੀ, ਪਰ ਜਿਹੜੇ ਲੋਕ ਹਨ ਨਾ, ਜਿਵੇਂ ਵਿਨੋਦ ਸਿੰਘ ਹੋਣਾ ਬਾਰੇ, ਜੇ ਕਿਤੇ ਇਹ ਸਾਥ ਦੇ ਦਿੰਦੇ ਤੇ ਗੁਰਦਾਸ ਨਗਰ ਦੀ ਗੜੀ ਦੇ ਵਿੱਚੋਂ ਜਿਉਂਦੇ ਨਿਕਲ ਸਕਦੇ ਸੀ।
ਇਹ ਤਾਂ ਸੁਣਿਆ ਵੀ ਪੜ੍ਹਿਆ ਨਹੀਂ, ਹੈਗਾ। ਪਰ ਉਲਟਾ ਸਰ ਉਦੋਂ ਤੇ ਇਹ ਵੀ ਤੇ ਉਹਨਾਂ ਕਿਤਾਬਾਂ ਵਿੱਚ ਹੀ ਜ਼ਿਕਰ ਹੈ ਕਿ ਮਾਤਾ ਸੁੰਦਰੀ ਕੋਲੋਂ ਹੁਕਮਨਾਮੇ ਲਿਖਵਾਏ ਗਏ ਬਾਬਾ ਬੰਦਾ ਬਹਾਦਰ ਦੇ ਖਿਲਾਫ, ਤੇ ਬਹੁਤ ਸਾਰੇ ਸਿੱਖਾਂ ਨੂੰ ਫੌਜ 'ਚ ਭਰਤੀ ਹੋਣ ਦੇ ਆਦੇਸ਼ ਦਿੱਤੇ ਗਏ, ਤੇ ਉਹਨਾਂ ਨੇ ਈਵਨ ਬਰਾਬਰ ਫੌਜਾਂ ਖੜੀਆਂ ਕਰਕੇ ਮੁਗਲਾਂ ਨਾਲ ਸੰਧੀਆਂ ਕਰਕੇ ਸਮਝੌਤੇ ਵੀ ਕੀਤੇ ਵੀਰ ਜੀ ਗੱਲ ਇਹ ਹੈ, ਤੇ ਉਹ ਬਣੇ ਤੱਤ ਖਾਲਸਾ। ਤੁਸੀਂ ਦੇਖੋ ਬਈ ਮਾਤਾ ਸੁੰਦਰੀ ਸੇਫ ਕਿਵੇਂ ਹੈ ਦਿੱਲੀ 'ਚ? ਹਾਂਜੀ। ਕਿਸੇ ਹਿਸਟੋਰੀਅਨ ਨੇ, ਕਿਸੇ ਰਾਈਟਰ ਨੇ ਅੱਜ ਤੱਕ ਨਹੀਂ ਲਿਖਿਆ ਵੀ ਉਹ ਦਿੱਲੀ ਕਿਉਂ ਗਏ। ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਐਸੇ ਕੰਮ ਵਾਸਤੇ, ਯੂਜ਼ ਕਰਨ ਵਾਸਤੇ, ਵੀ ਗੁਰੂ ਸਾਹਿਬ ਦਾ ਪ੍ਰੈਸ਼ਰ ਪਾਉਣ ਲਈ ਨਹੀਂ, ਫੜ ਕੇ ਨਜ਼ਰਬੰਦ ਹੈ। ਹਾਂ ਹਾਂ। ਉਹਨਾਂ ਨੂੰ ਆਉਣ ਜਾਣ ਵਾਸਤੇ ਲੋਕ ਮਿਲਦੇ ਆ, ਇੱਕ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਕੌਣ ਕੌਣ ਆਉਂਦਾ ਹੈ, ਕੌਣ ਕੌਣ ਆਉਂਦਾ, ਇਹ ਵੀ ਉੱਥੋਂ ਵੀ ਪਤਾ ਲੱਗ ਜਾਣਾ। ਦੂਸਰਾ ਇਹ ਹੈ ਵੀ ਇਹ ਵੀ ਕਿਹਾ ਜਾਂਦਾ ਵੀ ਪਤਾ ਨਹੀਂ ਕਿੰਨੇ ਲੱਖ ਰੁਪਈਆ ਮਾਤਾ ਸੁੰਦਰੀ ਕੋਲੋਂ ਲੁੱਟਿਆ ਉੱਥੇ ਦਿੱਲੀ 'ਚ, ਪੈਸਾ ਇਕੱਠਾ ਹੋ ਗਿਆ, ਹੁਣ ਲੁੱਟ ਲਓ। ਉਹ ਨਜ਼ਰਬੰਦ ਹੈ। ਉਹਨਾਂ ਕੋਲੋਂ ਜਿਹੜੇ ਹੁਕਮਨਾਮੇ ਲਿਖਵਾਏ ਵੀ ਗਏ ਆ, ਮੈਂ ਸਮਝਦਾ ਵੀ ਕੁਝ ਆਪ ਕ੍ਰੀਏਟ ਕੀਤੇ ਉਹਨਾਂ ਦੇ ਨਾਂ ਤੇ। ਬੰਦਾ ਸਿੰਘ ਬਹਾਦਰ ਨੇ ਇੱਕ ਵਿਆਹ ਕਰਵਾ ਲਿਆ, ਵਿਆਹ ਤਾਂ ਸਾਡੇ ਸਾਰੇ ਗੁਰੂ ਵਿਆਹੇ ਜਿਹੜੇ ਵਿਆਹ ਦੇ ਯੋਗ ਸੀ। ਬੰਦੇ ਨੇ ਮੈਂ ਗੰਡਾ ਸਿੰਘ ਦੀ ਕਿਤਾਬ ਦਾ ਰੈਫਰੈਂਸ, ਇੱਕ ਗੁਰੂ ਸਾਹਿਬ ਦੇ 8 ਵਿਆਹ ਵੀ ਦੱਸੇ ਜਾਂਦੇ ਜੀ। ਨਹੀਂ, ਜੋ ਸਾਰੀਆਂ ਗੱਲਾਂ ਗਲਤ ਹੈਗੀਆਂ। ਮੈਂ ਕਿਤੋਂ ਵੀ ਪੜ੍ਹਿਆ ਸੁਣਿਆ ਕਿ ਉਹ ਕਹਿੰਦੇ ਆ ਜੀ ਉਸ ਸਕੀਆਂ ਭੈਣਾਂ ਸੀ ਤੇ ਉਹਨਾਂ ਦੀ ਹੈਲਪ ਕਰਨ ਲਈ ਉਹਨਾਂ 8 ਨੇ ਵਿਆਹ ਕਰ ਲਿਆ। ਉਹ ਜਿਹੜੀ ਪਹਿਲੀ 16 ਸਾਲ ਦੀ ਸੀ ਤੇ ਅਖੀਰਲੀ 2 ਸਾਲ ਦੀ ਹੋ, ਪਤਾ ਨਹੀਂ ਹੁਣ ਨਹੀਂ ਅੰਦਾਜ਼ਾ ਲਾਓ ਨਾ। ਹਾਂਜੀ ਹਾਂਜੀ। ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਦੀ ਦੇਣ ਹੈ ਜੀ। ਉਹ 6 ਵਿਆਹ ਗੁਰੂ ਹਰ ਰਾਏ ਦੇ ਜਿਹੜੇ ਕਰਦੇ ਆ। ਫਿਰ ਉਹਨੇ ਕੀ ਕੀਤਾ ਕਿ ਇੱਕ ਬੰਦੇ ਦੇ 3 ਵਿਆਹ ਹੈ। ਹਾਂਜੀ। ਕਿ ਇੱਕ ਇੱਕ ਪੇਟ ਤੋਂ 2 ਲੜਕੀਆਂ ਪੈਦਾ ਹੋਈਆਂ, ਉਹਨਾਂ ਦੇ 6 ਦੇ 6 ਵਿਆਹ ਤੀਆਂ। ਅੱਛਾ, ਉਹਨਾਂ ਨੇ ਉਹਦਾ ਹਾਂ, ਉਹ ਇਦਾਂ ਕਰਨ ਵਾਸਤੇ ਕਿ ਜੇ ਪਹਿਲੀ ਦੀ 16 ਸਾਲ ਦੀ ਹੈ, ਦੂਜੀ ਤਾਂ 2-4 ਸਾਲ ਦੀ ਹੋਊ ਨਾ, ਜਿਹੜੀ 6ਵੀਂ ਹੈ। ਸੋ ਇਹ ਗੱਲਾਂ ਗਲਤ, ਇਹਨੂੰ ਛੱਡੋ, ਆਪਾਂ ਇਹਦੇ ਚੋਂ ਕੀ ਲੈਣਾ ਹੈ। ਗੰਡਾ ਸਿੰਘ ਹਿਸਟੋਰੀਅਨ ਹੀ ਇਹ ਲਿਖਦੇ ਆ ਆਪਣੇ ਬੰਦਾ ਸਿੰਘ ਬਹਾਦਰ ਬਾਰੇ, ਬਈ ਬੰਦਾ ਸਿੰਘ ਬਹਾਦਰ ਨੇ ਸਿਵਾਏ ਫਤਿਹ ਦਰਸ਼ਨ ਤੋਂ ਹੋਰ ਕੋਈ ਸਿੱਖ ਸਿਧਾਂਤ ਦੇ ਉਲਟ ਗੱਲ ਨਹੀਂ ਕੀਤੀ। ਪਰ ਉਹ ਵੀ ਵਾਪਸ ਲੈ ਲਿਆ ਸੀ ਜਦੋਂ ਮੈਂ ਉੱਥੇ ਆਉਣਾ ਨਾ ਜੀ। ਹਾਂਜੀ। ਇੱਕੋ ਹੀ ਗੱਲ, ਪਰ ਜਦੋਂ ਕਹਿੰਦੇ ਆ ਵੀ ਬਾਹਰੋਂ ਪ੍ਰੈਸ਼ਰ ਪੈ ਗਿਆ ਬਈ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਿਹੜਾ ਆਪਣਾ ਨਾਰਾ ਉਹਦਾ ਥਾਂ ਲੈ ਲਏਗਾ, ਇਸ ਕਰਕੇ ਇਹਨੂੰ ਵਾਪਸ ਲਓ, ਉਹਨੇ ਵਾਪਸ ਲੈ ਲਿਆ। ਹਾਂਜੀ। ਹੁਣ ਕੋਈ ਗਲਤੀ ਕਰਕੇ ਮੁਆਫੀ ਮੰਗ ਲਵੇ, ਇਹ ਤਾਂ ਸਭ ਚੰਗੀ ਗੱਲ ਹੈ। ਮੈਂ ਗੰਡਾ ਸਿੰਘ ਬਹਾਦਰ ਨੂੰ ਪ੍ਰੋਫੈਸਰ ਗੰਡਾ ਸਿੰਘ ਨੂੰ ਬਹੁਤ ਪੜ੍ਹਦਾ। ਜੇ ਇਹ ਕਹਿੰਦਾ ਵੀ ਉਹਨੇ ਆਪਣੀ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ, ਤਾਂ ਫਿਰ ਬਾਕੀ ਦੇ ਹਿਸਟੋਰੀਅਨ ਨੂੰ ਭੁੱਲ ਜਾਓ। ਉਹ ਗੱਲਾਂ ਆਪਣੇ ਕੋਲੋਂ ਬਣਾ ਕੇ ਵੀ ਲਿਖ ਸਕਦੇ। ਬੰਦਾ ਸਿੰਘ ਬਹਾਦਰ ਨੇ ਆਪਦੇ ਆਪ ਨੂੰ ਗੁਰੂ ਨਹੀਂ ਲਿਖਵਾਇਆ। ਮੈਂ ਜਿੰਨੇ ਇਹਨਾਂ ਨੇ ਵਿੱਚ ਆਪਣੇ ਲਿਖਤਾਂ ਉਹਨਾਂ ਦੀਆਂ ਦਿੱਤੀਆਂ, ਗੁਰੂ ਵਾਸਤੇ ਲਫ਼ਜ਼ ਗੁਰੂ ਵਰਤਦਾ ਹੈ, ਹਮਾਰਾ ਹੁਕਮ ਹਮਾਰਾ, ਆਪਣੇ ਵਾਸਤੇ ਉਹ ਲਫ਼ਜ਼ ਹਮਾਰਾ ਵਰਤਦਾ ਹੈ, ਗੁਰੂ ਨਹੀਂ ਵਰਤਦਾ ਵੀ ਮੈਂ ਗੁਰੂ ਤੁਹਾਡਾ ਇਹ ਕਹਿ ਰਿਹਾ। ਇਹ ਗੱਲਾਂ ਚਲਾਈਆਂ ਜਾਂਦੀਆਂ ਹੁੰਦੀਆਂ ਜੀ। ਕੋਈ ਵੀ ਲਹਿਰ ਲੈ ਲਓ ਤੁਸੀਂ, ਤੁਹਾਡੇ ਸਾਹਮਣੇ ਨਕਸਲਾਈਟ ਲਹਿਰ ਆਈ ਹੈ ਪੰਜਾਬ 'ਚ, ਜਾਂ ਆਪਣੇ ਆਪਾਂ ਇਹਨਾਂ 84 ਦੇ ਦੌਰ ਵਾਲੀ ਗੱਲ, ਖਾੜਕੂ ਲਹਿਰ ਜਿਹੜੀ ਖਾੜਕੂ ਲਹਿਰ ਕਹਿ ਲਓ। ਖਾੜਕੂਆਂ ਨੂੰ ਵੀ ਬਦਨਾਮ ਕਰਨ ਵਾਸਤੇ ਸਰਕਾਰਾਂ ਨੇ ਆਪਣੇ ਬੰਦੇ ਅੰਦਰ ਵਾੜ ਕੇ ਜਾਇਜ਼ ਨਜਾਇਜ਼ ਕੰਮ ਕਰਵਾਏ। ਮੈਂ ਕੋਟਕਪੂਰੇ ਦੇ ਰਹਿਣ ਵਾਲਾ ਜੀ, ਨੇੜੇ ਮੇਰਾ ਪਿੰਡ ਕੋਟ, ਸਾਡਾ ਆੜਤੀਆ ਆਸਾ ਸਿੰਘ ਸੀ। ਆਸਾ ਸਿੰਘ ਆੜਤੀਏ ਨੂੰ ਦਰਬਾਰ 'ਤੇ ਉਹਨਾਂ ਦੀ ਦੀਵਾਰ 'ਤੇ ਲਿਖ ਕੇ ਲਾ ਗਿਆ ਕਿ ਫਲਾਣੇ ਥਾਂ ਆ ਜਾਓ, ਇੰਨੇ ਪੈਸੇ ਲੈ ਕੇ। ਭਈ ਇਹ ਜਿਹਨੇ ਬੰਦਿਆਂ ਨੇ ਕਿਸੇ ਤੋਂ ਫਰੋਤੀ ਲੈਣੀ, ਉਹ ਥਾਂ ਥੋੜ੍ਹੀ ਦੱਸੇਗਾ ਵੀ ਤੂੰ ਆਇਓ, ਅਗਲਾ ਪੁਲਿਸ ਨੂੰ ਨਾਲ ਲੈ ਕੇ ਆਏਗਾ। ਮਤਲਬ ਇੱਦਾਂ ਦੇ ਪੋਸਟਰ ਜਿਹੜੇ ਲੱਗੇ ਅਸੀਂ ਵੇਖੇ ਹੈ, ਉਹਨਾਂ ਤੋਂ ਇਹ ਪਤਾ ਲੱਗ ਜਾਂਦਾ ਹੈ ਵੀ ਇਹ ਸਰਕਾਰਾਂ ਆਪ ਬਗੈਰ ਸੋਚੇ ਸਮਝੇ ਕੰਮ ਕਰ ਰਹੀਆਂ। ਆਪਾਂ ਗੱਲ ਕਰ ਰਹੇ ਸੀ ਮਾਤਾ ਸੁੰਦਰੀ ਬਾਰੇ। ਮੇਰਾ ਇਹ 100% ਵਿਸ਼ਵਾਸ ਹੈ ਕਿ ਮਾਤਾ ਸੁੰਦਰੀ ਨੂੰ ਹਾਊਸ ਅਰੈਸਟ ਕੀਤਾ ਗਿਆ। ਉਹ ਅਜੀਤ ਸਿੰਘ ਪਾਲਤੂ ਪੁੱਤਰ ਕਰ ਲਓ, ਇਹਨਾਂ ਸਾਰਿਆਂ ਦੇ ਨਾਂ ਯੂਜ਼ ਕਰਕੇ ਹੁਕਮਨਾਮੇ ਲਿਖਵਾ ਕੇ ਭੇਜਦੇ ਵੀ ਸਿੱਖਾਂ 'ਚ ਪਾੜ ਪੈਂਦਾ ਜਾਵੇ। ਕਿਹਾ ਜਾਂਦਾ ਹੈ ਕਿ ਭਾਈ ਜਿਹੜੇ ਨੰਦ ਲਾਲ ਸੀਗੇ ਉਹ ਪਹਿਲਾਂ ਮੁਲਾਜ਼ਮ ਸੀਗੇ ਮੁਗਲ ਦਰਬਾਰ ਦੇ ਵਿੱਚ, ਉਹਨਾਂ ਦੇ ਹਾਂਜੀ, ਤੇ ਜਦੋਂ ਫਿਰ ਗੁਰੂ ਸਾਹਿਬ ਚੱਲ ਗਏ ਦੱਖਣ ਵੱਲ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਡਿਊਟੀ ਸੰਭਾਲ ਲਈ ਸੀ ਆਪਣੀ, ਤੇ ਉਹਨਾਂ ਦੇ ਥਰੂ ਮੇਰੇ ਖਿਆਲ ਮੁਗਲਾਂ ਨੇ ਕਾਫੀ ਇਸ ਤਰ੍ਹਾਂ ਦੇ ਕੰਮ ਜਿਹੜੇ ਕਰਵਾਏ। ਇਹ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਨੂੰ ਤਾਂ ਜਿੱਥੋਂ ਤੱਕ ਮੈਂ ਜਿਹੜੇ ਹੁਣ ਜਿਹੜੇ ਨਹੀਂ, ਨੰਦ ਲਾਲ ਵੀ 2 ਹੋਏ ਨਾ ਜੀ। ਅੱਛਾ, ਨੰਦ ਲਾਲ 2 ਹੋਏ ਨੇ। ਇੱਕ ਤਾਂ ਜਿਨ੍ਹਾਂ ਨੇ ਲਿਖਿਆ ਗੁਰੂ ਸਾਹਿਬ ਦੇ ਬਾਰੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵਾਲੇ, ਉਹ ਨੰਦ ਲਾਲ ਹੋਰ ਨੇ। ਦੂਜੇ ਨੰਦ ਲਾਲ ਬਾਰੇ ਮੈਂ ਜਿੱਦਾਂ ਨੰਦ ਲਾਲ ਬਾਰੇ ਮੈਨੂੰ ਨਹੀਂ। ਹਾਂਜੀ, ਤੇ ਉਹ ਕਹਿੰਦੇ ਆ ਕਿ ਉਹ ਕਿਉਂਕਿ ਉਹਨਾਂ ਕੋਲ ਜੌਬ ਕਰਦੇ ਸੀਗੇ, ਤੇ ਇਸ ਕਰਕੇ ਉਹਨਾਂ ਦੇ ਥਰੂ ਇੱਕ ਬਾਰ-ਬਾਰ ਭਾਈ ਮਨੀ ਸਿੰਘ ਦੀ ਚਿੱਠੀ ਦਾ ਵੀ ਹਵਾਲਾ ਆਉਂਦਾ ਬਹੁਤ ਸਾਰੀਆਂ ਕਿਤਾਬਾਂ 'ਚ ਲੋਕਾਂ ਨੇ, ਜਿਹੜਾ ਸਾਰੇ ਪੰਜਾਬ 'ਚ ਗੋਗਾ ਹੈ ਵਾਲਾ ਜਿਹੜੀ ਕਹਾਣੀ। ਹਾਂਜੀ, ਫੈਬਰੀਕੇਟਡ ਹੈ। ਅੱਛਾ ਜੀ। ਮੈਂ ਉਹਦੇ ਤੇ ਇੱਕ ਲੇਖ ਲਿਖ ਕੇ ਪਾਇਆ ਹੋਇਆ। ਪਹਿਲੀ ਗੱਲ ਤਾਂ ਜੀ ਉਹ ਚਿੱਠੀ
ਉਸ ਵੇਲੇ ਜ਼ਮਾਨਾ, ਬਲਕਿ ਤੁਹਾਡੇ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਨੂੰ ਇੱਕ ਕਾਰਡ ਆਨੇ ਵਾਲਾ ਲਿਖਣ ਨੂੰ ਮਿਲਦਾ ਸੀ, ਉਹਦੇ ਤੇ ਲਾਈਨਾਂ ਵੱਜੀਆਂ ਹੁੰਦੀਆਂ ਸੀ। ਪੰਜਾਬੀ ਉਹਨੂੰ ਆਪਾਂ ਪਦਛੇਦ ਨਹੀਂ ਕੀਤੀ ਹੁੰਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਿਹੜੀ ਉਹ ਕਹੀ ਜਾਂਦੀ ਵੀ ਇਹ ਚਿੱਠੀ ਉਹਨਾਂ ਦੀ ਹੈ, ਉਹ ਪਦਛੇਦ ਕੀਤੀ ਹੋਈ ਹੈ। ਅੱਛਾ ਜੀ। ਉਸ ਵੇਲੇ ਪਦਛੇਦ ਕਰਨ ਦਾ ਰਿਵਾਜ ਨਹੀਂ ਸੀ। ਫਿਰ ਉਹਦੇ ਵਿੱਚ 303 ਚਰਿੱਤਰਾਂ ਦਾ ਜ਼ਿਕਰ ਹੈ। ਦਸਮ ਗ੍ਰੰਥ 'ਚ 404 ਚਰਿੱਤਰ ਹੈ। 101 ਚਰਿੱਤਰ ਕਿੱਥੋਂ ਆ ਗਏ? ਉਹਨਾਂ ਦੇ ਮੁਤਾਬਕ, ਉਸ ਚਿੱਠੀ ਦੇ ਮੁਤਾਬਕ 303 ਚਰਿੱਤਰ ਹੋਣੇ ਚਾਹੀਦੇ ਸੀ। ਫਿਰ ਕ੍ਰਿਸ਼ਨ, ਉਸ ਚਿੱਠੀ ਦੇ ਵਿੱਚ ਕ੍ਰਿਸ਼ਨ ਕੱਕਾ ਰਾਰੇ ਪੂਰਾ ਰਾਰਾ ਪਾ ਕੇ ਰਾਰੇ ਸਿਹਾਰੀ ਸੱਸਾ ਨੰਨਾ ਤੇ ਇੱਕ 3 ਅੱਖਰ ਹੈ, ਹੁਣ ਮੈਨੂੰ ਇੱਕ ਤਾਂ ਯਾਦ ਆ ਗਿਆ, ਕ੍ਰਿਸ਼ਨ ਚਰਿੱਤਰ ਤੇ ਚਲਿਤ। ਗੁਰੂ ਗ੍ਰੰਥ ਸਾਹਿਬ 'ਚ ਚਲਿਤ ਵੀ ਆਉਂਦਾ, ਚਲਿੱਤਰ ਵੀ ਆਉਂਦਾ, ਪੂਰੇ ਰਾਰੇ ਨਾਲ ਨਹੀਂ ਕਦੇ ਵੀ ਆਇਆ, ਨਾ ਦਸਮ ਗ੍ਰੰਥ 'ਚ ਆਇਆ ਨਾ ਗੁਰੂ ਗ੍ਰੰਥ ਸਾਹਿਬ 'ਚ ਆਇਆ। ਪੈਰ 'ਚ ਰਾਰਾ ਪਾਉਣਾ, ਉਹ ਬੰਦਾ ਲਿਖਾਰੀ ਜਿਹੜਾ ਹੈਗਾ ਉਸ ਚਿੱਠੀ ਦਾ, ਉਹ ਪੰਜਾਬੀ ਤੋਂ ਚੰਗੀ ਤਰ੍ਹਾਂ ਵਾਕਫ ਨਹੀਂ ਹੈ। ਤੇ ਚਿੱਠੀ ਇਹ ਬਹੁਤ ਲੇਟ ਫੈਬਰੀਕੇਟਡ ਹੈ, ਕਿਉਂਕਿ ਇਹ ਅੱਡ ਅੱਡ ਪਦਛੇਦ ਕੀਤੀ ਹੋਈ ਹੈ। ਉਸ ਵੇਲੇ ਉਹਨੂੰ ਜੋੜਵੀਂ ਲੈਂਗੁਏਜ ਕੀ ਕਹਾਂਗੇ ਜੀ, ਉਹ ਜਦੋਂ ਆਪਣਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਵਾਰਤਕ ਲਿਖੀ ਹੈ ਵੀ ਸਾਰੇ ਇਕੱਠੇ ਅੱਡ ਅੱਡ ਆਪਾਂ ਬੁਲਾਉਣੇ ਅੱਡ ਅੱਡ, ਪਰ ਲਿਖੀ ਇਕੱਠੀ ਹੁੰਦੀ। ਮੈਂ ਸਮਝਦਾ, ਹਾਂਜੀ। ਉਹਨੂੰ ਪਦਛੇਦ ਨਹੀਂ ਹੈ। ਜੇ ਪਦਛੇਦ ਹੈ ਤਾਂ ਇਹਦਾ ਮਤਲਬ ਬਹੁਤ ਚਿਰ ਬਾਅਦ ਦੀ ਉਹ ਚਿੱਠੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਕ੍ਰੀਏਟ ਕੀਤੀ ਹੋਈ ਹੈ। ਕ੍ਰਿਸ਼ਨ ਚਲਿੱਤਰ ਇੱਕ ਅੱਖਰ ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਕਿਉਂਕਿ ਤੁਸੀਂ ਬਾਬਾ ਬੰਦਾ ਬਹਾਦਰ ਚਿੱਠੀ ਗੱਲ, ਮੈਂ ਕਹਿ ਰਿਹਾ ਭਾਈ ਮਨੀ ਸਿੰਘ ਨੇ ਜਿਹੜੀ ਮਾਤਾ ਸੁੰਦਰੀ ਨੂੰ ਚਿੱਠੀ ਲਿਖੀ ਹੈ। ਮੈਂ ਮਨੀ ਸਿੰਘ ਦੀ ਚਿੱਠੀ ਦੀ ਗੱਲ ਕਰਨੀ ਸੀ। ਚਿੱਠੀ ਉਹ ਮਨੀ ਸਿੰਘ ਦੀ ਹੈ, ਲਿਖੀ ਬਾਬਾ ਬੰਦਾ ਬਹਾਦਰ ਬਾਰੇ ਹੈ। ਹਾਂਜੀ ਹਾਂਜੀ। ਮਨੀ ਸਿੰਘ ਦੀ ਜਿਹੜੀ ਚਿੱਠੀ ਹੈ ਉਹ ਵੀ ਗਲਤ ਹੈ। ਅੱਛਾ ਜੀ। ਹਾਂ, ਦਸਮ ਗ੍ਰੰਥ ਦਾ ਜਦੋਂ ਜ਼ਿਕਰ ਆਉਂਦਾ, ਦਸਮ ਗ੍ਰੰਥ ਦੇ ਜ਼ਿਕਰ ਕਰਦੇ ਇਹ ਆਪਣੇ, ਤੁਸੀਂ ਤਾਂ ਪਟਿਆਲੇ ਪੜ੍ਹੇ ਹੈਗੇ ਆ, ਆਪਣੇ ਡੀਲੈਟ ਜਿਹੜੇ ਦਸਮ ਗ੍ਰੰਥ ਦੇ ਬਾਰੇ ਨਾਂ ਲਓ ਜੀ। ਸੁਖਦਿਆਲ ਸਿੰਘ ਦੀ ਨਹੀਂ, ਸੁਖਦਿਆਲ ਨਹੀਂ, ਉਹ ਪਹਿਲਾਂ ਪੁਰਾਣੇ ਹੋਏ ਜਿਹੜੇ ਹੁਣ ਰਿਟਾਇਰ ਹੈਗੇ ਯੂਨੀਵਰਸਿਟੀ। ਹੁਣ ਰਿਟਾਇਰ ਨੇ? ਰਿਟਾਇਰ ਹੈਗੇ ਆ। ਮੈਂ ਉਹਨਾਂ ਦਾ ਨਾਮ ਬਥੇਰਾ ਨੂੰ ਐਟ ਏ ਟਾਈਮ ਆ ਨਹੀਂ ਰਿਹਾ। ਜੱਗੀ ਰਾਂ ਦੀ ਤੁਸੀਂ ਜ਼ਿਕਰ ਕਰ ਦਿੰਦੇ, ਡਾਕਟਰ ਜੱਗੀ ਰਾਂ ਦਾ ਤੁਸੀਂ ਬਹੁਤ ਜ਼ਿਕਰ ਕਰ ਦਿੰਦੇ, ਮੈਨੂੰ ਯਾਦ ਆਇਆ ਕੁਦਰਤੀ ਸ਼ਾਇਦ। ਡਾਕਟਰ ਜੱਗੀ ਹੋਣਾ ਦਾ ਜਿਹੜਾ ਥੀਸਿਸ ਹੈਗਾ ਉਹਦੇ ਵਿੱਚ ਇਸ ਚਿੱਠੀ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਹੋਇਆ। ਇੱਕ ਦੋ ਪੁਆਇੰਟ ਉਹ ਛੱਡ ਗਏ। ਫਿਰ ਮੈਂ ਉਹ ਚਿੱਠੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਵੀ ਇਹਦੇ 'ਚ ਹੋਰ ਕਿਹੜੇ ਕਿਹੜੇ ਨੁਕਸ ਹੈਗੇ ਆ ਉਹ ਵੀ ਲੱਭੇ। ਇਹਦੇ 'ਚ ਮੈਂ ਪੂਰਾ ਲੇਖ ਲਿਖ ਚੁੱਕਿਆ। ਭਾਈ ਮਨੀ ਸਿੰਘ ਦੀ ਚਿੱਠੀ ਉਹ ਫੈਬਰੀਕੇਟਡ ਹੈ। ਅੱਛਾ ਜੀ। ਹਾਂਜੀ। ਅੱਛਾ, ਜਿਹੜੇ ਹੁਕਮਨਾਮੇ ਹੋਏ ਬਾਬਾ ਬੰਦਾ ਬਹਾਦਰ ਦੇ ਖਿਲਾਫ ਵੀ, ਜਿਹੜੇ ਕਿਸਾਨ ਜਿਹੜੇ ਆਪਣੇ ਤਲਵਾਰਾਂ ਨੂੰ ਢਾਲ ਕੇ ਕਿਹਾ ਜਾਂਦਾ ਕਿ ਤੁਸੀਂ ਹੁਣ ਸ਼ਸਤਰ ਢਾਲ ਦਿਓ ਆਪਣੇ ਤੇ ਹਲ ਬਣਾ ਲਓ ਤੇ ਜੰਗੀਆਂ ਫੜ ਲਓ, ਖੇਤੀ ਕਰੋ ਜਾਂ ਫੌਜ 'ਚ ਭਰਤੀ ਹੋ ਜਾਓ, ਇਹ ਜਿਹੜੇ ਹੁਕਮਨਾਮੇ ਇਹ ਵੀ ਸਾਰੇ ਫੈਬਰੀਕੇਟਡ ਹੋਣਗੇ? ਫੈਬਰੀਕੇਟਡ ਹੈ ਜੀ। ਕੋਈ ਬੰਦਾ ਅਜੇ ਬੰਦਾ ਸਿੰਘ ਬਹਾਦਰ ਵੇਖੋ ਕਿੰਨਾ ਪਹਿਲਾਂ ਤਾਂ 1.5-2 ਮਹੀਨੇ ਹੀ ਟਿਕ ਪਾਇਆ, ਬਾਅਦ 'ਚ 1.5 ਸਾਲ ਕਰਦੇ ਆ। ਦੋ ਵਾਰ ਆਪਣੇ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਆਪਣੀ ਰਾਜਧਾਨੀ ਬਣਦੀ ਹੈ। ਉਹਨਾਂ ਨੂੰ ਇਹ ਵੀ ਪਤਾ ਹੈ ਵੀ ਮੈਂ ਬਹੁਤਾ ਚਿਰ ਇੱਥੇ ਟਿਕ ਨਹੀਂ ਪਾਵਾਂਗਾ। ਹਾਂਜੀ। ਤੇ ਉਹ ਕਿੱਦਾਂ ਆਰਡਰ ਕਰ ਸਕਦੇ ਆ ਵੀ ਇਹ ਸ਼ਸਤਰਾਂ ਨੂੰ ਢਾਲ ਕੇ ਹਲ ਬਣਾ ਲਓ? ਨਹੀਂ, ਉਹ ਤੇ ਮਾਤਾ ਜੀ ਦੇ ਵੱਲੋਂ ਆਰਡਰ ਹੋਇਆ ਨਾ ਜੀ। ਬੰਦਾ ਬਹਾਦਰ ਤੇ ਕਹਿੰਦੇ, ਬੰਦਾ ਬਹਾਦਰ ਤੇ ਅਖੀਰ ਤੱਕ ਲੜੇ ਆ। ਬੰਦਾ ਬਹਾਦਰ ਤੇ ਮਤਲਬ ਮਾਤਾ ਸੁੰਦਰੀ ਵੱਲੋਂ ਜਿੰਨੇ ਵੀ ਹੁਕਮਨਾਮੇ ਉਹ ਸਾਰੇ ਫੈਬਰੀਕੇਟਡ ਆ। ਮਾਤਾ ਸੁੰਦਰੀ ਦੇ ਨਾਂ ਤੇ ਲਿਖ ਕੇ ਸਰਕਾਰ ਨੇ ਉਹਨਾਂ ਨੂੰ ਭੇਜਤੇ। ਤੁਸੀਂ ਐਦਾਂ ਨਹੀਂ ਸਮਝਦੇ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮਾਤਾ ਸੁੰਦਰੀ ਜਾਂ ਮਾਤਾ ਸਾਹਿਬ ਕੌਰ ਜਿਹੜੇ ਸੀਗੇ ਉਹ ਹਾਊਸ ਰੈਸਟ ਸੀਗੇ ਇੱਕ ਕਿਸਮ ਦੇ, ਤੇ ਉਹਨਾਂ ਨੂੰ ਦਬਾਅ ਹੇਠ ਲਿਆ ਕੇ ਜਾਂ ਉਹਨਾਂ ਭਾਵੇਂ ਉਹਨਾਂ ਵੱਲੋਂ ਹੀ ਮੁਗਲਾਂ ਨੇ ਆਪ ਹੀ ਘੜੇ ਹੋਣ ਤੇ ਉਹਨਾਂ ਨੂੰ ਦਬਾ ਕੇ ਇਸ ਤਰ੍ਹਾਂ ਦਾ ਕੰਮ ਕਰਾਇਆ ਗਿਆ ਹੋਵੇ? ਦਬਾ ਕੇ ਕੀਤਾ ਜਾ ਸਕਦਾ, ਪਰ ਮੈਂ ਸਮਝਦਾ ਵੀ ਬਹੁਤਾ ਕੁਝ ਉਹਨਾਂ ਤੋਂ ਕਰਾਉਣ ਦੀ ਲੋੜ ਨਹੀਂ। ਉਹਨਾਂ ਦੇ ਨਾਂ ਥੱਲੇ ਲਿਖੋ, ਕਿਉਂਕਿ ਉਹਨਾਂ ਨੂੰ ਉੱਥੇ ਉਹਨਾਂ ਨੇ ਰੱਖਿਆ ਹੋਇਆ ਤੇ ਉਹ ਲੋਕ ਸਮਝਣਗੇ ਵੀ ਉੱਥੋਂ ਆ ਰਹੇ ਆ। ਮਾਤਾ ਸਾਹਿਬ ਚਲੋ ਆਪਾਂ ਉਹ ਤੋਂ ਲਾਂਬੇ ਚੱਲ ਜਾਣਾ ਗੱਲ ਚੋਂ, ਕਿਉਂਕਿ ਸਿੱਖ ਇਤਿਹਾਸ 'ਚ ਇਹ ਨੈਗੇਟਿਵ ਚੀਜ਼ਾਂ ਬਹੁਤ ਸਾਰੀਆਂ ਜਿਹਨਾਂ ਨੂੰ ਢੱਕਿਆ ਜਾਂਦਾ, ਜਿਹਨਾਂ ਨੂੰ ਨਹੀਂ ਦੱਸਿਆ ਜਾਂਦਾ। ਤੁਸੀਂ ਜ਼ਿਕਰ ਕੀਤਾ ਆ ਜਿਹੜੇ ਅਜੀਤ ਸਿੰਘ ਜਿਹੜੇ ਮਤਵੰਨਾ ਜਾਂ ਪਾਲਤੂ ਪੁੱਤਰ ਜਾਂ ਉਹਨਾਂ ਨੂੰ ਮਤਵੰਨਾ, ਉਹ ਕਿਹਾ ਜਾਂਦਾ ਹੈ ਕਿ ਬਹਾਦਰ ਸ਼ਾਹ ਦੇ ਵੇਲੇ ਉਹਨਾਂ ਨੂੰ ਬਹੁਤ ਮਾਨਤਾ ਮਿਲੀ ਸੀ। ਬਹੁਤ ਜਗ੍ਹਾ ਦਲਗੀਰ ਨੇ ਆਪਣੀ ਕਿਤਾਬ 'ਚ ਬਹੁਤ ਜ਼ਿਕਰ ਕੀਤਾ ਕਿ ਕਿੱਥੇ ਕਿੱਥੇ ਉਹ ਮਿਲੇ, ਕਿਸ ਤਰ੍ਹਾਂ ਉਹਨਾਂ ਨੂੰ ਉਹ ਖਿੱਲਤ ਜਿਹੜੀ ਸ਼ਬਦ ਵਰਤਿਆ ਜਾਂਦਾ ਉਹ ਪੇਸ਼ ਕੀਤੀ। ਉਹਨਾਂ ਡੇਟ ਵਾਈਜ਼ ਉਹਦਾ ਬਿਊਰਾ ਦਿੱਤਾ ਹੋਇਆ। ਤੇ ਪਹਿਲਾਂ ਉਹ ਇੱਕ ਮੁਗਲਾਂ ਦੀ ਅਧੀਨਗੀ ਸੀ, ਉੱਥੇ ਉਹ ਤੰਗ ਸੀ। ਫਿਰ ਉਹਨਾਂ ਨੇ ਰਿਕੁਐਸਟ ਕੀਤੀ ਕਿ ਮੈਂ ਇਹਨਾਂ 'ਚ ਰਹਿਣਾ ਬਹੁਤ ਮੈਨੂੰ ਔਖਾ ਹੈ। ਫਿਰ ਉਹਨੂੰ ਇੱਕ ਜੈਪੁਰ ਦੇ ਕਿਸੇ ਰਾਜਿਆਂ ਦੀ ਸਰਪ੍ਰਸਤੀ 'ਚ ਦੇ ਦਿੱਤਾ ਗਿਆ। ਫਿਰ ਉਹਨੂੰ ਇੰਨੀ ਪਾਵਰ ਦਿੱਤੀ ਕਿ ਉਹਨੂੰ ਸਰਬਰਾਹ ਬਣਾ ਕੇ ਵੀ ਭੇਜਿਆ ਦਰਬਾਰ ਸਾਹਿਬ ਦਾ, ਜਿਹੜੇ ਕੁਝ ਸਮਾਂ ਉਹ 3 ਕੁ ਮਹੀਨੇ ਰਹੇ, ਪਰ ਸਿੱਖਾਂ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ। ਤੇ ਉਹਨਾਂ ਬਾਰੇ ਬਹੁਤ ਸਭ ਕੁਝ ਅਸੀਂ ਕਦੀ ਸਾਹਿਬਜ਼ਾਦਾ ਕਹਿਤਾ ਉਹਨੂੰ। ਅਜੀਤ ਸਿੰਘ ਜਿਹੜੇ ਪਾਲਤੂ ਵਾਲੀ ਗੱਲ ਹੁਣ ਲੋਕੀ ਦੱਸਣ ਲੱਗੇ ਆ, ਇਹ ਇਤਿਹਾਸ 'ਚ ਕਿਸੇ ਰਾਗੀ ਢਾਡੀ ਕੋ ਬਚਪਨ ਤੋਂ ਲੈ ਕੇ ਕਦੀ ਸੁਣੀ ਨਹੀਂ ਸੀ। ਰਾਗੀ ਢਾਡੀ ਤੁਹਾਨੂੰ ਖੁਸ਼ ਕਰਨ ਵਾਸਤੇ ਗੱਲਾਂ ਸੁਣਾਉਂਦੇ ਆ ਜੀ। ਹਾਂਜੀ। ਉਹਨਾਂ ਦਾ ਕੰਮ ਅਸਲੀਅਤ ਤੀਕਰ ਜਾਣਾ ਨਹੀਂ ਹੁੰਦਾ। ਰੋਟੀਆਂ ਕਾਰਨ ਪੂਰੇ ਤਾਲ
ਰਾਗ ਆਸਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਾਰ ਹੈ ਉਹ ਉੱਥੋਂ ਤੱਕ ਸੀਮਿਤ ਹੈ। ਅਸਲੀ ਜਿਹੜਾ ਪ੍ਰਚਾਰਕ ਹੈ ਨਾ ਜੀ, ਉਹ ਇੱਕ ਸਟੇਜ 'ਤੇ ਇੱਕੋ ਵਾਰੀ ਆ ਸਕਦਾ, ਦੂਜੀ ਵਾਰ ਜਿਹੜੀ ਆਮ ਪਬਲਿਕ ਵਹਿਮਾਂ ਭਰਮਾਂ 'ਚ ਬੈਠੀ ਹੈ ਉਹਨੂੰ ਉਹ ਚੜ੍ਹ ਨਹੀਂ ਦਿੰਦੀ ਸਟੇਜ 'ਤੇ। ਸੋ ਆਪਣੀ ਸਟੇਜ ਆਪ ਬਣਾਉਣੀ ਪੈਂਦੀ ਹੈ, ਤਾਂ ਜਾ ਕੇ ਗੱਲ ਕਰ ਪਾਊਗਾ। ਕੋਈ ਸੱਚ ਦੀ ਗੱਲ ਕਰਨੀ ਔਖੀ ਹੁੰਦੀ ਹੈ, ਉਹ ਤਾਂ ਹਮੇਸ਼ਾ ਹੀ ਜੀ, ਬਿਲਕੁਲ। ਹਾਂਜੀ, ਸੱਚ ਚੁਭਦਾ ਦੁਨੀਆ ਨੂੰ, ਪਰ ਜੇ ਮੈਂ ਸਮਝਦਾ ਜੇ ਮੇਰੀ ਗੱਲ ਕੀਤੀ ਕਿਸੇ ਨੂੰ ਚੁਭੀ ਹੋਈ ਨਹੀਂ ਤਾਂ ਫਿਰ ਮੇਰੀ ਗੱਲ ਕਰਨ ਦਾ ਫਾਇਦਾ ਕੀ ਹੋਇਆ? ਬਿਲਕੁਲ। ਫਿਰ ਮੈਂ ਉਸੇ ਲਾਈਨ ਦੇ ਵਿੱਚ ਹਲਵਾ ਪਹਿਲਾਂ ਜਿਹੜੀ ਲਕੀਰ ਵੱਜੀ ਹੈ, ਜੇ ਮੈਂ ਉਹਦੇ ਵਿੱਚ ਹੀ ਹਲ ਪਾ ਕੇ ਤੁਰਿਆ ਜਾਣਾ ਤੇ ਜ਼ਮੀਨ ਵਾਹੂੰਗਾ ਕਦੋਂ? ਮੇਰਾ ਕੰਮ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਜਿਹੜੀ ਚੀਜ਼ ਮੈਂ ਪੜ੍ਹਦਾ ਮੈਂ ਉਹਨੂੰ ਐਨਾਲਿਸਿਸ ਕਰਦਾ, ਫਿਰ ਉਸ ਹਿਸਾਬ ਨਾਲ ਗੱਲ ਕਰਨੀ ਪੈਣੀ ਹੈ ਜੀ। ਬੰਦਾ ਸਿੰਘ ਬਹਾਦਰ ਨੂੰ ਬਹੁਤ ਛੋਟਾ ਕਰਕੇ ਪੇਸ਼ ਕੀਤਾ ਗਿਆ, ਹਾਲਾਂਕਿ ਉਹਨਾਂ ਦੀ ਸ਼ਖਸੀਅਤ ਮਤਲਬ ਸਾਡੇ ਕਿਆਸ ਤੋਂ ਬਾਹਰ ਦੀ ਗੱਲ ਹੈ ਕਿ ਇੱਕ ਬੰਦਾ ਉਹਦੇ ਸਾਹਮਣੇ ਉਹਦਾ ਪੁੱਤਰ ਜਿਹੜਾ ਹੈ ਉਹਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾ ਦਿੱਤਾ ਜਾਵੇ, ਉਹ ਫਿਰ ਵੀ ਨਹੀਂ ਮੰਨਦਾ। ਇਸ ਤੋਂ ਵੱਡਾ ਸਿਰੜੀ ਬੰਦਾ ਕੌਣ ਹੋ ਸਕਦਾ? ਉਹ ਕਹਿੰਦੇ ਆ ਨਾ, ਆਪਣਾ ਮਹਾਰਾਣਾ ਪ੍ਰਤਾਪ ਜਦੋਂ ਭੱਜ ਗਿਆ ਜੰਗਲ 'ਚ ਤੇ ਉਹਦੇ ਲੜਕੀ ਦੇ ਹੱਥ 'ਚ ਰੋਟੀ ਸੀ, ਬਿੱਲੀ ਖੋ ਕੇ ਲੈ ਗਈ ਤੇ ਉਹ ਰੋ ਪਿਆ। ਬਿੱਲੀ ਉਹਦੇ ਕੋਲੋਂ, ਉਹਦੀ ਕੁੜੀ ਕੋਲੋਂ ਰੋਟੀ ਖੋ ਕੇ ਲੈ ਗਈ ਤੇ ਅਸੀਂ ਮਹਾਰਾਣਾ ਪ੍ਰਤਾਪ ਨੂੰ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਵੱਡਾ ਪੇਸ਼ ਕਰੀ ਜਾਂਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਦਾ ਦਿਲ ਕਢਵਾ ਕੇ ਮੂੰਹ 'ਚ ਪਾ ਰਿਹਾ। ਮੈਨੂੰ ਜਾਣ ਕੇ ਗੱਲ ਆਪਣਾ ਸਹਿਬਨ ਯਾਦ ਆ ਗਈ, ਜਾਣ ਕੇ ਨਹੀਂ ਮੈਂ ਕਰ ਰਿਹਾ ਵੀ ਮਹਾਰਾਣਾ ਪ੍ਰਤਾਪ। ਚਲੋ ਉਹ ਤੇ ਵੇਖੋ ਜੀ, ਜਿਹਨਾਂ ਕੋਲ ਤਾਕਤ ਹੁੰਦੀ ਆ ਉਹ ਆਪਣਾ ਪ੍ਰਚਾਰ ਕਰਦੇ ਆ, ਦੂਜਿਆਂ ਨੂੰ ਨਹੀਂ ਕਰਦੇ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਤਿਹਾਸ ਉਹਦਾ ਪੜ੍ਹਾਇਆ ਨਹੀਂ ਜਾਂਦਾ। ਤੁਸੀਂ ਮੈਨੂੰ ਦੱਸੋ, ਆਜ਼ਾਦੀ ਦੀ ਲੜਾਈ, ਚਲੋ ਹੁਣ ਆਪਾਂ ਇਹਦੇ ਸੰਦਰਭ ਨਹੀਂ ਆ, ਬੰਦਾ ਬਹਾਦਰ ਦੀ ਗੱਲ ਕਰ ਰਹੇ ਆ। ਆਜ਼ਾਦੀ ਦੀ ਲੜਾਈ ਲੜੀ ਆਪਾਂ ਸਭ ਨੇ ਰਲ ਕੇ ਸਾਂਝੀ, ਉਹ 'ਚ ਸਿੱਖਾਂ ਦੀ ਬਹੁਤ ਵੱਡੀਆਂ ਕੁਰਬਾਨੀਆਂ, ਤੇ ਅਸੀਂ ਪਹਿਲੀ ਤੋਂ ਲੱਗ ਕੇ ਜਿਹੜਾ ਆਜ਼ਾਦੀ ਦਾ ਇਤਿਹਾਸ ਪੜ੍ਹਿਆ ਸੀ ਤੇ ਬਾਪੂ ਗਾਂਧੀ ਤੇ ਨਹਿਰੂ ਵੀ ਪੜ੍ਹਦੇ ਰਹੇ ਆ। ਸਾਨੂੰ ਕਿਹਨੇ ਪੜ੍ਹਾਇਆ? ਸ਼ਹੀਦ ਭਗਤ ਸਿੰਘ ਤੂੰ ਕਦੀ ਵੀ ਔਨ ਨਹੀਂ ਕੀਤਾ, ਹੋਰ ਬੜੀਆਂ ਚੀਜ਼ਾਂ ਨਹੀਂ ਔਨ ਕੀਤੀਆਂ। ਚਲੋ ਭਗਤ ਸਿੰਘ ਨੂੰ ਹੀ ਛੱਡ ਦਿਓ ਤੁਸੀਂ, ਬਹੁਤ ਸਾਰੇ ਮੁਸਲਮਾਨ ਦੇ, ਮੈਨੂੰ ਕੋਈ ਪੁੱਛ ਲੇ ਵੀ ਕਿੰਨੇ ਮੁਸਲਿਮ ਵੀ ਫਾਂਸੀ ਲੱਗੇ, ਕਿੰਨੇ ਮੁਸਲਮਾਨਾਂ ਨੂੰ ਜੇਲਾਂ ਹੋਈਆਂ, 2-3-4 ਬੰਦਿਆਂ ਤੋਂ ਨਾਂ ਤੋਂ ਗਾਂ ਸਾਨੂੰ ਯਾਦ ਹੀ ਨਹੀਂ, ਸਾਨੂੰ ਕੋਈ ਦੱਸਿਆ ਹੀ ਨਹੀਂ ਗਿਆ। ਪਾਕਿਸਤਾਨ ਵਾਲੇ ਪਾਸੇ ਇੱਧਰ ਵਾਲੇ ਲੋਕਾਂ ਦਾ ਜ਼ਿਕਰ ਨਹੀਂ ਆਉਂਦਾ। ਉਹ ਤਾਂ ਫਿਰ ਜਿਹੜੇ ਲੋਕ ਤਾਕਤ 'ਚ ਆ ਉਹਨਾਂ ਨੇ ਆਪਣੀ ਗੱਲ ਦੱਸਣੀ ਹੁੰਦੀ ਆ ਤੇ ਉਹਨਾਂ ਨੇ ਆਪਣੇ ਢੰਗ ਨਾਲ ਉਹਨੂੰ ਕਰਨਾ ਹੁੰਦਾ। ਮੈਂ ਕੱਲ ਪਰਸੋਂ ਕਿਸੇ ਕਿਤਾਬ 'ਚ ਪੜ੍ਹ ਰਿਹਾ ਸੀਗਾ ਜੀ, ਜਿਹੜੇ 54 ਮੁਲਕ ਕਾਮਨਵੈਲਥ ਕੰਟਰੀ ਦੇ ਆਜ਼ਾਦ ਹੋਏ ਗੋਰਿਆਂ ਕੋਲੋਂ, ਉਹਨਾਂ ਵਿੱਚੋਂ 53 ਮੁਲਕ ਇਹੋ ਜਿਹੇ ਜਿੱਥੇ ਬਾਪੂ ਗਾਂਧੀ ਤੇ ਨਹਿਰੂ ਦਾ ਨਾਂ ਕੋਈ ਜਾਣਦਾ ਨਹੀਂ। ਉਹ ਉਹਨਾਂ ਤੋਂ ਬਗੈਰ ਆਜ਼ਾਦ ਹੋ ਗਏ ਤੇ ਉਹਨਾਂ ਦਾ ਬਟਵਾਰਾ ਵੀ ਨਹੀਂ ਹੋਇਆ। 54 ਮੁਲਕ ਇਹਨਾਂ ਦੇ ਅੰਡਰ ਸੀ, 53 ਮੁਲਕਾਂ ਦੇ ਵਿੱਚ ਨਾ ਬਾਪੂ ਗਾਂਧੀ ਦਾ, ਨਾ ਬਾਪੂ ਚਾਚੇ ਨਹਿਰੂ ਦਾ ਕੋਈ ਰੋਲ ਹੈ ਤੇ ਉਹਨਾਂ ਮੁਲਕਾਂ ਦਾ ਬਟਵਾਰਾ ਨਹੀਂ ਹੁੰਦਾ। ਸਿਰਫ ਇੱਕ ਹਿੰਦੁਸਤਾਨ ਹੀ ਹੈ ਜਿੱਥੇ ਬਾਪੂ ਗਾਂਧੀ ਦਾ ਤੇ ਨਹਿਰੂ ਦਾ ਨਾਂ ਆਉਂਦਾ, ਤੇ ਇਸ ਮੁਲਕ ਦਾ 2 ਕੌਮਾਂ ਇਹੋ ਜਿਹੀਆਂ ਸੀ ਜਿਹੜੀਆਂ ਇਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੁੰਦੀਆਂ, ਇੱਕ ਬੰਗਾਲੀ, ਇੱਕ ਸਿੱਖ, ਦੋਨਾਂ ਨੂੰ ਵੰਡਤਾ। ਬਿਲਕੁਲ ਜਾਣ ਕੇ ਵੰਡਿਆ ਗਿਆ। ਅੱਛਾ, ਆਪਾਂ ਆਪਣੇ ਫਿਰ ਮੂਲ ਮੁੱਦੇ ਵੱਲ ਆਈਏ। ਹਾਂਜੀ ਆਓ। ਅੱਛਾ, ਸਿੱਖ ਕੌਮ ਦਾ ਐਡਾ ਵੱਡਾ ਜਰਨੈਲ ਹੋਵੇ ਤੇ ਅੱਜ ਤੱਕ ਪਹੁੰਚਦਿਆਂ, ਮੈਂ ਕਿਤੇ ਇੱਕ ਆਰਟੀਕਲ ਲਿਖਿਆ ਵੀ ਸੀ, ਮੇਰਾ ਸਪੋਕਸਮੈਨ ਛਪਿਆ ਸੀ ਕਿਸੇ ਜ਼ਮਾਨੇ 'ਚ, ਸਿੱਖ ਕੌਮ ਦਾ ਮੁਲਕ ਹੀਰਾ ਬਾਬਾ ਬੰਦਾ ਸਿੰਘ ਬਹਾਦਰ। ਮੇਰਾ ਬੜਾ ਇੰਟਰਸਟ ਹੈ ਬੰਦਾ ਸਿੰਘ ਬਹਾਦਰ ਦੀ ਜੀਵਨ ਦੇ ਉੱਤੇ, ਤੇ ਮੈਂ ਕੁਝ ਕਿਤਾਬਾਂ ਵੀ ਪੜ੍ਹੀਆਂ ਜਿੰਨੀ ਕਿ ਮੇਰੀ ਸਮਝ ਬਣੀ, ਤੇ ਉਹਦੇ ਵਿੱਚ ਮੈਂ ਇਸ ਗੱਲ ਦਾ ਵੀ ਜ਼ਿਕਰ ਕੀਤਾ, ਮੈਂ ਹੁਣ ਗੱਲ ਕਰਦਾ ਭੁੱਲ ਨਾ ਜਾਵਾਂ, ਕਿ ਅਸੀਂ ਉਹਨਾਂ ਨੂੰ ਉਹ ਮਾਨਤਾ ਸਿੱਖਾਂ ਨੇ ਵੀ ਨਹੀਂ ਦਿੱਤੀ ਅੱਜ ਤੱਕ ਜਿਹੜੇ ਉਹ ਹੱਕਦਾਰ ਸੀਗੇ। ਬਾਕੀ ਪਰਾਇਆਂ ਨੇ ਤਾਂ ਕੀ ਦੇਣੀ ਆ, ਜਿਹੜੀ ਸਿੱਖ ਨੇ, ਅਸੀਂ ਵੀ ਉਹਨਾਂ ਨੂੰ ਉਸ ਤਰ੍ਹਾਂ ਉਸ ਪੱਧਰ ਦਾ ਜਰਨੈਲ ਵੀ ਨਹੀਂ ਮੰਨਿਆ, ਉਸ ਪੱਧਰ ਦਾ ਆਗੂ ਨਹੀਂ ਮੰਨਿਆ। ਪਹਿਲਾ ਬਾਦਸ਼ਾਹ ਵੀ ਸਿੱਕਾ ਚਲਾਇਆ ਉਹਨੇ, ਗੁਰੂਆਂ ਦੇ ਨਾਂ ਦਾ ਚਲਾਇਆ, ਕੁਝ ਐਸਾ ਕੀਤਾ ਹੀ ਨਹੀਂ ਵੀ ਜੇ ਤੋਂ ਆਪਾਂ ਨੂੰ ਕੋਈ ਕਿੰਤੂ ਹੋ ਸਕੇ। ਜਿਹੜੀਆਂ ਫਟੀਸ਼ੀਅਸ ਗੱਲਾਂ ਜਿਹੜੀਆਂ ਜੋੜ ਦਿੱਤੀਆਂ, ਜਿਵੇਂ ਤੁਸੀਂ ਕਿਹਾ ਵਿਆਹ ਕਰਾ ਲਿਆ ਜਾਂ 2-4 ਚੀਜ਼ਾਂ ਇੱਦਾਂ ਦੀਆਂ ਜੋੜਤੀਆਂ, ਤੇ ਉਹ ਕੋਈ ਏਡਾ ਵੱਡਾ ਕ੍ਰਾਈਮ ਤਾਂ ਹੈ ਨਹੀਂ। ਕੋਈ ਵੀ ਆਗੂ ਯੁੱਧ ਲੜਦਾ ਹੈ ਤੇ ਕਿਤੇ ਨਾ ਕਿਤੇ ਕੋਈ ਗਲਤੀ ਹੁੰਦੀ ਆ। ਨਹੀਂ ਜੀ, ਵਿਆਹ ਨੈਪੋਲੀਅਨ ਕੋ ਨਹੀਂ ਹੋਈਆਂ ਹੋਣਗੀਆਂ, ਹੋਰਨਾਂ ਕੋ ਨਹੀਂ ਹੋਈਆਂ ਹੋਣਗੀਆਂ। ਨਹੀਂ, ਤੁਸੀਂ ਵਿਆਹ ਦੀ ਗੱਲ ਕੀਤੀ ਹੈ। ਹਾਂ, ਵਿਆਹ ਉਧਰ ਪਹਾੜੀ ਕਿਸੇ ਰਾਜੇ ਨੇ ਆਪਣੀ ਰਾਜਕੁਮਾਰੀ ਦੇ ਨਾਲ ਬੰਦਾ ਸਿੰਘ ਬਹਾਦਰ ਦਾ ਵਿਆਹ ਕਰਨਾ, ਇਹਦਾ ਮਤਲਬ ਹੈ ਬੰਦਾ ਸਿੰਘ ਬਹਾਦਰ ਨੂੰ ਆਪਣੇ ਲੈਵਲ ਦਾ ਇੱਕ ਰਾਜਾ ਮੰਨ ਰਿਹਾ ਤਾਂ ਵਿਆਹ ਹੋਇਆ ਜੀ। ਐਵੇਂ ਥੋੜੀ ਹੈ। ਇਹਦਾ ਮਤਲਬ ਬੰਦਾ ਸਿੰਘ ਬਹਾਦਰ ਨੂੰ ਉਹਨੇ ਐਕਸੈਪਟ ਕੀਤਾ ਹੈ। ਬੰਦਾ ਸਿੰਘ ਬਹਾਦਰ ਉਹਦੀ ਲੜਕੀ ਨੂੰ ਕੱਢ ਕੇ ਨਹੀਂ ਲਿਆ, ਵਿਆਹ ਹੋਇਆ। ਬਿਲਕੁਲ। ਤੇ ਵਿਆਹ ਹੋਇਆ ਆਪਣੇ ਲੈਵਲ ਤੇ, ਰਾਜੇ ਮਹਾਰਾਜੇ ਆਪਣੇ ਲੈਵਲ ਤੇ ਵਿਆਹ ਕਰਦੇ ਆ। ਉਹ ਰਾਜਕੁਮਾਰੀ ਨਾਲ ਵਿਆਹ ਕਰਾਉਣਾ, ਬੰਦਾ ਸਿੰਘ ਬਹਾਦਰ ਨੂੰ ਅਗਲਿਆਂ ਨੇ ਕੋਈ ਹਸਤੀ ਮੰਨਿਆ ਤਾਂ ਵਿਆਹ ਹੋਇਆ।
ਅੱਛਾ, ਇੱਕ ਬੰਦਾ ਬਹਾਦਰ ਬਾਰੇ ਇਹ ਬੜਾ ਕਿਹਾ ਜਾਂਦਾ ਹੈ ਕਿ ਉਹ ਮੰਡੀ 'ਚ ਉਹਨਾਂ ਨੂੰ ਕੈਦ ਕਰ ਲਿਆ, ਉਹ ਪਿੰਜਰੇ ਸਮੇਤ ਉੱਡ ਕੇ ਚਲ ਗਏ, ਜਾਂ ਉਹ ਇਦਾਂ ਪ੍ਰਗਟ ਹੋ ਜਾਂਦੇ ਸੀ। ਈਵਨ ਜਿਹੜੇ ਭਾਈ ਪਰਮਾਨੰਦ ਨੇ ਵੀ ਕੋਈ ਕਿਤਾਬ ਲਿਖੀ ਹੈ ਨਾ ਬੰਦਾ ਬਹਾਦਰ ਦੇ ਉੱਤੇ, ਉਹਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਜਿੰਨਾ ਚਿਰ ਤੇ ਬੰਦਾ ਬਹਾਦਰ ਜਿਹਦੇ ਕੋਲ ਸਾਰੀਆਂ ਇਹ ਸ਼ਕਤੀਆਂ ਸੀਗੀਆਂ, ਉਹ ਸਿੱਖ ਕੌਮ ਦਾ ਆਗੂ ਰਿਹਾ, ਉਹਨਾਂ ਚਿਰ ਤੇ ਜਿੱਤਾਂ ਹੁੰਦੀਆਂ ਰਹੀਆਂ। ਜਦੋਂ ਬੰਦਾ ਬਹਾਦਰ ਪੈਸਿਵ ਹੋ ਗਿਆ ਜਾਂ ਚਲ ਜਾਂਦਾ ਸੀਗਾ, ਕਿਲਾ ਛੱਡ ਕੇ ਉਹ ਚਲ ਗਏ, ਰਿਆਸੀ ਚਲ ਗਏ, ਜਾਂ ਕੋਈ ਚਿਰਲੀ ਦੇ ਪੀਰੀਅਡ ਆਉਂਦਾ ਨਾ ਜੀ 8 ਸਾਲ ਦੇ ਵਿੱਚ, ਕਿ ਉਹ ਥੋੜ੍ਹੇ ਪੈਸਿਵ ਹੋ ਜਾਂਦੇ ਆ, ਉਹ ਸਿੱਧੇ ਤੌਰ 'ਤੇ ਯੁੱਧ ਨਹੀਂ ਲੜਦੇ, ਕਿਉਂਕਿ ਸਿੱਖ ਪੰਥ 'ਚ ਫੁੱਟ ਬੜੀ ਪੈਂਦੀ ਆ, ਉਹਦੇ ਤੋਂ ਇੱਕ ਕਿਸਮ ਦੇ ਪਾਸਾ ਵੱਟਦੇ ਥੋੜ੍ਹੇ ਸਮੇਂ ਲਈ ਵੀ ਆਪਾਂ ਮਿਲ ਕੇ ਜੋ ਕਰਨਾ ਕਰਾਂਗੇ, ਇਕੱਲਿਆਂ ਨਹੀਂ ਕੁਛ ਕਰਨਾ। ਤੇ ਉਹ ਫਿਰ ਕਹਿੰਦੇ ਆ ਕਿ ਜਿੰਨੀਆਂ ਕੋ ਜਿੱਤਾਂ ਪ੍ਰਾਪਤ ਕਰਦਾ ਸੀਗਾ ਤੇ ਸਿੱਖਾਂ ਕੋ ਸੰਭਾਲੀਆਂ ਨਹੀਂ ਜਾਂਦੀਆਂ, ਉਹ ਫੇਰ ਵਾਪਸ ਹੋ ਜਾਂਦੀਆਂ ਸੀ। ਉਹ ਮਿਸਾਲ ਦਿੰਦੇ ਨੇ ਸਰਹੰਦ ਦੀ, ਕਿ ਉੱਥੇ ਫਤਿਹ ਸਿੰਘ ਨੂੰ ਬਣਾਇਆ ਸੀ ਨਵਾਬ ਉੱਥੋਂ ਦਾ। ਫਿਰ ਜਿਹੜੀਆਂ ਹੋਰ ਨਿੱਕੇ ਨਿੱਕੇ ਪਰਗਣੇ ਜਿੱਤਦੇ ਗਏ ਬੰਦਾ ਬਹਾਦਰ, ਤੇ ਕਿਸੇ ਨਾ ਕਿਸੇ ਨੂੰ ਉੱਥੇ ਦਾ ਆਪਣਾ ਥਾਪਦੇ ਜਾਂਦੇ ਸੀਗੇ ਸੂਬੇਦਾਰ, ਜਾਂ ਸਮਝ ਲਓ ਉਸ ਸਮੇਂ ਦੇ ਮੁਤਾਬਕ ਜਿਹੜੇ ਵੀ ਨਾਂ ਦਿੱਤੇ ਜਾਂਦੇ ਸੀ, ਤੇ ਉਹਨਾਂ ਕੋਲੋਂ ਸੰਭਾਲੇ ਨਹੀਂ ਗਏ। ਸੰਭਾਲਣ ਦੀ ਗੱਲ ਤੁਸੀਂ ਆਪਾਂ ਲਓ ਨਾ, ਤੁਹਾਡੇ ਸਾਹਮਣੇ ਆਪਣੇ ਤੋਂ ਥੋੜਾ ਚਿਰ ਪਹਿਲਾਂ ਹੀ 1907 'ਚ ਪਹਿਲਾ ਰੈਵੋਲੂਸ਼ਨ ਆਉਂਦਾ ਰਸ਼ੀਆ 'ਚ, 17 'ਚ 17 'ਚ ਤਾਂ ਕੰਪਲੀਟ ਹੋ ਜਾਂਦਾ। ਹਾਂਜੀ 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 1907 ਦੇ ਵਿੱਚ ਪਹਿਲਾਂ ਫੇਲ ਹੋ ਗਈ ਸੀ। ਹਾਂਜੀ ਬਿਲਕੁਲ ਬਿਲਕੁਲ, ਇੱਕ ਵਾਰੀ ਪਹਿਲਾਂ। 1907 ਤੋਂ ਬਾਅਦ 10 ਸਾਲ ਫਿਰ ਤਿਆਰੀ ਚੱਲੀ, ਫਿਰ ਜਾ ਕੇ ਪੈਰ ਲੱਗੇ ਨਾ। ਤੇ ਬੰਦਾ ਸਿੰਘ ਬਹਾਦਰ ਕੋਲ ਤਾਂ ਸਾਰੇ 8 ਸਾਲ ਹੈ। ਹਾਂਜੀ, ਟੋਟਲ 8 ਸਾਲਾਂ ਚੋਂ 2 ਸਾਲ ਤੇ 1-2 ਮਹੀਨੇ ਉਹ ਰਾਜ ਵੀ ਕਰਦੇ ਆ। ਹੁਣ ਐਡੀ ਵੱਡੀ ਸਲਤਨਤ ਦੇ ਨਾਲ ਉਹਨਾਂ ਨੇ ਮੱਥਾ ਲਾਇਆ, ਉਹਨਾਂ ਨੂੰ ਪਤਾ ਹੈ ਵੀ ਇਹ ਸਰਹੰਦ ਇਹਨਾਂ ਨੇ ਕੈਪਚਰ ਕਰ ਲੈਣਾ, ਸਾਡੇ ਬੰਦੇ ਵੀ ਮਾਰੇ ਜਾਣੇ। ਜਦੋਂ ਆਪਣੇ ਲੋਹਗੜ੍ਹ ਦੇ ਕਿਲ੍ਹੇ ਨੂੰ ਉਹਨਾਂ ਨੇ ਘੇਰ ਲਿਆ, ਉੱਥੋਂ ਭੱਜ ਗਏ। ਉਹਨਾਂ ਨੇ ਅੱਗੇ ਜਾ ਕੇ ਚੁੱਪ ਕਰਕੇ ਪੈਸੇ ਹੋ ਕੇ ਨਹੀਂ ਬੈਠੇ। ਜਿਹੜੀਆਂ ਮੈਂ ਕਿਤਾਬਾਂ 4-5 ਪੜ੍ਹੀਆਂ, ਉਹਨਾਂ 'ਚੋਂ ਇਹ ਮਿਲਦਾ ਹੈ ਕਿ ਜਿਹੜੇ ਵੀ ਅੱਗੇ ਉਹਨਾਂ ਦੇ ਆਪਣੇ ਪਰਗਣਿਆਂ ਵਾਲੇ ਆਏ, ਸਾਰਿਆਂ ਨੂੰ ਨਵਾ ਕੇ ਗਾਂਹ ਤੁਰੇ ਜਾਂਦੇ ਆ। ਹੁਣ ਰਾਜ ਭਾਗ ਸੰਭਾਲਣਾ, ਇਹ ਐਡੀ ਵੱਡੀ ਸਲਤਨਤ ਦੇ ਨਾਲ ਮੱਥਾ ਲਾਇਆ, ਇਹ ਇੱਕ ਦਿਨ 'ਚ ਨਹੀਂ ਹੋਣਾ, ਇਹ ਹੋਇਆ ਬਾਅਦ 'ਚ ਆ ਕੇ ਮਿਸਲਾਂ ਵਾਲਿਆਂ ਨੇ। ਮਿਸਲਾਂ ਕਿੱਥੇ ਕਿੱਥੇ ਰਹੀਆਂ? ਮਿਸਲਾਂ ਤੋਂ ਬਾਅਦ ਜੇ ਰਾਜਾ ਰਣਜੀਤ ਸਿੰਘ ਰਾਜ ਕਾਇਮ ਕਰਦਾ ਹੈ, ਇੱਕ ਸਮਾਜ ਨੂੰ ਕੰਟਰੋਲ ਕਰਨਾ ਜੀ ਇੱਕ ਦਿਨ ਦਾ ਖਾਲਾ ਜੀ ਦਾ ਵਾੜਾ ਨਹੀਂ ਹੈ, ਇੱਕ ਦਿਨ ਦਾ ਕੰਮ ਨਹੀਂ ਹੈ। ਇਹ ਸਾਲਾਂ ਬੱਧੀ ਯੁੱਧ ਚੱਲਦੇ ਰਹੇ। ਅਖੀਰ ਤੇ ਆ ਕੇ ਰਾਜ ਭਾਗ ਜਿਹੜਾ ਰਣਜੀਤ ਸਿੰਘ ਸਟੈਬਲਿਸ਼ ਕਰਦੇ, ਇਹ ਬੰਦਾ ਸਿੰਘ ਬਹਾਦਰ ਜਾਂ ਗੁਰੂ ਸਾਹਿਬਾਨ ਤੋਂ, ਗੁਰੂ ਨਾਨਕ ਸਾਹਿਬ ਤੋਂ ਚਲਾ ਲਓ, ਇਹ ਸਾਰੀ ਇੱਕ ਲਹਿਰ 250-300 ਸਾਲ ਚੱਲਦੀ ਹੈ, ਤਾਂ ਜਾ ਕੇ ਕਿਤੇ ਕੁਛ ਗੱਲ ਬਣਦੀ ਹੈ ਵੀ ਗੁਰੂ ਨਾਨਕ ਸਾਹਿਬ ਦੀ ਥਿਊਰੀ ਦੇ ਮੁਤਾਬਕ ਰਾਜ ਕਾਇਮ ਹੋਇਆ। ਪਰ ਜਿਹੜਾ ਵਿੱਚ ਮਿਸਲਾਂ ਦਾ ਪੀਰੀਅਡ ਆਇਆ ਜੀ ਬੰਦਾ ਬਹਾਦਰ ਤੋਂ ਬਾਅਦ, ਜਿਹੜਾ 18ਵੀਂ ਸਦੀ ਦਾ ਸੰਘਰਸ਼ ਦਾ ਜੋ ਤੁਸੀਂ ਕਹਿੰਦੇ ਗੋਲਡਨ ਪੀਰੀਅਡ ਵੀ ਕਹਿੰਦੇ ਆ ਆਪਾਂ ਸਿੱਖੀ ਦਾ, ਕਿ ਉਹਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਦੇ ਰਹੇ, ਬਿਨਾਂ ਭੁੱਖੇ ਭਾਣੇ ਯੁੱਧ ਲੜਦੇ ਰਹੇ, ਬੜਾ ਕੁਝ ਪੜ੍ਹਦੇ ਸੁਣਦੇ ਆ। ਉਹ ਮਤਲਬ ਉਸ ਪੀਰੀਅਡ ਨੂੰ ਕਹਿੰਦੇ ਆ ਕਿ ਉਹ ਸਿੱਖਾਂ ਦਾ ਇੱਕ ਕਿਸਮ ਦਾ ਗੋਲਡਨ ਪੀਰੀਅਡ ਸੀ। ਬੱਚੇ ਕੱਟ ਕੇ ਮਾਵਾਂ ਦੇ ਗਲ 'ਚ ਹਾਰ ਪਾਏ, ਜੱਜ ਦਾ ਹਿਰਦਾਸ ਕਰਦੇ ਆ, ਬਹੁਤ ਜ਼ੁਲਮ ਹੋਏ ਮਤਲਬ ਉਸ ਸਮੇਂ 'ਚ। ਮੀਰ ਮਨੂ ਦੀ ਜੇਲ੍ਹ ਦੇ ਵਿੱਚ, ਹਾਂਜੀ, ਜ਼ਕਰੀਆ ਖਾਨ ਦਾ ਸਮਾਂ, ਮੀਰ ਮਨੂ ਦਾ ਸਮਾਂ, ਸਾਰਾ ਉਹ ਜਿਹੜਾ ਪੀਰੀਅਡ ਹੈ ਉਹ ਉਸ ਪੀਰੀਅਡ ਦੇ ਵਿੱਚ। ਤੇ ਪਰ ਨਾਲ ਦੀ ਨਾਲ ਉਸ ਪੀਰੀਅਡ ਤੋਂ ਬਾਅਦ ਜਦੋਂ ਸਿੱਖ ਥੋੜ੍ਹੀ ਤਾਕਤ ਫੜਦੇ ਨੇ, ਤੇ ਫਿਰ ਜਦੋਂ ਮਿਸਲਾਂ 'ਚ ਵੰਡੇ ਜਾਂਦੇ ਨੇ, 11 ਮਿਸਲਾਂ ਵੀ ਬਣ ਜਾਂਦੀਆਂ, ਆਪੋ 'ਚ ਵੀ ਲੜੀ ਜਾਂਦੇ ਨੇ। ਉਹ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹਿੰਮਤ ਕਰਕੇ ਇਕੱਠੇ ਕਰਤੇ। ਤੇ ਤੁਸੀਂ ਕਹਿੰਦੇ ਹੋ ਕਿ ਪੂਰੇ ਦਾ ਪੂਰਾ ਗੁਰੂ ਸਾਹਿਬ ਦੀ ਉਹਦੀ ਲਹਿਰ ਦੇ ਮੁਤਾਬਕ ਹੀ ਚੱਲਿਆ। ਵਿੱਚ ਇੱਕ ਪੀਰੀਅਡ ਐਸਾ ਨਹੀਂ ਆਉਂਦਾ ਕਿ ਜਦੋਂ ਮਿਸਲਾਂ ਦਾ ਸਮਾਂ ਆਉਂਦਾ ਆ ਤੇ ਸਿੱਖ ਪੰਥ ਵਿੱਚ ਵੀ ਫੁੱਟ ਪੈਂਦੀ ਆ, ਬੰਦਾ ਬਹਾਦਰ ਵੇਲੇ ਵੀ ਫੁੱਟ ਪਈ ਆ? ਦੇਖੋ ਜੀ, ਇੱਦਾਂ ਹੁੰਦਾ ਹੈ, ਲੀਡਰ ਹਰ ਕੋਈ ਚਾਹੁੰਦਾ ਵੀ ਮੈਂ ਵੀ ਵੱਡਾ ਲੀਡਰ ਹੋਵਾਂ, ਪਰ 12 ਮਿਸਲਾਂ ਦੀਆਂ ਅਸੀਂ ਜਦੋਂ ਗੱਲਾਂ ਕਰਦੇ ਹਾਂ, ਸਾਰਿਆਂ ਦੀਆਂ ਫਾਈਲਾਂ ਅਕਾਲ ਤਖ਼ਤ 'ਤੇ ਪਈਆਂ। ਤੇ ਜਦੋਂ ਅਬਦਾਲੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੰਦਾ, ਤੇ ਇੱਕ ਗੁਰੂ ਘਰ ਨਾਲ ਪਿਆਰ ਕਰਨ ਵਾਲਾ ਦੇਸਰਾਜ ਸਿੰਘ ਆਉਂਦਾ ਹੈ। ਦੇਸਰਾਜ ਉਹਦਾ ਨਾਂ ਹੈ, ਕਈ ਦੇਸਰਾਜ ਸਿੰਘ ਵੀ ਲਿਖਦੇ ਆ। ਦੇਸਰਾਜ ਹਾਂਜੀ ਹਿੰਦੂ ਜੈਂਟਲਮੈਨ ਹੈ। ਹਾਂਜੀ, ਉਹਦੇ ਕੋਲ ਇਹ ਅਧਿਕਾਰ ਹੈ ਵੀ ਤੁਸੀਂ ਜਿਸ ਕਿਸੇ ਦੀ ਮਰਜ਼ੀ ਫਾਈਲ ਦੇ ਉੱਤੇ ਲਿਖ ਦਿਓ ਵੀ ਇੰਨੇ ਪੈਸੇ ਚਾਹੀਦੇ ਦਰਬਾਰ ਸਾਹਿਬ ਦੀ ਉਸਾਰੀ ਵਾਸਤੇ, ਅਸੀਂ ਹਾਜ਼ਰ ਹਾਂ। ਅਕਾਲ ਤਖ਼ਤ ਜਾਂ ਸਿੱਖ ਧਰਮ ਦਾ ਜਿਹੜਾ ਮੁੱਢ ਹੈਗਾ, ਉਹਦੇ ਵਾਸਤੇ ਸਾਰੇ ਬੰਦੇ ਫੇਰ ਇੱਕ ਥਾਂ ਇਕੱਠੇ ਹੁੰਦੇ ਆ। ਨਹੀਂ, ਉਹ ਤੇ ਸਰਬੱਤ ਖਾਲਸਾ ਦੀ ਪਰੰਪਰਾ ਵੀ ਆਪਾਂ ਨੂੰ ਪਤਾ ਹੈ ਕਿ ਆਪਸ 'ਚ ਲੜਦੇ ਵੀ ਸੀ, ਪਰ ਜਦੋਂ ਫਿਰ ਕਿਤੇ ਸਾਂਝੇ ਦੁਸ਼ਮਣ ਨਾਲ ਟੱਕਰ ਹੁੰਦਾ ਸੀ, ਸਾਰੇ ਇਕੱਠੇ ਹੁੰਦੇ ਸੀ। ਉਹ ਤੇ ਉੱਚ ਤੇ ਕੋਈ ਦੋਰਾਵਾ ਨਹੀਂ। ਇਹਦਾ ਮਤਲਬ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਸਹਿਮਤੀ ਤਾਂ ਹੁੰਦੀ ਹੈ ਨਾ। ਇਕੱਲੇ ਰਾਜ ਭਾਗ ਕਰਕੇ ਲੜਨ ਦੀ ਨਹੀਂ ਗੱਲ। ਸਾਂਝੇ ਕਾਰਜ ਵਾਸਤੇ, ਸਿੱਖ ਧਰਮ ਦੇ ਪ੍ਰਚਾਰ ਵਾਸਤੇ, ਜਾਂ ਸਿੱਖ ਧਰਮ ਨੂੰ ਫੈਲਾਉਣ ਵਾਸਤੇ, ਜਾਂ ਸਿੱਖ ਰਾਜ ਨੂੰ ਹੋਰ ਵੱਡਾ ਕਰਨ ਵਾਸਤੇ, ਉਹ ਕਿਤੇ ਨਾ ਕਿਤੇ ਸਹਿਮਤ ਹੁੰਦੇ ਆ। ਤੇ ਫਿਰ ਮੈਂ ਕਹਿੰਦਾ ਮਹਾਰਾਜਾ ਰਣਜੀਤ ਸਿੰਘ, ਇੱਕ ਕਿਤਾਬ ਮੇਰੀ ਜੇ ਯਾਦ ਹੁਣ ਮੈਨੂੰ ਧੁੰਦਲੀ ਜੀ ਆ ਰਹੀ ਆ, ਸ਼ਾਇਦ ਪ੍ਰਿੰਸੀਪਲ ਸਤਬੀਰ ਸਿੰਘ ਦੀ ਕਿਤਾਬ ਹੈਗੀ ਆ, ਸਿੱਖ ਸਰਦਾਰ ਕਿਵੇਂ ਬਣੇ। ਅੱਛਾ ਜੀ।
ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਮਿਸਲਾਂ ਦਾ ਮੁੱਢ ਵੱਜਦਾ ਸ਼ੁਰੂਆਤੀ, ਜਿਹੜਾ ਪਿੰਡ 'ਚੋਂ ਥੋੜਾ ਜਿਹਾ ਕੋਈ ਤਕੜਾ ਬੰਦਾ ਸੀ, ਜਿਹੜੀ ਇੰਨੀ ਕੁ ਸਮਰੱਥਾ ਸੀ ਕਿ ਉਹ ਘੋੜਾ ਲੈ ਸਕਦਾ ਸੀ, ਤੇ ਉਹ ਸਰਦਾਰ ਹੁੰਦਾ ਸੀ, ਜਿਹੜੇ 4-5 ਨਾਲ ਤੁਰਦੇ ਸੀ, ਉਹ ਉਹਦੇ ਨਾਲ ਹੋ ਜਾਂਦੇ ਸੀਗੇ। ਤੇ ਉਹ ਫਿਰ ਨਿੱਕੇ ਨਿੱਕੇ ਲੈਵਲ ਤੇ ਜਿੱਦਾਂ ਉਹ ਤੇ ਉਹਨਾਂ ਨੂੰ ਲੁੱਟ ਖੋਹਾਂ ਵਾਲੀ ਗੱਲ ਹੀ ਸ਼ੁਰੂ ਕਰਦਾ ਕਿ ਮਾਰ ਕੇ ਮਾਰਨੇ ਸ਼ੁਰੂ ਕਰਦੇ ਆ, ਤੇ ਉਹ ਫਿਰ ਇਦਾਂ ਹੌਲੀ ਹੌਲੀ ਧਨ ਇਕੱਠਾ ਹੁੰਦਾ ਜਾਂਦਾ, ਤੇ ਇਦਾਂ ਇਦਾਂ ਕਰਕੇ ਮਿਸਲਾਂ ਦਾ ਹੁੰਦੀਆਂ ਨੇ। ਮਤਲਬ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਇਸ ਕਰਕੇ ਨਹੀਂ ਪੜ੍ਹਦਾ, ਮੇਰੇ ਕੋਲ ਇੱਕ ਉਹਨਾਂ ਦੀ ਕਿਤਾਬ ਪਈ ਹੈ 100 ਸਵਾਲ। ਹਾਂਜੀ। ਤੇ ਮੈਂ ਫਿਰ ਕਿਧਰੋਂ ਇੱਕ ਆਰਟੀਕਲ ਹੋਰ ਪੜ੍ਹਿਆ ਉਹਨਾਂ ਬਾਰੇ ਵੀ ਉਹ ਕੀ ਚੀਜ਼ ਸੀ। ਇਹ ਦੋ ਭਰਾ ਸੀ, ਦੂਜੇ ਭਰਾ ਦਾ ਮੈਨੂੰ ਨਾਂ ਨਹੀਂ ਯਾਦ ਆਉਂਦਾ, ਪ੍ਰਿੰਸੀਪਲ ਸਤਬੀਰ ਸਿੰਘ, ਦੋਨੋਂ ਸ਼੍ਰੋਮਣੀ ਕਮੇਟੀ ਸੀ। ਇਹ ਨਹਿਰੂ ਨੂੰ ਇੱਕ ਕਾਨਫਰੰਸ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ, ਨਹਿਰੂ ਗਿਆ ਹੋਇਆ ਸਾਊਥ 'ਚ। ਹਾਂਜੀ। ਆਪਦੇ ਭਰਾ ਨੂੰ ਉਸ ਕਾਨਫਰੰਸ ਦੀਆਂ ਸਾਰੀਆਂ ਗੱਲਾਂ ਦੇ ਕੇ ਉੱਥੇ ਭੇਜ ਦਿੰਦੇ, ਤੇ ਉੱਥੋਂ ਉਹ ਬੰਦਾ ਆਪਦਾ ਨਾਂ ਲਿਖ ਦਿੰਦਾ ਥੱਲੇ, ਇਸ ਕਰਕੇ ਉਹ ਪੜ੍ਹੀ ਗਈ ਗੱਲ। ਸ਼੍ਰੋਮਣੀ ਕਮੇਟੀ ਨੂੰ ਟੈਲਿਕਸ ਆਉਂਦੀ ਹੈ, ਉਸ ਵੇਲੇ ਦਾ ਟੈਲਿਕਸ ਦਾ ਹੀ ਹੁੰਦਾ ਸੀ ਕੰਮ। ਹਾਂਜੀ। ਟੈਲੀਗ੍ਰਾਮ ਕਹਿ ਲਓ, ਟੈਲੀਗ੍ਰਾਮ ਜਾਂ ਟੈਲੀ ਪ੍ਰਿੰਟਰ ਟਾਈਪ ਹੁੰਦਾ ਸੀ। ਜਿਹੜਾ ਬੰਦਾ ਬੈਠਾ ਸੀ ਉੱਥੇ, ਉਸ ਨੇ ਉਹ ਫੜ ਕੇ ਹਾਈ ਕਮਾਂਡ ਨੂੰ ਦਿੱਤੀ ਗੱਲ ਵੀ ਆਹ ਬੰਦਾ ਪ੍ਰਿੰਸੀਪਲ ਸਤਬੀਰ ਸਿੰਘ ਦੇ ਭਰਾ ਦਾ ਨਾਮ ਮੈਨੂੰ ਭੁੱਲ ਗਿਆ, ਸਾਊਥ 'ਚੋਂ ਟੈਲੀਗ੍ਰਾਮ ਕਰ ਰਿਹਾ, ਵਰਕ ਵੈਲ ਡਨ। ਇਸ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਫਿਰ ਉੱਥੋਂ ਸ਼੍ਰੋਮਣੀ ਕਮੇਟੀ 'ਚੋਂ ਕੱਢ ਕੇ ਇਹ ਆਪਣਾ ਜਿਹੜਾ ਅੱਜ ਕੱਲ੍ਹ ਹਰਿਆਣੇ ਦਾ ਇਲਾਕਾ ਹੈਗਾ, ਉੱਥੇ ਇੱਕ ਖਾਲਸਾ ਕਾਲਜ ਜਮਨਾ ਨਗਰ, ਉੱਥੇ ਪ੍ਰਿੰਸੀਪਲ ਜਗਾਦਰੀ ਜਮਨਾ ਨਗਰ। ਹਾਂਜੀ। ਤਾਂ ਮੈਂ ਉਸ ਤੋਂ ਬਾਅਦ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਪੜ੍ਹਨਾ ਬੰਦ ਕਰਤਾ। ਜਿਹੜੇ ਇਹੋ ਜਿਹੇ ਠੱਗ ਲੋਕ ਸਾਡੇ ਅੰਦਰ ਹੀ ਬੜੇ ਬੈਠੇ ਸੀ, ਉਹ ਤੁਹਾਨੂੰ ਕੀ ਅਸਲੀਅਤ ਦੱਸਣਗੇ, ਜਿਹੜੇ ਜਦੋਂ ਆਜ਼ਾਦ ਹੋਣੇ ਉਦੋਂ ਹੀ ਅੰਦਰ ਬੈਠੇ ਹੋਏ ਆ, ਔਰ ਉਹ ਅੰਦਰ ਦੀਆਂ ਗੱਲਾਂ ਬਾਹਰ ਪਹੁੰਚਾ ਰਹੇ ਆ। ਇਸ ਕਰਕੇ ਮੈਂ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਨਹੀਂ ਜੀ ਪੜ੍ਹਦਾ। ਜਿਹੜੀ 100 ਸਵਾਲ ਕਿਤਾਬ ਦੀ ਮੈਂ ਪੜ੍ਹੀ, ਉਹ ਵੀ ਉਹਦੇ 'ਚੋਂ ਮੋਰ ਦੈਨ 50% ਗੁਰੂ ਗ੍ਰੰਥ ਸਾਹਿਬ ਦੀ ਥਿਊਰੀ ਦੇ ਮੁਤਾਬਕ ਨਹੀਂ ਹੈਗੀ, ਜਿਹੜੇ ਉਹਨੇ ਜਵਾਬ ਦਿੱਤੇ ਹੋਏ। ਅੱਛਾ, ਫਿਰ ਜੇ ਹੁਣ ਬੰਦਾ ਬਹਾਦਰਾਂ ਦਾ ਐਪੀਸੋਡ ਜਿਹੜਾ ਵਾ, ਜੇ ਆਪਾਂ ਇਹਦੇ ਅੱਗੇ ਚੱਲੀਏ, ਜਾਂ ਸ਼ੁਰੂਆਤੀ ਦੌਰ 'ਚ ਉਹਨਾਂ ਦਾ ਜਲਾਓ ਹੁੰਦਾ ਬੜਾ ਵੱਡਾ, ਕਹਿੰਦੇ ਆ ਵੀ ਜਿਹੜਾ ਵੀ ਆਉਂਦਾ ਆ ਪਿੰਡ ਦਾ ਕੋਈ ਗਰੀਬ ਗੁਰਬਾ ਵੀ ਆਉਂਦਾ, ਜਦੋਂ ਉਹ ਵਾਪਸ ਜਾਂਦਾ ਤੇ ਉਸ ਇਲਾਕੇ ਦੇ ਥਾਣੇਦਾਰ, ਉਸ ਇਲਾਕੇ ਦੇ ਚੌਧਰੀ ਉਹਦਾ ਸਵਾਗਤ ਕਰਨ ਚੱਲ ਜਾਂਦੇ ਆ। ਤੇ ਬੰਦਾ ਬਹਾਦਰ ਬਾਰੇ ਇਹ ਵੀ ਆਪਾਂ ਪੜ੍ਹਿਆ ਕਿ ਉਹ ਜਦੋਂ ਜਿਹੜਾ ਵੀ ਆਉਂਦਾ ਮਿਲਣ ਉਹਨੂੰ ਮੋਹਰਾਂ ਦਿੰਦੇ ਆ ਪ੍ਰਸ਼ਾਦ ਵਜੋਂ, ਮਤਲਬ। ਤੇ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਵਿਸ਼ਵਾਸ ਵੱਜਦਾ ਇਹ ਕਿ ਰਸਤੇ 'ਚ ਇੱਕ ਵਾਰੀ ਉਹਨਾਂ ਕੋਲ ਸਭ ਰਸਤ ਮੁੱਕ ਜਾਂਦੀ ਹੈ, ਜਦੋਂ ਨੰਦੇੜ ਤੋਂ ਆ ਰਹੇ ਆ। ਵੇਖੋ, ਆਪਾਂ ਨੂੰ ਕਿਆਸ ਕਰਨਾ ਬਹੁਤ ਔਖਾ ਵੀ ਉਦੋਂ ਪੈਦਲ ਚੱਲਣ ਵਾਲੇ ਵੀ ਹੋਣਗੇ, ਨਾਲ ਕੁਝ ਘੋੜ ਸਵਾਰ ਹੋਣਗੇ, ਪੂਰੀ ਫੌਜ ਤਾਂ ਹੈ ਨਹੀਂ ਸੀਗੀ। ਤੇ ਰਸਤੇ 'ਚ ਕੋਈ ਉਹਨਾਂ ਨੂੰ ਇੱਕ ਬੰਜਾਰੇ ਮਿਲ ਜਾਂਦੇ ਆ, ਜਿਹੜੇ ਉਹਨਾਂ ਨੂੰ ਕਾਫੀ ਸਾਰੀ ਰਸਦ ਵੀ ਦੇ ਜਾਂਦੇ ਆ। ਫਿਰ ਉਹ ਜਦੋਂ ਕੋਈ ਲੁੱਟਮਾਰ ਕੀ ਜਦੋਂ ਜਿੱਥੇ ਜਾ ਕੇ ਉਹ ਕਬਜ਼ਾ ਕਰਦੇ ਆ, ਜਿੱਦਾਂ ਸਡੋਰੇ 'ਤੇ ਕੀਤਾ, ਦੂਜੀਆਂ ਥਾਵਾਂ 'ਤੇ ਕੀਤਾ, ਜਿੱਦਾਂ ਇਤਿਹਾਸ 'ਚ ਪੜ੍ਹਦੇ ਆ, ਉੱਥੋਂ ਜੋ ਕੁਝ ਮਿਲਦਾ ਸੀ ਉਹ ਪੂਰਾ ਦਾ ਪੂਰਾ ਫੌਜ 'ਚ ਵੰਡਦੇ, ਆਪ ਰੱਖਦੇ ਹੀ ਕੁਝ ਨਹੀਂ। ਫਿਰ ਉਹਨਾਂ ਨੂੰ ਵਿਸ਼ਵਾਸ ਹੋਣਾ ਸ਼ੁਰੂ ਹੋਇਆ ਵੀ ਇਹ ਬੰਦਾ ਵਾਕਿਆ ਹੀ ਗੁਰੂ ਦੇ ਸੱਚਾ ਇੱਕ ਸਹੀ ਬੰਦਾ ਚੁਣ ਕੇ ਭੇਜਿਆ, ਜਿਹਨੂੰ ਆਪਣਾ ਕੋਈ ਲਾਲਚ ਨਹੀਂ ਆ, ਸਾਰਾ ਤਿਆਗ ਹੀ ਤਿਆਗ ਹੈ। ਤੇ ਫਿਰ ਇਹ ਕਰਨਾ ਪਏਗਾ ਨਾ, ਲੋਕਾਂ ਨੂੰ ਖਾਣਾ ਪਏਗਾ ਵੀ ਮੈਂ ਇਮਾਨਦਾਰ ਹਾਂ, ਤਾਂ ਹੀ ਤਾਂ ਲੋਕ ਵਿਸ਼ਵਾਸ ਕਰਨਗੇ। ਉਸ ਤੋਂ ਬਗੈਰ ਗੱਲ ਬਣਦੀ ਨਹੀਂ। ਬਾਕੀ ਜਿਹੜੀ ਕਾਫਲਾ ਮਿਲਣ ਵਾਲੀ ਗੱਲ ਹੈ ਨਾ, ਉਹ ਤੁਸੀਂ ਵੀਡੀਓ ਦੇ ਵਿੱਚੋਂ ਸ਼ਾਇਦ ਮਿਸ ਕਰ ਗਏ। ਲੱਖੀ ਸ਼ਾਹ ਵਣਜਾਰਾ ਉਸ ਵੇਲੇ ਉਹਦਾ ਕਾਫਲਾ, ਭਾਵੇਂ ਉਹ ਹਿੰਦੂ ਆ, ਔਰੰਗਜ਼ੇਬ ਹੁਣ ਗੱਲ ਕਰਦੇ ਉਹਨਾਂ ਨੇ ਉਹ ਵੀਡੀਓ 'ਚ ਕਲੀਅਰ ਕੀਤਾ ਹੈ ਕਿ ਉਸ ਵੇਲੇ ਜਿਹੜੇ ਇਹ ਸੀਗੇ ਲੱਖੀ ਸ਼ਾਹ ਲਬਾਣੇ ਪਰਿਵਾਰ ਜਿਹੜੇ ਸੀਗੇ, ਉਹਨਾਂ ਦਾ ਹਿੰਦੁਸਤਾਨ ਦੇ ਬੰਬੇ ਤੋਂ ਲੱਗ ਕੇ ਪੂਰੇ ਬਿਜ਼ਨਸ ਤੇ ਕੰਟਰੋਲ ਸੀਗਾ, ਤੇ ਉਹ ਗੁਰੂ ਸਾਹਿਬ ਦੇ ਬਹੁਤ ਵੱਡੇ ਸਪੋਰਟਰ ਸੀ। ਖੂਹ ਜਿਹੜੇ ਬਣਾਏ ਉਹਨਾਂ ਨੇ ਉਹ ਕਿਲਿਆਂ ਦੇ ਵਿੱਚ, ਮੈਂ ਉਹ ਸਾਰੀ ਧਿਆਨ ਨਾਲ ਸੁਣੀ ਹੈ ਜੀ। ਵੈਸੇ ਹਾਂਜੀ, ਕਿਲੇ ਬਣਾਏ। ਹਾਂਜੀ। ਲੱਖੀ ਸ਼ਾਹ ਵਣਜਾਰੇ ਦੀ ਬੰਦਾ ਸਿੰਘ ਬਹਾਦਰ ਦੇ ਗਰੁੱਪ ਨੂੰ ਜਿਹੜਾ ਨਾਲ ਆ ਰਿਹਾ, ਉਹਨਾਂ ਦੇ ਨਾਲ ਹੀ ਆ ਰਹੇ, ਪੂਰੀ ਸਪੋਰਟ ਹੈ। ਕੋਈ ਦਾਣਾ ਪਾਣੀ ਅੰਨ ਪਾਣੀ ਮੁੱਕਣ ਵਾਲੀ ਗੱਲ ਨਹੀਂ, ਕਿਉਂਕਿ ਜਿਹੜੀਆਂ ਫੌਜਾਂ ਸਾਊਥ ਦੇ ਵਿੱਚ ਲੜਾਈ ਲੜਦੀਆਂ ਔਰੰਗਜ਼ੇਬ ਦੀਆਂ, ਉਹਨਾਂ ਵਾਸਤੇ ਮੱਖਣ ਸ਼ਾਹ ਜਿਹੜਾ ਲੱਖੀ ਸ਼ਾਹ ਵਣਜਾਰਾ ਜਿਹੜਾ ਹੈਗਾ, ਇਹੀ ਤਾਂ ਰਸਦ ਪਾਣੀ ਸਾਰੀ ਸਪਲਾਈ ਕਰਦਾ। ਅੱਛਾ ਜੀ। ਹਾਂ, ਜਿਹੜੇ 12 ਖੰਭਾ ਰੋਡ ਹੈ ਨਾ, ਹਾਂਜੀ, ਉਹ ਕਹਿੰਦੇ ਵੀ ਇੱਥੇ 12 ਖੰਭਿਆਂ ਨਾਲ ਉਹਨਾਂ ਦੇ ਗੱਡੇ ਆ ਕੇ ਵੱਜਦੇ ਸੀ, ਤਾਂ 12 ਖੰਭੇ ਗੱਡੇ ਹੋਏ ਸੀ ਵੀ ਇੱਥੇ ਬਲਦ ਬੁਲਦ ਸਾਰਾ ਕੁਝ ਬਣਨਾ, ਤਾਂ ਉਹਦਾ ਨਾਮ 12 ਖੰਭਾ ਰੋਡ ਪਿਆ। ਰਸਦ ਲੈ ਕੇ ਆਉਣ ਵਾਲੇ ਗੱਡੇ। ਹਾਂ। ਅੱਛਾ ਜੀ। ਮਤਲਬ ਇੱਕ ਕਿਸਮ ਦੇ ਉਹ ਫੌਜਾਂ ਦੇ ਸਪਲਾਇਰ ਹੋਣਗੇ, ਤੇ ਨਾਲ ਗੁਰੂ ਘਰ ਨਾਲ ਉਹਨਾਂ ਦੀ ਸ਼ਰਧਾ ਹੋਏਗੀ, ਤੁਹਾਡੇ ਕਹਿਣ ਦਾ ਮਤਲਬ ਇਹ ਹੈ। ਭਾਈ ਮਨੀ ਸਿੰਘ ਦਾ ਸਹੁਰਾ ਹੈ ਜੀ। ਅੱਛਾ ਜੀ। ਹਾਂਜੀ, ਭਾਈ ਮਨੀ ਸਿੰਘ ਜਿਨ੍ਹਾਂ ਦਾ ਬੰਦ ਕੱਟਿਆ ਗਿਆ ਹੈ। ਹਾਂ। ਲੱਖੀ ਸ਼ਾਹ ਵਣਜਾਰਾ, ਲੱਖੀ ਸ਼ਾਹ ਵਣਜਾਰੇ ਦੀ ਕੁੜੀ ਨੂੰ ਭਾਈ ਮਨੀ ਸਿੰਘ ਉਹਨਾਂ ਦਾ ਵਿਆਹ ਹੋਇਆ ਹੋਇਆ। ਅੱਛਾ ਜੀ। ਹਾਂਜੀ। ਇਹ ਗੁਰੂ ਘਰ ਦੇ ਇੱਕ ਨਹੀਂ, ਇਹ ਚੌਥੀ ਪੰਜਵੀਂ ਪੀੜ੍ਹੀ ਤੋਂ ਐ ਤੁਰੇ ਹੀ ਆਉਂਦੇ ਗੁਰੂ ਘਰ ਦੇ ਨਾਲ। ਉਹਨਾਂ ਦੇ ਸਿੰਪੈਥਾਈਜ਼ਰ ਵੀ ਹੈ, ਉਹਨਾਂ ਦੀ ਸਪੋਰਟ ਵੀ ਕਰਦੇ, ਸਾਰਾ ਕੁਛ ਜੀ। ਜੇ ਉਹ ਆਪਣੇ ਗੱਡੇ ਦੇ ਵਿੱਚ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਤੜ ਘਰ ਨੂੰ ਲਿਜਾ ਕੇ ਅੱਗ ਲਾ ਦਿੰਦੇ ਆ, ਇਹਦਾ ਮਤਲਬ
ਤੁਸੀਂ ਸਮਝ ਗਏ ਵੀ ਗੁਰੂ ਘਰ ਨਾਲ ਜੁੜੇ ਹੋਏ ਆ, ਤਾਂ ਹੀ ਤਾਂ ਆਪਦੇ ਘਰ ਨੂੰ ਜਾ ਕੇ ਅੱਗ ਲਾਈ। ਬਿਲਕੁਲ। ਅੱਛਾ, ਉਹ ਜਿਹੜੀ ਤੁਸੀਂ ਵੀਡੀਓ ਮੈਨੂੰ ਭੇਜੀ ਸੀ ਉਹਦੇ ਮੁਤਾਬਕ ਤੇ ਜਿਹੜੇ ਉਹ ਗਗਨ ਕੀ ਨਾਮ ਉਹਨਾਂ ਦਾ ਪੂਰਾ ਜਿਹੜੇ ਆ ਗਗਨਦੀਪ ਰੀ ਜਿਹੜੇ ਅਫਸਰ ਜਿਹੜੇ ਉਹ ਸਾਰਾ ਲੈਕਚਰ ਦੇ ਰਹੇ ਨੇ, ਉਹ 'ਚ ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਜਿਹੜੇ ਉਹ 52 ਤੁਸੀਂ ਕਹਿ ਰਹੇ ਹੋ 40 ਜਾਂ 52 ਕਿਲਿਆਂ ਦੀ ਇੱਕ ਲਾਈਨ ਸੀਗੀ, ਤੇ ਉੱਥੇ ਕਿਲਾ ਬਣਾਉਣਾ ਉਹਦੇ ਨਾਲ ਸੌਖਾ ਕੰਮ ਸੀ, ਉੱਥੇ ਪਾਣੀ ਦਾ ਸਰੋਤ ਲੱਭਣਾ ਉਹ ਤੋਂ ਵੀ ਔਖਾ ਸੀਗਾ, ਖੂਹ ਬਣਾਉਣਾ, ਤੇ ਉਹ ਸਾਰੇ ਦੇ ਸਾਰੇ ਖੂਹ ਉਹ ਲੱਕੀ ਸ਼ਾਹ ਮਜਾਰਾ ਹੋਰਾਂ ਦੇ ਪਰਿਵਾਰ ਨੇ ਉਹ ਖਰਚਾ ਕਰਕੇ ਉਹ ਬਣਵਾਏ ਹੋਏ ਸੀਗੇ। ਤੇ ਨਾਲ ਉਹਨਾਂ ਇਹ ਵੀ ਦੱਸਿਆ, ਜਿਹੜੀ ਮੇਰੀ ਨੌਲੇਜ ਪਹਿਲੀ ਵਾਰ ਇਹ ਗੱਲ ਆਈ ਵੀ ਗੁਰੂ ਹਰ ਰਾਏ, ਕਈ ਵਾਰ ਅਸੀਂ ਜਦੋਂ ਗੱਲ ਕਰਦੇ ਹਾਂ ਜਿੰਨਾ ਸਾਨੂੰ ਸਿੱਖ ਹਿਸਟਰੀ ਦਾ ਬਹੁਤਾ ਨਹੀਂ ਪਤਾ, ਤੇ ਵਿੱਚ ਜੇ ਐਂ ਲੱਗਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਤੇ 9ਵੀਂ ਪਾਤਸ਼ਾਹੀ ਦੇ ਵਿਚਕਾਰ ਵਾਲਾ ਜਿਹੜੀਆਂ 2 ਪਾਤਸ਼ਾਹੀਆਂ ਦਾ ਪੀਰੀਅਡ ਹੈ ਉਹ ਬੜਾ ਮਤਲਬ ਉਹ ਢਿੱਲਾ ਜਿਹਾ ਪੀਰੀਅਡ ਹੈ, ਉਹ 'ਚ ਕੋਈ ਸਾਨੂੰ ਚੀਜ਼ ਲੱਭਦੀ ਨਹੀਂ ਹੈ ਬਹੁਤੀ, ਸਾਨੂੰ ਐਂ ਲੱਗਦਾ। ਪਰ ਉਹ 'ਚ ਉਹਨਾਂ ਕਿਹਾ ਕਿ 2200 ਦੀ ਫੌਜ ਜਿਹੜੀ ਸੀ ਉਹ ਹਮੇਸ਼ਾ 2200 ਘੋੜਸਵਾਰਾਂ ਗੁਰੂ ਹਰਰਾਏ ਸਾਹਿਬ ਦੇ ਨਾਲ ਰਹੇ। ਮੈਂ ਪਹਿਲੀ ਵਾਰ ਸੁਣਿਆ ਜੀ, ਮੈਂ ਕਿਸੇ ਹੋਰ ਸਰੋਤ ਤੋਂ ਪੜ੍ਹਿਆ ਨਹੀਂ ਕਿਸੇ ਕਿਤਾਬ 'ਚ। ਪੜ੍ਹ ਚੁੱਕਿਆ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਛੋਟੀਆਂ 4-5 ਲੜਾਈਆਂ ਕੀਤੀਆਂ। ਹਾਂਜੀ, ਪਹਿਲੀ ਗੱਲ ਤਾਂ ਜੀ ਸਿੱਖਾਂ ਨੇ ਜਿੰਨੀਆਂ ਲੜਾਈਆਂ ਲੜੀਆਂ ਚਾਹੇ ਐਗਰੈਸਿਵ ਨਹੀਂ ਹੋਏ, ਆਏ ਧਾੜਵੀ ਨੂੰ ਅੱਗੋਂ ਟਾਕਰਾ ਦਿੱਤਾ ਹੈ। ਬੰਦਾ ਸਿੰਘ ਬਹਾਦਰ ਨੂੰ ਵੇਲੇ ਇਹਨਾਂ ਕੋਲ ਫੌਜ ਇਕੱਠੀ ਤਾਂ ਜਾ ਕੇ ਐਗਰੈਸਿਵ ਹੋ ਕੇ ਸਰਹੰਦ ਤੇ ਹਮਲਾ ਕੀਤਾ ਹੈ, ਜਾਂ ਜਿੰਨੇ ਵੀ ਹੋਰ ਥਾਵਾਂ ਤੇ ਸਡੌਰਾ ਟਾਇਆ, ਆਸੇ ਪਾਸੇ ਦੇ ਸਾਰੇ ਪਹਿਲਾਂ ਸਰਹੰਦ ਦੇ ਜਿਹੜੇ ਸਪੋਰਟ ਕਹਿ ਲਓ ਛੋਟੇ ਪਰਗਣੇ ਢਾਹ ਕੇ ਬਾਅਦ ਦੇ ਵਿੱਚ ਸਰਹੰਦ ਨੂੰ ਪੈਂਦੇ ਆ। ਇਹ ਹੈ ਐਗਰੈਸਿਵ ਪੁਣਾ। ਗੁਰੂ ਹਰਗੋਬਿੰਦ ਸਾਹਿਬ ਦਾ ਸਪੈਸ਼ਲ ਹੁਕਮ ਆਪਣੇ ਪੁੱਤਰ ਹਰਰਾਏ ਸਾਹਿਬ ਨੂੰ, ਬਈ ਤੁਸੀਂ ਤਿਆਰੀ ਰੱਖੋ, ਆਉਣ ਵਾਲੇ ਜ਼ਮਾਨੇ ਦੇ ਵਿੱਚ ਆਪਾਂ ਨੂੰ ਫੌਜਾਂ ਦੀ ਜ਼ਿਆਦਾ ਜ਼ਰੂਰਤ ਪੈਣੀ ਹੈ, ਹਜੇ ਸਲਤਨਤ ਨਾਲ ਪੰਗਾ ਨਹੀਂ ਲੈਣਾ। ਇਸ ਕਰਕੇ ਉਹ ਅੱਜ ਆਪਾਂ ਨੂੰ ਕੀਰਤਪੁਰ ਸਾਹਿਬ ਲੱਗਦਾ ਹੈ ਵੀ ਯਾਰ ਬੜੇ ਵੱਡੇ ਸ਼ਹਿਰ, ਉਸ ਵੇਲੇ ਸਾਰਾ ਜੰਗਲ ਹੀ ਸੀ। ਤੇ ਆਪਣੇ 6ਵੇਂ ਪਾਤਸ਼ਾਹੀ ਤੋਂ ਲੈ ਕੇ 10ਵੇਂ ਪਾਤਸ਼ਾਹੀ ਤੱਕ ਉਹ ਮੁੜ ਕੇ ਗੁਰੂ ਗੋਬਿੰਦ ਸਿੰਘ ਦਰਬਾਰ ਸਾਹਿਬ ਆਏ ਹੀ ਨਹੀਂ, ਆਪਣੀ ਜ਼ਿੰਦਗੀ 'ਚ ਹੀ ਨਹੀਂ ਆਏ। ਵੀ ਤੁਸੀਂ ਇਹਨਾਂ ਤੋਂ ਪਾਸੇ ਰਹੋ, ਗੁਰਦੁਆਰਿਆਂ ਦੇ ਕੀ ਹੈ ਇਹ ਆਪਣੇ ਆਪ ਕਬਜ਼ੇ 'ਚ ਆ ਜਾਣਗੇ। ਤੁਸੀਂ ਪੜ੍ਹਿਆ ਹੀ ਹੈ ਵੀ ਗੁਰੂ ਆਪਣੇ ਤੇਗ ਬਹਾਦਰ ਸਾਹਿਬ ਨੂੰ ਵੀ ਅਲਾਉ ਨਹੀਂ ਕੀਤਾ ਤੇ ਗੁਰੂ ਗੋਬਿੰਦ ਸਿੰਘ ਆਏ ਹੀ ਨਹੀਂ। ਉਹ ਮਸੰਦ ਜਦੋਂ ਮੌਕਾ ਮਿਲਿਆ ਉਹ ਆਪਣੇ ਆਪ ਹੀ ਭੱਜ ਗਏ, ਇਹਨਾਂ ਨੇ ਕਬਜ਼ਾ ਕਰ ਲਿਆ 10 ਸਾਲ। ਸੋ ਇਹਨਾਂ ਨਾਲ ਲੜਾਈ ਲੜਨ ਤੋਂ ਬੈਟਰ ਹੈਗਾ ਵੀ ਆਪਾਂ ਆਪਣੀ ਤਿਆਰੀ ਉੱਧਰ ਕਰੀਏ, ਜੰਗਲੀ ਇਲਾਕੇ ਦੇ ਵਿੱਚ ਤਿਆਰੀ ਕਰਦੇ ਰਹੇ ਆ। ਮੈਂ ਦੇਖੋ ਜੀ ਇਹ ਵੀ ਪੜ੍ਹਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਲੜਾਈਆਂ ਦੇ ਵਿੱਚ, ਕਰਤਾਰਪੁਰ ਦੀ ਲੜਾਈ ਦੇ ਵਿੱਚ ਇਹ ਹਿੱਸਾ ਲੈਂਦੇ ਆ, ਉਹ ਕਥਾ ਕੀਰਤਨ ਕਰਦੇ ਆ ਕੀਰਤਨ ਮੇਰੇ ਕੋਲ ਗਲਤ ਕਹਿ ਗਿਆ, ਕਥਾ ਕਰਦੇ ਆ, ਯੋਗ ਸੀ। ਹੁਣ ਗੱਲ ਇਹ ਆ ਵੀ ਉਹ ਗਾਂ ਅੱਗੇ ਆਪਣੇ ਹਰਰਾਏ ਜੀ ਨੂੰ ਪੋਤਰੇ ਨੂੰ ਦਿੰਦੇ ਆ ਗੱਦੀ, ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਡਰਗਰਾਊਂਡ ਕਰ ਦਿੰਦੇ ਆ। ਜਿਹੜਾ 22 ਸਾਲ ਦਾ ਪੀਰੀਅਡ ਨੇ ਵੀ ਅੰਦਰ ਵੜ ਕੇ ਉੱਥੇ ਬਾਬੇ ਬਕਾਲੇ ਬੈਠੇ ਸੀ, ਇਹ ਗੱਲਾਂ ਗਲਤ ਹੈ। ਹਿਸਟਰੀ 'ਚੋਂ ਮਿਲਦਾ ਇਹ ਜਿੰਨਾ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਅਨੰਦਪੁਰ ਨੂੰ ਕਿਲ੍ਹਾ ਪੈਂਦਾ ਹੈ, ਕਿਲ੍ਹੇ ਨੂੰ ਘੇਰਾ ਪੈਂਦਾ ਹੈ, ਤਾਂ ਜਿਹੜੀਆਂ ਯੂਪੀ ਦੀਆਂ ਤੇ ਅਸਾਮ ਦੀਆਂ ਉਹ ਪਰ ਸਾਰੇ ਲੋਕ ਆਉਂਦੇ ਆ, ਉਹ ਆ ਕੇ ਟਾਕਰਾ ਕਰਕੇ ਇਹਨਾਂ ਨੂੰ ਰਸਦਾਂ ਵਗੈਰਾ ਪਜਾ ਕੇ ਦਿੰਦੇ ਜਾਂਦੇ ਆ। ਇਹ ਅਸਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਪ੍ਰਚਾਰ ਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੰਨੀ ਬਾਣੀ ਹੈ ਉਹਦੇ ਵਿੱਚੋਂ ਅਸਾਮੀ ਅੱਖਰ ਮਿਲਦੇ ਆ। ਹਾਂਜੀ, ਅਸਾਮ 'ਚ ਵੀ ਕਾਫੀ ਦੇਰ ਰਹੇ। ਹਾਂਜੀ, ਉਹ ਸਾਰੇ ਉਹਨਾਂ ਦੀ ਮੈਂ ਨਾ ਸ਼ੁਰੂ ਦਿੱਲੀ ਰਿਹਾ ਕਰਕੇ ਦਿੱਲੀ ਤੋਂ ਆਇਆ ਤੇ ਕਿਸੇ ਸੱਜਣ ਦਾ ਫੋਨ ਆਇਆ, ਮੇਰੀ ਵਾਈਫ ਨੂੰ ਥੋੜ੍ਹਾ ਹਿੰਦੀ 'ਚ ਹਾਂਜੀ ਉਹ ਕਰਨੀ ਹੈ। ਤੇ ਉਹ ਕਹਿੰਦਾ ਕਦੋਂ ਆਉਣਗੇ? ਤੇ ਸ਼ਾਮ ਨੂੰ ਮੈਂ 4-5 ਵਜੇ ਆਇਆ, 2004 ਦੀ ਗੱਲ ਹੈ। ਮੈਨੂੰ ਕਹਿੰਦਾ ਤੁਹਾਡੇ ਘਰੇ ਹਿੰਦੀ ਬੋਲਦੇ ਆ? ਮੈਂ ਕਿਹਾ ਹਾਂਜੀ। ਤੁਸੀਂ RSS ਦੇ ਏਜੰਟ ਹੈ? ਮੈਂ ਕਿਹਾ ਹਾਂਜੀ। ਮੈਂ ਸਿੱਧਾ ਕਹਿੰਦਾ ਹਾਂਜੀ। ਹੁਣ ਉਹਦੇ ਕੋਲ ਸਵਾਲ ਮੁੱਕ ਗਏ। ਮੈਂ ਕਿਹਾ ਹੁਣ ਮੇਰਾ ਸਵਾਲ ਆਵੇ। ਮੈਂ ਕਿਹਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਣਦੇ? ਕਹਿੰਦਾ ਹਾਂਜੀ, 9ਵੇਂ ਗੁਰੂ ਸੀ। ਮੈਂ ਕਦੇ ਬਾਣੀ ਪੜ੍ਹੀ ਹੈ? ਢਿੱਲਾ ਜਿਹਾ ਹੋ ਗਿਆ। ਮੈਂ ਕਿਹਾ ਉਹਨਾਂ ਦੀ ਬਾਣੀ 'ਚ ਪੰਜਾਬੀ ਭੋਰਾ ਵੀ ਨਹੀਂ ਹੈ। ਸਿੱਖ ਧਰਮ ਦਾ ਸੰਬੰਧ ਸਾਡੀ ਲੈਂਗੁਏਜ ਨਾਲ ਨਹੀਂ ਹੈ, ਸਿੱਖ ਧਰਮ ਦਾ ਸੰਬੰਧ ਸਾਡੇ ਸਿਧਾਂਤ ਨਾਲ ਹੈ। ਅਸੀਂ ਦਿੱਲੀ ਤੋਂ ਆਏ ਹਾਂ, ਦਿੱਲੀ 'ਚ ਅਸੀਂ ਹਿੰਦੂ ਲੋਕਾਂ ਨਾਲ ਉੱਠਦੇ ਬੈਠਦੇ ਸਾਰੀ ਦਿਹਾੜੀ ਗੱਲਾਂ ਬਾਤਾਂ, ਉਸ ਲੈਂਗੁਏਜ ਦਾ ਪ੍ਰਭਾਵ ਸਾਡੇ ਤੇ ਹੋਣਾ ਹੀ ਹੋਣਾ। ਪਰ ਤੁਸੀਂ ਗੱਲ ਸਿੱਖ ਸਿਧਾਂਤ ਦੀ ਕਰੋ, ਫਿਰ ਚੁੱਪ ਕਰ ਗਿਆ ਬੰਦਾ।
ਬਿਲਕੁਲ ਇਹ ਤਾਂ ਗੱਲ ਹੈ ਜੀ। ਪਰ ਵੈਸੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦੂਜਿਆਂ ਆਪਣੇ ਲਈ ਉਹਨਾਂ ਨੇ ਬਾਹਰੋਂ ਨਾਮਦੇਵ ਵੀਰਾਂ ਦੀ ਦੂਜਿਆਂ ਦੀ ਲਈ ਆ, ਉਹ ਲਗਭਗ ਸਾਰੀ ਕੋਈ ਬ੍ਰਿਜ ਭਾਸ਼ਾ, ਕੋਈ ਕਿਸੇ ਦੀ ਭਾਸ਼ਾ, ਕੋਈ ਕਿਤੇ ਆਏ ਸਾਰੇ ਹੈ ਜੀ, ਅਰਬੀ ਭਾਸ਼ਾ ਵੀ ਹੈ, ਲਿਪੀ ਗੁਰਮੁਖੀ ਆ ਗਈ। ਹਾਂਜੀ, ਬਾਣੀਆਂ ਬੋਲੀਆਂ ਬਹੁਤ ਸਾਰੀਆਂ। ਆਪਾਂ ਮੁੜ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਅੱਜ ਇਹ ਸਮਾਂ ਵੀ ਆਪਣਾ ਹੋ ਗਿਆ, ਨਿਊਜ਼ ਦਾ ਸਮਾਂ ਆ ਰਿਹਾ ਹੋ ਗਿਆ। ਹਾਂਜੀ, ਮੈਂ ਕਹਿੰਦਾ ਬੰਦਾ ਸਿੰਘ ਬਹਾਦਰ ਦੀ ਬਹੁਤ ਜ਼ਿਆਦਾ ਦੇਣ ਹੈ ਸਿੱਖ ਧਰਮ ਨੂੰ। ਜੇ ਇਹੋ ਜਿਹਾ ਕੋਈ ਯੋਧਾ ਹੋਇਆ ਜਿਹਨੇ ਪਹਿਲੀ ਵਾਰ ਸਿੱਖਾਂ ਦਾ ਪਹਿਲਾ ਰਾਜਾ ਕਹਿ ਲਓ, ਰਾਜੇ ਤਾਂ ਅਸੀਂ ਆਪਣੇ ਗੁਰੂ ਸਾਹਿਬਾਂ ਨੂੰ ਵੀ ਕਹਿੰਦੇ, ਪਰ ਰਾਜ ਭਾਗ ਸਥਾਪਿਤ ਕਰਕੇ ਤੇ ਇੱਧਰ ਪਾਣੀਪਤ ਕੋਲ ਝੰਡਾ ਗੱਡ ਦੇਣਾ ਵੀ ਅੱਗੇ ਨਾ ਆਉਣਾ, ਇੱਧਰ ਅੱਗੇ ਖਾਲਸਾ ਰਾਜ ਹੈ। ਹਾਂਜੀ, ਇਹ ਗੱਲਾਂ ਬੰਦਾ ਸਿੰਘ ਬਹਾਦਰ ਹੀ ਕਰਕੇ ਗਿਆ। ਬੰਦਾ ਸਿੰਘ ਬਹਾਦਰ, ਜਿਸ ਬੰਦੇ ਨੇ ਈਨ ਨਹੀਂ ਮੰਨੀ, ਉਹਨੂੰ ਇਹ ਕਹਿ ਦੇਣਾ ਵੀ ਕਿਸੇ ਬੰਦੇ ਨੇ ਲਿਖ ਵੀ ਦਿੱਤਾ ਵੀ ਉਹਨੂੰ ਆਪਣਾ ਬੇਹੋਸ਼ ਹੋ ਗਿਆ ਤੇ ਪਿੱਛੇ ਉੱਥੇ ਸੁੱਟ ਦਿੱਤਾ। ਉਹ ਰਿਆਸੀ ਵਾਲਿਆਂ ਦੀ ਕਹਾਣੀ ਹੈ ਜੀ ਸਾਰੀ। ਉਹ ਕਹਾਣੀਆਂ ਘੜੀਆਂ ਰਣਜੀਤ ਸਿੰਘ ਜੀ ਰਿਆਸੀ ਵਾਲੇ, ਉਹ ਇਸ ਚੀਜ਼ ਦਾ ਪ੍ਰਚਾਰ, ਉਹ ਤੇ ਗੁਰੂ ਜਿੱਦਾਂ ਹੁਣ ਨਾਮਧਾਰੀ ਸੰਪਰਦਾਇ ਸਾਡੇ 'ਚ, ਉਹ ਤੇ ਗੁਰੂ ਗੋਬਿੰਦ ਸਿੰਘ ਬਾਰੇ ਵੀ ਕਹਿੰਦੇ ਆ ਕਿ ਉਹ ਆ ਕੇ ਨਾਭੇ ਰਹੇ ਨੇ ਸਾਰੀ ਉਮਰ, ਮੁੜ ਕੇ ਉਹ ਅਜੇ ਸਿੰਘ ਤੇ ਇਸੇ ਤਰ੍ਹਾਂ ਇਹ ਗੱਲਾਂ ਸਾਰੀਆਂ ਬਣਾਈਆਂ ਜਾਂਦੀਆਂ ਹੁੰਦੀਆਂ ਜੀ ਬੰਦਾ ਸਿੰਘ ਬਹਾਦਰ ਨੂੰ। ਉਹ ਕਹਿੰਦੇ ਇੱਕ ਪਾਸੇ ਕਹਿ ਰਹੇ ਆ ਕਿ ਉਹਨਾਂ ਦੇ ਪਹਿਲੋਂ ਅੱਖਾਂ ਕੱਢੀਆਂ ਗਈਆਂ, ਫਿਰ ਜਮੂਰਾਂ ਨਾਲ ਮਾਸ ਨੋਚਿਆ ਗਿਆ, ਤੇ ਕਹਿੰਦੇ ਫਿਰ ਬੇਹੋਸ਼ ਹੋ ਗਏ ਤੇ ਉਹਨਾਂ ਨੂੰ ਉਹ ਜਮਨਾ ਦੇ ਕੰਢੇ ਸੁੱਟ ਗਏ, ਉੱਥੇ ਇੱਕ ਸਾਧੂ ਚੁੱਕ ਕੇ ਲੈ ਗਿਆ। ਫਿਰ ਉਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਗਲਤ ਹੈ ਜੀ। ਸਰਕਾਰ ਕਦੇ ਵੀ ਆਪਣੇ ਦੁਸ਼ਮਣ ਨੂੰ, ਆਪਾਂ ਤਾਂ ਉਹਨਾਂ ਵਾਸਤੇ, ਬੰਦਾ ਸਿੰਘ ਬਹਾਦਰ ਸਾਡੀਆਂ ਅੱਖਾਂ 'ਚ ਤਾਂ ਸਰਕਾਰ ਵਾਸਤੇ ਦੁਸ਼ਮਣ ਹੈ ਨਾ, ਭਾਵੇਂ ਅਸੀਂ ਉਹ ਸਰਕਾਰ ਨੂੰ ਲਾਈਕ ਕਰਦੇ ਹੀ ਨਹੀਂ, ਪਰ ਉਹਨਾਂ ਦੇ ਮੁਤਾਬਕ ਤਾਂ ਬੰਦਾ ਸਿੰਘ ਬਹਾਦਰ ਦੁਸ਼ਮਣ ਹੈ ਨਾ। ਦੁਸ਼ਮਣ ਨੂੰ ਜਿਉਂਦਾ ਨਹੀਂ ਛੱਡਿਆ ਜਾਂਦਾ। ਸਾਡੀਆਂ ਅੱਖਾਂ ਦੇ ਸਾਹਮਣੇ ਆ ਕੀ ਹੋਇਆ 84 'ਚ ਕੀ ਹੋਇਆ। ਚਲੋ ਜੋ ਲੜਾਈ ਸਹੀ ਸੀ ਜਾਂ ਗਲਤ, ਉਹ ਆਪਾਂ ਉਹ 'ਚ ਨਹੀਂ ਪੈਂਦੇ। 20 ਸਾਲ ਤੱਕ ਲੋਕਾਂ ਨੂੰ ਇਸ ਗੱਲ 'ਚ ਰੱਖਿਆ ਨਹੀਂ ਜੀ, ਉਹ ਹੈਗੇ ਨੇ, ਉਹ ਅਮਰੀਕਾ ਚਲ ਗਏ ਨੇ, ਉਹ ਫਲਾਣੇ ਥਾਂ ਚਲ ਗਏ ਨੇ, ਉੱਥੇ ਉਹ ਕਹਾਣੀਆਂ ਬਣਾਤੀਆਂ ਭਿੰਡਰਾਂ ਵਾਲੇ ਬਾਰੇ ਵੀ, ਤੇ ਇੱਥੋਂ ਤੱਕ ਕਿ ਉਹਨਾਂ ਦੀ ਸੰਪਰਦਾ ਕੀ ਜਾ ਰਹੀ ਆ। ਬਾਬਾ ਜਿਹੜੇ ਉਹਨਾਂ ਦੇ ਬਾਅਦ ਜਿਹੜੇ ਬਣੇ, ਉਹੀ ਲੋਕਾਂ ਨੂੰ ਗੁੰਮਰਾਹ ਕਰੀ ਗਏ। ਨਹੀਂ ਜੀ ਉਹ ਤੇ ਮਹਾਂਪੁਰਖ ਦੇ ਹੈਗੇ ਜੀ, ਉਹ ਤੇ ਫਲਾਣੀ ਜਗ੍ਹਾ। ਮੈਂ ਠਾਕਰ ਸਿੰਘ ਨੂੰ ਪਰਸਨਲੀ ਮਿਲਿਆ ਹੋਇਆ ਜੀ। ਸਾਡੇ ਦਾਦੇ ਪੜਦਾਦੇ ਸਾਰੇ ਟਕਸਾਲੀ ਸੀ, ਉਹਨਾਂ 'ਚ ਹਿੰਮਤ ਹੀ ਨਹੀਂ ਸੀ ਉਹ ਸੱਚ ਬੋਲਣ। ਜਦੋਂ ਕਿ ਸੰਤਾਂ ਦੇ ਭਰਾ ਜੋਗਿੰਦਰ ਸਿੰਘ ਨੇ, ਜਿਹੜਾ ਕੈਪਟਨ ਜੋਗਿੰਦਰ ਸਿੰਘ, ਉਹਨਾਂ ਨੇ ਸ਼ਨਾਖਤ ਕੀਤੀ। ਬਿਲਕੁਲ ਬਿਲਕੁਲ। ਅੱਛਾ, ਹੁਣ ਬੰਦਾ ਬਹਾਦਰ ਸਾਹਿਬ ਬਾਰੇ ਇਹ ਆ ਕਿ ਸਿੱਖ ਧਰਮ 'ਚ ਹੁਣ ਚੇਤਨਤਾ ਆਈ ਆ ਕਿ ਉਸ ਯੋਧੇ ਨੇ ਬਹੁਤ ਵੱਡੇ ਕੰਮ ਕੀਤੇ, ਪਰ ਅਸੀਂ ਉਹਨਾਂ ਨੂੰ ਉਹਨਾਂ ਦਾ ਉਹ ਸਨਮਾਨ ਨਹੀਂ ਦੇ ਸਕੇ। ਹੁਣ 3 ਸਰਕਾਰੀ ਯੂਨੀਵਰਸਿਟੀਆਂ ਹੋਣ ਪੰਜਾਬ ਦੀਆਂ, ਇੰਨੇ ਵਿਦਵਾਨ ਬੈਠੇ ਹੋਣ, ਤੁਸੀਂ ਪਹਿਲਾਂ ਵੈਸੇ ਕਹਿ ਹੀ ਚੁੱਕੇ ਹੋ ਕਿ ਉਹਨਾਂ ਵਿਦਵਾਨਾਂ ਕੋਲ ਬਹੁਤੀ ਆਸ ਨਾ ਰੱਖੋ, ਤੇ ਬੰਦਾ ਬਹਾਦਰ ਬਾਰੇ ਹੁਣ ਨਵੇਂ ਸਿਰਿਓਂ ਸਾਰੀ ਖੋਜ ਪੜਤਾਲ ਨਹੀਂ ਹੋ ਸਕਦੀ ਕਿ ਉਹਨਾਂ ਦਾ ਸੱਚ ਸਾਰੇ ਦਾ ਸਾਰਾ ਜਿਹੜਾ ਇੱਕ ਵਾਰੀ ਲਿਆ ਕੇ ਸਾਹਮਣੇ ਰੱਖਿਆ ਜਾਵੇ? ਹੋ ਸਕਦੀ ਹੈ ਜੀ। ਇੱਕ ਅਮਰਦੀਪ ਸਿੰਘ ਨਾਂ ਦਾ ਬੰਦਾ, ਮੇਰੇ ਖਿਆਲ ਯੂਕੇ ਤੋਂ ਹੈ ਜਾਂ ਆਸਟ੍ਰੇਲੀਆ ਤੋਂ, ਹੁਣ ਮੈਨੂੰ ਯਾਦ ਨਹੀਂ, ਮੈਨੂੰ ਵੀਡੀਓ ਆਈ ਹੋਈ ਹੈ। ਕਈ ਬੰਦੇ ਇੰਡੀਵਿਜੂਅਲੀ ਲੱਗੇ ਹੋਏ ਆ, ਉਹਨੇ $1 ਮਿਲੀਅਨ ਲਾ ਚੁੱਕਿਆ ਹੈ ਗੁਰੂ ਨਾਨਕ ਸਾਹਿਬ ਦੇ ਬਾਰੇ। ਜਿੱਥੇ ਦੱਸ ਪਈ, ਮੇਰੇ ਕੋਲ ਹੈਗਾ, ਮੈਂ ਲਿੰਕ ਤੁਹਾਨੂੰ ਭੇਜ ਦਾਂਗਾ। ਉਹ ਸਾਰਾ ਲੋਸਟ ਹੈਰੀਟੇਜ ਆਫ ਸਿੱਖਸ ਵਾਲੇ ਤੇ ਨਹੀਂ, ਜਿਨ੍ਹਾਂ ਨੇ ਉਹ ਪਾਕਿਸਤਾਨ ਵਿੱਚ ਸਾਰੀ ਖੋਜ ਕੀਤੀ ਵੀ ਸਿੱਖਾਂ ਦਾ ਕੀ ਆ। 14-15 ਸਾਲ ਲਾਏ ਉਹਨਾਂ ਨੇ। ਅਮਨਦੀਪ ਹੀ ਸ਼ਾਇਦ ਉਹਨਾਂ ਦਾ ਨਾਮ, ਅਮਰਦੀਪ। ਹਾਂਜੀ ਬਿਲਕੁਲ ਹੀ ਅਮਰਦੀਪ। ਲੋਸਟ ਹੈਰੀਟੇਜ ਆਫ ਸਿੱਖ ਬੜੀ ਵੱਡੀ ਕਿਤਾਬ ਉਹਨਾਂ ਲਿਖੀ। ਸੋ ਇਦਾਂ ਲੱਗੇ ਹੋਏ ਲੋਕ। ਅੱਜ ਮੈਂ ਤੁਹਾਨੂੰ ਇੱਕ ਹੈ ਇੱਕ ਦਾ ਮਿੰਟ, ਬਸ ਕੋਈ ਨਹੀਂ, ਉਹ ਸ਼ੀਲ ਰਾਣੇ ਆਉਣਾ ਖਬਰਾਂ ਲਈ। ਮੈਂ ਅੱਜ ਉਹ ਸ਼ਬੀਰ ਸ਼ਾਹਿਦ ਜਿਹੜਾ ਸਿੱਖ ਹਿਸਟਰੀ ਬਾਰੇ ਬੋਲਦਾ ਹੁੰਦਾ, ਉਹਦੇ ਨਾਲ ਗੱਲ ਕੀਤੀ ਸੀ। ਮੈਂ ਪਹਿਲੀ ਵਾਰ ਗੱਲ ਕੀਤੀ, ਮੇਰੇ ਕੋਲ ਇੱਕ ਕਿਤਾਬਚਾ ਪਹੁੰਚਿਆ ਜੀ 67 ਕੇ ਪੇਜ ਦਾ, ਜਾਂ ਇੱਕ ਕਿਤਾਬ ਹੈਗੀ 286 ਪੇਜ ਦੀ ਇੰਗਲਿਸ਼ ਦੇ ਵਿੱਚ, ਡਾਕਟਰ ਹਰਬੰਸ ਲਾਲ ਟੈਕਸਸ ਵਾਲਿਆਂ ਨੇ ਛਪਵਾਈ ਹੋਈ ਹੈ। ਸੈਯਦ ਪ੍ਰਿਥੀਪਾਲ ਸਿੰਘ ਹੋਣਾ ਨੇ ਜ਼ਿਕਰ ਕੀਤਾ ਹੈ ਕਿ ਮੱਕੇ ਦੀ ਲਾਇਬ੍ਰੇਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਸਵਾਲ ਜਵਾਬ ਹੋਏ ਬਾਰੇ ਕਿਤਾਬ ਪਈ ਹੈ। ਮੈਂ ਉਹ ਲੱਭਣੀ ਚਾਹੁੰਦਾ ਵੀ ਉਹ ਕਿਤਾਬ ਦਾ ਨੰਬਰ ਕੀ ਹੈ, ਕਿਹੜੀ ਲਾਇਬ੍ਰੇਰੀ ਹੈ। ਤਾਂ ਮੈਂ ਅੱਜ ਉੱਥੇ ਪਾਕਿਸਤਾਨ ਫੋਨ ਕੀਤਾ ਸੀ। ਹਾਂਜੀ, ਮੈਂ ਕਿਹਾ ਜੀ ਤੁਹਾਨੂੰ ਕੋਈ, ਕਹਿੰਦਾ ਜੀ ਮੇਰੇ ਤਾਂ ਇਹ ਪਹਿਲੀ ਵਾਰ ਆ ਰਿਹਾ ਨੌਲੇਜ ਵੀ ਤੁਸੀਂ ਇੱਦਾਂ ਦੀ ਕੋਈ ਕਿਤਾਬ ਬਾਰੇ ਜਾਣਦੇ ਆ। ਮੈਂ ਕਿਹਾ ਮੈਂ ਤੁਹਾਨੂੰ, ਤੁਸੀਂ ਮੈਨੂੰ ਆਪਣੇ ਈਮੇਲ, ਮੈਂ ਵੀ ਪੜ੍ਹਿਆ ਜੀ ਉਸ ਕਿਤਾਬ ਬਾਰੇ, ਮੈਂ ਕਿਤਾਬ ਬਾਰੇ ਪੜ੍ਹਿਆ, ਪਰ ਉਹ ਕਿਤਾਬ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਖਰੋਚ ਕੇ ਬਾਹਰ ਲਿਆ ਸਕਦੇ ਹਾਂ। ਸੋ ਅਸੀਂ ਆਪਣੀ ਸਿੰਘ ਸਭਾ ਵੱਲੋਂ ਮਤਾ ਪਾਸ ਪਾਇਆ ਹੋਇਆ। ਜੇ ਸਾਨੂੰ ਇਹ ਪਤਾ ਲੱਗਦਾ ਵੀ ਕਿਤਾਬ ਦਾ ਨੰਬਰ ਪਤਾ ਲੱਗ ਜੇ ਲਾਇਬ੍ਰੇਰੀ ਦਾ, ਤੇ ਸਾਡੇ ਕੋਲ ਅਰਬੀ ਬੋਲਣ ਵਾਲੇ ਉੱਥੇ ਦੁਬਈ 'ਚ, ਅਰਬ ਕੰਟਰੀਆਂ 'ਚ ਹੀ ਹੈਗੇ ਆ ਬੰਦੇ, ਜਿਹੜੇ ਉਹਦਾ ਬੋਲ ਕੇ ਰਿਕਾਰਡ ਕਰਕੇ ਸਾਨੂੰ ਭੇਜ ਦੇਣ। ਮੱਕੇ ਦੀ ਲਾਇਬ੍ਰੇਰੀ 'ਚ ਕਹਿੰਦੇ ਆ ਜੀ, ਪਰ ਉਹ 'ਚ ਮੇਰੇ ਖਿਆਲ ਸਿੱਖ ਜਾਂ ਗੈਰ ਮੁਸਲਿਮ ਦੀ ਪਹੁੰਚ ਨਹੀਂ ਹੈ ਨਾ। ਸਾਡੇ ਕੋਲ ਮੁਸਲਮਾਨ ਹੀ ਹੈਗੇ ਆ ਨਾ ਦੋਸਤ। ਹਾਂਜੀ ਹਾਂਜੀ ਹਾਂਜੀ।
ਉਹਨੂੰ ਤਾਂ ਜਾਣਦੇ ਨੇ। ਚਲੋ ਇਹ ਚੰਗਾ ਕੰਮ ਜਿਹੜਾ ਹੈ ਜ਼ਰੂਰ ਕਰਨਾ ਚਾਹੀਦਾ। ਜੂਨਵਾਲਾ ਜੀ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਨੇ। ਆਪਾਂ ਆਮ ਸਿੱਖਾਂ ਦਾ ਕੰਮ ਰਿਸਰਚ ਦਾ ਨਹੀਂ ਹੁੰਦਾ ਜੀ, ਔਰ ਮੈਂ ਫਿਰ ਵੀ ਆਪਣੇ ਸਰੋਤੇ ਜਨਾਂ ਨੂੰ 2-3 ਕਿਤਾਬਾਂ ਵਿਖਾਉਣਾ ਚਾਹੁੰਦਾ। ਆਪਾਂ ਕਿਤਾਬਾਂ ਦੇ ਨਾਂ ਤਾਂ ਲਏ ਆ, ਮੈਂ ਸਾਰੇ ਸਰੋਤੇ ਜਨਾਂ ਨੂੰ, ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਘੱਟੋ ਘੱਟ ਡਾਕਟਰ ਗੰਡਾ ਸਿੰਘ ਦੀ ਕਿਤਾਬ, ਪ੍ਰੋਫੈਸਰ ਸੁਖਦਿਆਲ ਸਿੰਘ, ਬਲਵੰਤ ਸਿੰਘ, ਪ੍ਰੋਫੈਸਰ ਢਿੱਲੋਂ, ਹਾਂਜੀ ਇਹ ਕਿਤਾਬਾਂ ਜ਼ਰੂਰ 3-4, ਹਰਜਿੰਦਰ ਸਿੰਘ ਦਲਗੀਰ ਦੀ ਹੈ, ਕਰਮ ਸਿੰਘ ਹਿਸਟੋਰੀਅਨ ਬੰਦਾ ਕੌਣ ਥਾ, ਇਹ ਸਾਰੀਆਂ ਕਿਤਾਬਾਂ ਘੱਟੋ ਘੱਟ ਇਹ ਜ਼ਿਆਦਾ ਤੋਂ ਜ਼ਿਆਦਾ $20 ਦਾ ਖਰਚਾ ਨਹੀਂ, ਆਪਣੇ ਇੱਕ ਜਰਨੈਲ ਦੇ ਬਾਰੇ ਨੌਲੇਜ ਪ੍ਰਾਪਤ ਕਰਨ ਵਾਸਤੇ ਕੀ। ਜੂਨਵਾਲਾ ਜੀ ਇਹ ਕਿਤਾਬਾਂ ਜਿਹੜੀਆਂ ਨੇ ਵੈਸੇ ਕਈ ਵਾਰ ਸਾਡੇ ਜਿਹੜੇ ਦਰਸ਼ਕ ਉਹ ਕਹਿੰਦੇ ਕਿਤਾਬਾਂ ਅਵੇਲੇਬਿਲਿਟੀ ਕਿੱਥੇ ਹੋਏਗੀ, ਤੁਹਾਨੂੰ ਇੱਥੇ ਇਹ ਜਿਹੜਾ ਸੱਚਾ ਸੌਦਾ ਉਹਨਾਂ ਕੋਲੋਂ ਵੀ ਮਿਲ ਸਕਦੀਆਂ ਨੇ ਜਾਂ ਗੁਰਫਤਿਹ ਵਾਲਿਆਂ ਕੋਲ ਬੁੱਕ ਸਾਰੀਆਂ ਜਿਹੜੀਆਂ ਅਵੇਲੇਬਲ ਨੇ? ਮੈਂ ਸਤਪਾਲ ਸਿੰਘ ਉਹਨਾਂ ਕੋਲ ਜਾਣਾ ਹੁੰਦਾ ਜੀ, ਜੇ ਕਿਤਾਬ ਨਾ ਅਵੇਲੇਬਲ ਉਹ ਮੰਗਵਾ ਦਿੰਦੇ ਆ ਜੀ। ਸੋ ਆਪਾਂ ਨੂੰ ਆਪਣੇ ਜਿਹੜੇ ਮਹਾਨ ਲੋਕ ਹੋਏ ਨੇ, ਖਾਸ ਕਰਕੇ ਬਾਬਾ ਬੰਦਾ ਬਹਾਦਰ ਦਾ ਅੱਜ ਅਸੀਂ ਜ਼ਿਕਰ ਕਰ ਰਹੇ ਸੀ, ਇਹਨਾਂ ਕੋਲ ਹੋਰ ਵੀ ਜਾਣਾਂਗੇ ਅਗਲੇ ਕਿਤੇ ਪ੍ਰੋਗਰਾਮ ਜਦੋਂ ਮੌਕਾ ਸਾਨੂੰ ਮਿਲਦਾ, ਜਦੋਂ ਸਮਾਂ ਦੇਣਗੇ। ਬਹੁਤ ਹੀ ਵਿਗਿਆਨਕ ਢੰਗ ਨਾਲ ਇਹ ਸਾਰੀ ਖੋਜਬੀਨ ਕਰਕੇ ਗੱਲਬਾਤ ਕਰਨ ਦਾ ਯਤਨ ਕਰਦੇ ਨੇ। ਆਪਾਂ ਨੂੰ ਅੱਖਾਂ ਮੀਟ ਕੇ ਨਾ ਕਿਸੇ ਲੇਖਕ ਤੇ, ਨਾ ਕਿਸੇ ਸਾਧੂ ਸੰਤ ਤੇ, ਨਾ ਕਿਸੇ ਪ੍ਰਚਾਰਕ ਤੇ ਵਿਸ਼ਵਾਸ ਕਰਨ ਦੀ ਲੋੜ ਹੈ, ਸਗੋਂ ਖੁਦ ਆਪਾਂ ਨੂੰ ਚਾਹੀਦਾ ਹੈ ਕਿ ਇੱਕ ਤਾਂ ਆਪਣੀ ਫਿਲਾਸਫੀ ਨੂੰ ਜਾਣੀਏ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਤੇ ਦੂਸਰਾ ਜਿਹੜਾ ਸਹੀ ਇਤਿਹਾਸ ਸਾਨੂੰ ਜਿੱਥੋਂ ਵੀ ਲੱਭੇ ਉਹਦੀ ਪਰਖ ਪੜਚੋਲ ਕਰਨੀ ਸਿੱਖੀਏ ਤੇ ਉਹਦੇ ਮੁਤਾਬਕ ਆਪਾਂ ਆਪਣਾ ਜੀਵਨ ਜਿਹੜਾ ਬਸਰ ਕਰੀਏ ਤੇ ਉਹ ਤੋਂ ਕੋਈ ਨਾ ਕੋਈ ਸਿੱਖੀਏ। ਬਹੁਤ ਤੁਹਾਡਾ ਸ਼ੁਕਰੀਆ ਜੀ, ਧੰਨਵਾਦ ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ। ਉਮੀਦ ਕਰਦੇ ਅੱਗੇ ਤੋਂ ਵੀ ਕੁਝ ਗੱਲਾਂ ਤੁਹਾਡੇ ਨਾਲ ਕਰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।